देश पंजाब। तूतां वाले खूहां दी हरियाली देश पंजाब। सोन सुनहरे सूरजां दी लाली देश पंजाब। पंज दरियावां दी धरती सुरगां तो सोहनी। सोहणे देसां 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 विचों देस पंजाब नी सईयो, देस पंजाब नी सईयो। जिवें फुल्लां 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 विचों फुल गुलाब नी सईयो, फुल गुलाब नी सईयो। ढोल ढमके वजदे ते छिंजां पईयां, मेले दे विच आ गईयां वेखो रल सईयां। हो जुत्ती खल दी मरोड़ा नहीं हो चलदी, टोर पंजाबण दी। जुत्ती खल दी मरोड़ा नहीं हो चलदी, टोर पंजाबण दी। मेले दे विच आ गईयां वेखो रल सईयां। ओ खेती फसलां बीजदा ए हाली देश पंजाब। सोन सुनहरे सूरजां दी लाली देश पंजाब। एदे तूतां वाले खूहां दी कोई छां ना खोवे, इत्थे ना कोई पावे वंडियां कोई मां ना रोवे। जे भारत एक परिवार है ता पाली देश पंजाब। सोन सुनहरे सूरजां दी लाली देश पंजाब। सोन सुनहरे सूरजां दी लाली देश पंजाब। सोन सुनहरे सूरजां दी लाली देश पंजाब। भालियां दे पक्कण परोटे ते छड़ियां दी अग न बले, ते छड़ियां दी अग न बले। ओए होए ओ मर जाने डर जी ने, होए होए ओ मर जाने डर जी ने, होए होए रख ली मरे झगे चो टाकी। चंगा भाई तू खुश रह, तू कर ला अपना रांझा खुश। ओए साडे फकरां दा की आ, साडे वास्ते जिउंदा वसदा रवे आ तूतां वाला खूह। ओ बल्ले बल्ले अल्लाह सिया, ओ वाह 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 भाई वाह। ला भाई अल्लाह सिया पहला जरा अपना ना दिमाग टकाने जे ले आ। भाई नजारा ये आ गया। ओए ना ज सज्जन सो आया ते ना इल्म आया। सौरी दे बह गए होने आ रन्ना दे मुड साढ़े नली झोचो जे। ओए बैठा है अमलिया। ना तेनू मैं खलोता नजर आंदा या आखे बैठा है अमलिया। ओए तेरा भी पता नहीं चलता। नशा पत्ता खिड़िया होवे तां तू भी खिड़िया हां, नशा पत्ता ना खिड़िया होवे ना फिर तू बोलदा भी औखा ही हां। कौन औखा बोलदा? आही अपना भाऊ आंदा से ना औखा ना बोलो है। ओए अखां थक गईयां राह तकदियां। हला ਇਹ ਦੱਸ ਤਾਸ਼ ਹੈਗੀ ਆ? हैगी है अल्लाह ये दस अज खा खू के नहीं आया? आवाज बड़ी घट निकलती है। ओ चल बैठ फिर। गाने पै जाते हैं साडे कोल ताश ना हो होर होणगियां जुआ। ओए पता नहीं कुछ। ठहर तो ठहर ला आ देख ला। ठहर जो बसा मंत्र काबू आईयां एक। ओए ਇੱਥੇ बैठा रहना ना तो लिया कर। चल बैठ फिर। मैं क्यों वंडा तुसी वंडो ओ तेरा भला होवे। खिस्सा भी छोटा करता दर्जी ने। आ ले मैं वंड देना। वंड 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 सजना। ओ गल सुन महंगियां चीजां ਇਹ ਚ ਨਹੀਂ ਰੱਖੀਆਂ। ਪਤਾ ਨਹੀਂ 2000 ਫੌਜੀ ਇੱਥੇ ਹੀ ਨਾ ਬੜੇ ਹੁਣ। ओ की ठेप ठेप लाईयां
ਢੇਰੀਆਂ ਲਾ ਢੇਰੀਆਂ। ਲਾ ਦਿੰਨੇ ਆ, ਸਬਰ ਕਰ। ਸਬਰ ਕਰ ਰੱਖ ਲੈ, ਢੇਰੀ ਲਾਣੀ ਵੀ ਨਹੀਂ ਆਉਂਦੀ। ਦੇਖ ਲੈ ਹਾਂ ਅਮਲੀਆ ਤੂੰ ਖੁਸ਼ ਬਰਾਬਰ ਹੋ। ਕਰ ਦੇ। ਆ ਪੱਤਾ ਕਿਹਦਾ ਢੇਰੀ ਵੱਡੀ ਕਰ ਦੇਣੀ। ਹਾਂ ਗੱਲ ਹੋਈ ਨਾ। ਹਾਲੀ ਵੀ ਮੈਨੂੰ ਠਹਿਰ ਜਾ ਸੱਜਣਾ, ਮੈਨੂੰ ਦੇਖ ਲੈਣ ਦੇ ਕਿਹੜੀ ਵੱਡੀ ਆ। ਉਹ ਤੂੰ ਚੱਕ ਲਾ। ਆ ਲੱਗਦੀ ਆ। ਚਲੋ ਆਜੋ ਹੁਣ, ਜੋ ਹੋਣਾ ਉਹਦਾ ਪਤਾ ਹੀ ਆ। ਆਜੋ ਆਜੋ। ਇਹ ਆ ਲੋ। ਅੱਛਾ, ਅਮਲੀ ਕੋਲੇ ਪੱਤੇ ਮੈਨੂੰ ਲੱਗਦਾ। ਅੱਛਾ ਵੀ ਸੁਣਨਾ ਗੱਲ ਇਹ ਆ, ਜੇ ਅੱਜ ਅਮਲੀ ਹਾਰ ਗਿਆ ਨਾ, ਇਹਦੀਆਂ ਅੱਖਾਂ ਬੰਨ ਕੇ ਇਹਨੂੰ ਖੂਹ ਵੱਲ ਨੂੰ ਤੋੜ ਦੇਣਾ। ਉਹ ਗੱਲ ਸੁਣ ਲੋ, ਉਹ ਖੂਹ ਵੱਲ ਭਾਵੇਂ ਤੋੜ ਦਿਓ, ਹਾਂ। ਪਰ ਨਾਣ ਵਾਲੀ ਗੱਲ ਨਾ ਕਰਿਓ। ਠੰਡੇ ਪਾਣੀ ਨਾਲ ਨਲਾ ਉਹ ਦੇਗੇ। ਚੁੱਪ ਓਏ, ਇਹ ਸਿਆ ਨਾ ਵਿਸਾਖੀ ਵਾਲੇ ਦਿਨ ਨਹਾਈਦਾ ਹੁੰਦਾ। ਹਾਂ ਹਾਂ, ਯਾਰ ਪੱਤਾ ਛੱਡ ਤੂੰ ਫਿਰ। ਸਿੱਟਦੇ ਆ। ਓਏ ਅਮਲੀਆ ਰੋਜ਼ ਨਾ ਮਾਰ, ਆ ਸੁੱਟ ਆਪਣਾ ਗੋਲਾ। ਤੇਰੀ ਰਾਣੀ ਖਾਜੂ। ਲੈ ਉਹ ਅਮਲੀਆ ਹਾਂ, ਰੱਖ ਕੇ ਕੀ ਕਰੇਗਾ? ਜਦੋਂ ਦਿਲ ਕਰੂ ਉਦੋਂ ਸਿੱਟੂ। ਕੋਈ ਅਮਲੀ ਹੈ ਬੜਾ ਸਿਆਣਾ, ਆਹੋ ਬੜੀ ਪਹੁੰਚੀ ਹੋਈ ਚੀਜ਼ ਆ। ਉਹ ਇਲਮਿਆ, ਇਹ ਤਾਂ ਸ਼ੁਕਰਿਆ ਚੰਦ ਤੇ ਡੋਡੇ ਦੇ ਫੀਮ ਨਹੀਂ ਮਿਲਦੇ, ਨਹੀਂ ਤੇ ਸਾਡਾ ਯਾਰ ਆਲਾ ਸਿਓ ਚੰਦ ਵਾਲਾ ਹੀ ਹੋਣਾ ਸੀ। ਉਹ ਰਹਿਣ ਦੇ, ਇਹਨੂੰ ਥੱਲੇ ਹੀ ਰਹਿਣ ਦੇ। ਇਹ ਚੰਦ ਤੇ ਚਲਾ ਗਿਆ ਨੇ, ਉੱਤੇ ਬੈਠੇ ਨੇ ਬਿਠਾ ਕਰੀ ਜਾਣੀਆਂ। ਆ ਨਜ਼ਾਰਾ ਬਹੁਤ ਆਣਾ ਸੀ। ਸੌਰੀ ਦੀਆਂ ਬਿੱਠਾਂ ਵੀ ਮੈਂ ਤੇਰੇ ਸਿਰ 'ਚ ਹੀ ਸਿੱਟਣੀਆਂ ਸੀ। ਇਹਦੀ ਸਿਆਣਪ ਦੀ ਗੱਲ ਸੁਣ ਲਾ, ਜਿਹਦਾ ਹਾਣੀ ਬਣਦਾ ਉਹਦੇ ਸਿਰ ਕੋਟ ਤੇ ਕੋਟ ਕਰਵਾਈ ਜਾਂਦਾ। ਸੱਚ ਦੱਸ ਅਮਲੀਆ, ਕੱਲ ਕਿੰਨੇ ਕੋਟ ਹੋਏ ਜੀ? ਨਾ ਜਿੰਨੇ ਮਰਜ਼ੀ ਹੋਏ ਹੋਣ, ਤੂੰ ਭੁੱਲ ਗਿਆ ਜਿਹੜਾ ਤੈਨੂੰ 100 ਕੋਟਾਂ ਵਰਗਾ ਇੱਕ ਕੋਟ ਦਿੱਤਾ ਸੀ। ਗੂੰ ਕੋਟ। ਓਏ ਛੱਡ, ਹਲਾ ਗੱਲਾਂ ਨਾ ਬਣਾ, ਪੱਤਾ ਸੁੱਟ। ਉਹ ਸਿੱਟ ਦਿੰਨੇ ਆ। ਪਹਿਲਾਂ ਥੋੜੀ ਜਿਹੀ ਅਕਲ ਤਾਂ ਟਿਕਾਣੇ ਲੈ ਆਉਣ ਦੇ। ਪੱਤਾ ਛੱਡ ਤੂੰ ਅੱਜ ਹੀ ਇਹ ਆਛੀ ਛੱਡ ਯਾਰ। ਓਏ ਅਮਲੀਆ, ਉਹ ਪੱਤਾ ਅਸੀਂ ਨਹੀਂ ਖੇਡਦੇ ਯਾਰ। ਇਹਦੀ ਘੰਟਾ ਸੁਰਤ ਨਹੀਂ ਟਿਕਾਣੇ ਆਉਂਦੀ। ਨਹੀਂ ਖੇਡਦੇ ਸੱਜਣ ਸਿਆ, ਨਹੀਂ ਖੇਡਦੇ। ਨਹੀਂ ਖੇਡਦੇ। ਤੇ ਮੇਰੇ ਕੋ ਕਿਹੜੇ ਪੱਤੇ ਆਏ ਸੀ? ਲੈ। ਮੈਂ ਕਿਹੜਾ ਖੇਡਣਾ ਸੀਗਾ। ਉਹ ਬਾਬਾ ਜੀ ਆ ਗਏ। ਬਾਬਾ ਜੀ, ਬਾਬਾ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਪੁੱਤਰੋ। ਬਾਬਾ ਜੀ ਮੱਥਾ ਟੇਕਦਾ। ਜਿਉਂਦੇ ਰਹੋ। ਉਹ ਆਲਾ ਹੱਸਿਆ ਕਿਉਂ ਖੋਰਨ ਦੇ ਆਪਣਾ ਸਰੀਰ ਨਸ਼ਿਆਂ 'ਚ। ਬਾਬਾ ਜੀ, ਉਹ ਪਿੰਡ ਵਾਲੇ ਤਾਂ ਕਹਿੰਦੇ ਆ ਕਿ ਆਲਾ ਸਿਆ ਤੂੰ ਦਿਨੋਂ ਦਿਨ ਮੋਟਾ ਹੋਈ ਜਾਂਦਾ ਆ। ਹੈ ਤੇ ਤੁਸੀਂ ਕੁਝ ਹੋਰ ਹੀ ਕਹੀ ਜਾਂਦੇ ਹੋ। ਤੂੰ ਬਾਹਰੋਂ ਫੁੱਲਣ ਡਿਆ ਪਰ ਅੰਦਰੋਂ ਖੁਰਨ ਡਿਆ। ਚਲੋ ਬਾਬਾ ਜੀ, ਆਪਾਂ ਇਸ ਸਰੀਰ ਨੂੰ ਰੱਖ ਕੇ ਕਿਹੜਾ ਇਹਦਾ ਅਚਾਰ ਪਾਉਣਾ ਆ। ਪਰ ਬਾਬਾ ਜੀ, ਇਹ ਮੈਂ ਮੰਨਦਾ ਕਿ ਮੈਂ ਅੰਦਰੋਂ ਖੁਰਨ ਡਿਆ ਨਸ਼ਿਆਂ ਕਰਕੇ, ਪਰ ਮੈਂ ਬਾਬਾ ਜੀ ਉਸ ਖੋਰੇ ਦਾ ਕੀ ਕਰਾਂ ਜਿਹੜਾ ਮੈਂ ਭੁਲਾਇਆ ਵੀ ਨਹੀਂ ਭੁੱਲ ਸਕਦਾ। ਛੋਟੇ ਹੁੰਦੇ ਹੀ ਮੈਂ ਯਤੀਮ ਹੋ ਗਿਆ। ਕੀ ਕਸੂਰ ਸੀ ਮੇਰੇ ਮਾਂ ਪਿਓ ਦਾ? ਇਹੀ ਨਾ ਕਿ ਮਾਂ ਮੁਸਲਮਾਨਾਂ ਦੀ ਧੀ ਸੀ ਤੇ ਪਿਓ ਸਿੱਖ ਸੀ। ਇਹਨਾਂ ਧਰਮ ਦੇ ਠੇਕੇਦਾਰਾਂ ਨੇ ਦੰਗਿਆਂ ਦੀ ਆੜ ਵਿੱਚ ਉਹਨਾਂ ਨੂੰ ਮਾਰ ਮੁਕਾਇਆ। ਮੈਂ ਨੱਠ ਕੇ ਇਸ ਪਿੰਡ ਆ ਗਿਆ ਤੇ ਬਾਬਾ ਜੀ ਹਰ ਰੋਜ਼ ਕਦੇ ਕਿਸੇ ਦਰ ਤੋਂ, ਕਦੇ ਕਿਸੇ ਦਰ ਤੋਂ, ਕਦੇ ਕਿਸੇ ਦਰ ਤੋਂ ਰੋਟੀ ਖਾ ਕੇ ਵੱਡਾ ਹੋਇਆ। ਮੈਂ ਮੰਨਦਾ ਪੈੜੀ ਸੰਗਤ ਕਰਕੇ ਮੈਂ ਨਸ਼ਿਆਂ 'ਚ ਪੈ ਗਿਆ, ਪਰ ਬਾਬਾ ਜੀ ਮੈਂ ਵਾਅਦਾ ਕਰਦਾ ਮੈਂ ਨਸ਼ੇ ਸਾਰੇ ਆਸਤਾ ਛੱਡ ਦਾਂਗਾ ਬਾਬਾ ਜੀ। ਮੈਂ ਮੰਨਦਾ ਆਲਾ ਹੱਸਿਆ ਦੰਗਿਆਂ ਵੇਲੇ ਬਹੁਤ ਸਾਰੇ ਬੇਕਸੂਰਿਆਂ ਨੂੰ ਮਾਰਿਆ ਗਿਆ, ਪਰ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਆ ਆਪਣੇ ਪਿੰਡ ਦੀ ਮਿਸਾਲ ਲੈ ਲਾ। ਦੰਗਿਆਂ ਵੇਲੇ ਪਿੰਡ ਵਾਲੇ ਲੋਕਾਂ ਨੇ ਕਿਸੇ ਸ਼ਰਾਰਤੀ ਅਨਸਰ ਨੂੰ ਅੰਦਰ ਨਹੀਂ ਜੇ ਵੰਡ ਦਿੱਤਾ। ਬਾਬਾ ਜੀ, ਉਹਨਾਂ ਦਿਨਾਂ ਵਿੱਚ ਆਪਣੇ ਪਿੰਡ ਵਿੱਚ ਏਕਾ ਬਹੁਤ ਸੀ। ਅੱਛਾ ਪੁੱਤਰੋ, ਤਾਸ਼ ਖੇਡਣ ਡਿਆ ਸੀ? ਬਾਬਾ ਜੀ ਖੇਡਣ ਤਾਂ ਡਏ ਸੀ, ਪਰ ਆ ਜਦੋਂ ਅਮਲੀ ਦੀ ਪੀਣਕ ਲੱਗ ਜਾਂਦੀ ਆ ਨਾ, ਅੱਧਾ ਘੰਟਾ ਪੱਤਾ ਹੀ ਨਹੀਂ ਛੱਡਦਾ। ਉਹ ਕਿਉਂ ਝੂਠ ਬੋਲਦਾ ਆ? ਓਏ ਅੱਜ ਕੱਲ ਅੱਧਾ ਘੰਟਾ ਪੀਣਕ ਕਿੱਥੇ? ਉਹ ਸਾਲੀ ਖਰੀਜ ਹੀ ਨਹੀਂ ਮਿਲਦੀ। ਜਮਾ ਹੀ ਨਸ਼ਾ ਨਹੀਂ ਹੁੰਦਾ। ਤੁਹਾਨੂੰ
ਤਾਸ਼ ਖੇਡਣੀ ਆਉਂਦੀ ਆ ਪੁੱਤਰੋ? ਨਾ ਬਾਬਾ ਜੀ, ਕਿਉਂ ਮਖੌਲ ਕਰਦੇ ਹੋ? ਉਹ ਜ਼ਿੰਦਗੀ 'ਚ ਦੋ ਤਾਂ ਕੰਮ ਸਿੱਖੇ ਆ, ਇੱਕ ਆ ਤਾਸ਼ ਖੇਡਣੀ ਤੇ ਇੱਕ ਆ ਨਜ਼ਾਰਾ ਜਿਹਾ ਲੈਣਾ। ਆ ਦੁੱਕੀ ਹੈ ਨਾ, ਹਾਂਜੀ ਬਾਬਾ ਜੀ। ਤੇ ਆ ਟਿੱਕੀ, ਹਾਂਜੀ ਬਾਬਾ ਜੀ। ਇਹਦੇ ਉੱਤੇ ਇੱਕ ਟਿਮਕਣਾ ਵਾਧੂ ਏ ਤੇ ਵਾਧੂ ਟਿਮਕਣੇ ਕਰਕੇ ਇਹਦਾ ਦਰਜਾ ਵਧ ਗਿਆ। ਇਹਨੇ ਦੁੱਕੀ ਨੂੰ ਕੱਟ ਦਿੱਤਾ, ਸਮਝੇ? ਏਦਾਂ ਹੀ ਚੌਕੀ, ਪੰਜੀ, ਛਿੱਕੀ, ਸੱਤੀ, ਅੱਠੀ, ਨਹਿਲਾ ਦਹਿਲਾ। ਨਹੀਂ ਬਾਬਾ ਜੀ, ਪੂਰੀ ਸਮਝ ਨਹੀਂ ਆਈ। ਤਾਂ ਫਿਰ ਸੁਣੋ ਧਿਆਨ ਨਾਲ। ਆਪ ਤੋਂ ਨੀਵੇਂ ਤੇ ਦੂਜਾ ਭਾਰੂਏ, ਇਹਨਾਂ ਨਹਿਲਿਆਂ ਦਹਿਲਿਆਂ ਤੇ ਚੜਿਆ ਬੈਠਾ ਏ ਗੋਲਾ। ਤੇ ਗੋਲਾ ਬੇਗਮ ਦਾ ਗੁਲਾਮ ਏ। ਉਹ ਬਾਬਾ ਜੀ, ਉਹ ਜਿੱਦਾਂ ਇਨਵਾ ਆਪਣੀਆਂ ਦੋ ਬੇਗਮਾਂ ਦਾ ਗੁਲਾਮ ਆ। ਓਏ ਅਮਲੀਆ, ਤੂੰ ਗੱਲ ਸੁਣ ਚੁੱਪ ਕਰਕੇ। ਤੂੰ ਮੇਰਾ ਹੱਲਾ ਹੱਸਿਆ ਤੇ ਬੇਗਮ ਦਾ ਜ਼ੋਰ ਇਸ ਕਰਕੇ ਆ, ਉਹਦੇ ਪਿੱਛੇ ਬੈਠਾ ਏ ਬਾਦਸ਼ਾਹ। ਆ ਦੱਸੋ ਕੀ ਹੈ ਅਜੇ? ਜੱਕਾ ਬਾਬਾ ਜੀ। ਤੂੰ ਦੱਸ ਇਲਮਿਆ। ਬਾਬਾ ਜੀ ਜੱਕਾ ਹੀ ਏ। ਪੁੱਤਰੋ, ਇਹ ਯੱਕਾ ਨਹੀਂ, ਅਸਲ ਵਿੱਚ ਇਸ ਦਾ ਨਾਂ ਹੈ ਇੱਕਾ। ਏਕਾ, ਇੱਕੋ ਟਿਮਕਣਾ ਏ ਉੱਤੇ। ਪਰ ਇਹੋ ਇਹਨਾਂ ਬਾਦਸ਼ਾਹਾਂ ਬੇਗਮਾਂ ਦਾ ਮੂੰਹ ਭੰਨ ਸਕਦਾ ਏ। ਤੁਸੀਂ ਏਕੇ ਤੋਂ ਬਿਨਾ ਇਹਨਾਂ ਨੂੰ ਨਹੀਂ ਜਿੱਤ ਸਕਦੇ। ਤੁਸੀਂ ਬਹਾਦਰ ਹੋ, ਸੂਰਮੇ ਹੋ, ਕਿਰਸਾਨ ਹੋ, ਅਮੀਰ ਹੋ, ਕੋਈ ਗਰੀਬ ਹੈ, ਕੋਈ ਮਜ਼ਦੂਰ ਹੈ, ਕੋਈ ਹਿੰਦੂ ਹੈ, ਕੋਈ ਸਿੱਖ ਹੈ, ਕੋਈ ईसाई है। पर अफसोस इंसान तो एक भी नहीं। इन्ना दुखियां तिक्कियां वांग आपस में वंडे होए हो, लड़ी जाते हो, एका है ही नहीं। पुत्रो, ताश ते हर रोज खेडते हो, पर एके दी ताकत नू नहीं समझदे। होए एके दी ताकत नू समझो पुत्रो, एके दी ताकत नू समझो। बड़ी रमज वाली गल कही आ बाबा जी ने। जे कोई समझण वाला होवे ते इन्नी बड़ी आ। ਉਹ ਬਾਬਾ ਜੀ ਦੀ ਕੁਰਬਾਨੀ ਵੀ ਬਹੁਤ ਆ। ਗਦਰੀ ਲਹਿਰ ਦੇ ਮੂਹਰੀਆਂ ਵਿੱਚੋਂ ਨੇ। कुर्बानी? हो मेरे वर्गिया भला की कुर्बानी करनी है? कुर्बानियां कर गए हो बब्बर शेर, शहीद करतार सिंह सराभा, भगत सिंह वर्गे अनेका सूरमे। ਬਾਬਾ ਜੀ ਤੁਸੀਂ ਨਾ ਕੋਈ ਕਰਤਾਰ ਸਿੰਘ ਸਰਾਭੇ ਦੀ ਗੱਲ ਸੁਣਾਓ। ਧਰਮ ਨਾਲ ਤੁਹਾਡੇ ਮੂੰਹੋਂ ਸੁਣ ਕੇ ਨਾ ਮੇਰਾ ਤਾਂ ਖੂਨ ਜਿਹਾ ਖੌਲਣ ਲੱਗ ਜਾਂਦਾ। हो मर्द सी मर्द, सच्चा देश भगत। इधरों पढ़ के वो उच्ची पढ़ाई ਲਈ अमरीका चला गया। पढ़द्या पढ़द्या उसनू देश भगती ਦੀ लगन लग गई। ਉੱਥੇ ਜਦੋਂ ਲਾਲਾ ਹਰਦਿਆਲ ਨੂੰ ਮਿਲਿਆ, ਅਜੇ ਮੁੱਛ ਫੁੱਟ ਗੱਭਰੂ ਸੀ। ਵਾਹ ਵਾਹ। ਫਿਰ ਉਹਨਾਂ ਉੱਥੇ ਅਮਰੀਕਾ ਵਿੱਚ ਗਦਰ ਅਖਬਾਰ ਕੱਢਿਆ। ਫਿਰ ਇਸ ਅਖਬਾਰ ਨੂੰ ਹਿੰਦੁਸਤਾਨ ਆ ਕੇ ਜਾਰੀ ਰੱਖਿਆ। ਪੁੱਤਰੋ, ਗਦਰ ਲਹਿਰ ਦੀਆਂ ਕੁਰਬਾਨੀਆਂ ਦੀ ਕਹਾਣੀ ਬਹੁਤ ਲੰਮੀ ਹੈ। ਮੁੱਕਦੀ ਗੱਲ ਤਾਂ ਇਹ, ਫਰੰਗੀ ਸਰਕਾਰ ਨੇ ਕਰਤਾਰ ਸਿੰਘ ਸਰਾਭੇ ਨੂੰ ਫੜ ਕੇ ਮੁਕੱਦਮਾ ਚਲਾਇਆ। ਫਿਰ ਉਹ ਸੂਰਮੇ ਨੂੰ ਫਾਂਸੀ ਦਾ ਹੁਕਮ ਸੁਣਾਤਾ। ਪਰ ਉਹ ਸੂਰਮਾ ਡੋਲਿਆ ਨਹੀਂ। ਵਾਹ। ਸਗੋਂ ਕਹਿਣ ਲੱਗਾ, ਮੈਨੂੰ ਛੇਤੀ ਫਾਂਸੀ ਲਗਾਓ ਤਾਂ ਕਿ ਮੈਂ ਮੁੜ ਜਨਮਾਂ, ਫਿਰ ਫਾਂਸੀ ਚੜਾ। ਤਦ ਤੱਕ ਫਾਂਸੀ ਚੜਦਾ ਰਵਾਂ ਜਦ ਤੱਕ ਮੇਰਾ ਦੇਸ਼ ਆਜ਼ਾਦ ਨਹੀਂ ਹੋ ਜਾਂਦਾ। ਉਹ ਗਾਉਂਦੇ ਹੁੰਦੇ ਸੀ, ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਦੇਣਾ। ਪਰ ਅਸੀਂ ਬਹੁਤ ਨਾ ਸ਼ੁਕਰੀਆ ਭੁਲਾ ਦਿੱਤਾ ਉਹਨਾਂ ਸੂਰਮਿਆਂ ਨੂੰ, ਭੁਲਾ ਦਿੱਤਾ ਉਹਨਾਂ ਸੂਰਮਿਆਂ ਨੂੰ। ਅਸੀਂ ਬਹੁਤ ਨਾ ਸ਼ੁਕਰੀਆ, ਬਹੁਤ ਨਾ ਸ਼ੁਕਰੀਆ। ਜੋ ਹਨੇਰੇ ਦੀ ਹਿੱਕ ਤੇ ਵੀ ਜਗਦੇ ਰਹੇ, ਉਹ ਸੀ ਬਣ ਕੇ ਸਿਤਾਰੇ ਸੀ ਚਮਕੇ ਕਦੇ। ਪਰ ਜਵਾਨੀ ਚ ਬਲ ਗਏ
ਜਿਨ੍ਹਾਂ ਦੇ ਸਿਵੇ ਉਹ ਸ਼ਹੀਦਾਂ ਦੇ ਘਰ ਕੋਈ ਨਾ ਦੀਵਾ ਜਗੇ ਕਿਉਂ ਆਜ਼ਾਦੀ ਸਾਡੀ ਬੁਝਾਰਤ ਬਣੀ ਕਿਉਂ ਗਰੀਬੀ ਗਰੀਬਾਂ ਦੀ ਕਿਸਮਤ ਬਣੀ ਕਿਉਂ ਹਨੇਰਾ ਅਸਾਂ ਦੇ ਕਰੀ ਫੈਲਿਆ ਚੰਦ ਲੋਕਾਂ ਦੇ ਮਹਿਲੀ ਰਹੇ ਰੋਸ਼ਨੀ ਮੀਲ ਪੱਥਰ ਬਣੇ ਜੋ ਸਦਾ ਵਾਸਤੇ ਸੇਧ ਲੈ ਕੇ ਜਿਨ੍ਹਾਂ ਤੋਂ ਤੁਰੇ ਕਾਫਲੇ ਲਾਟ ਬਣ ਕੇ ਜਗੇ ਤੇ ਜਗਾਉਂਦੇ ਰਹੇ ਉਹ ਸ਼ਹੀਦਾਂ ਦੇ ਘਰ ਕਿਉਂ ਨਾ ਦੀਵਾ ਜਗੇ ਉਹ ਸ਼ਹੀਦਾਂ ਦੇ ਘਰ ਕਿਉਂ ਨਾ ਦੀਵਾ ਜਗੇ ਉਹ ਸ਼ਹੀਦਾਂ ਦੇ ਘਰ ਕਿਉਂ ਨਾ ਦੀਵਾ ਜਗੇ ਪੰਜਾਬੀ ਦੀਆਂ ਇਹੀ ਗੱਲਾਂ ਰਹੀਆਂ ਵੰਡ ਉਹ ਸਾਹਮਣੇ ਦੇ ਸੱਜਣ ਕਾਨਾਂ ਨੇ। ਸਿਆ ਬਸ ਇਹਦੀਆਂ ਗੱਲਾਂ ਨਹੀਂ ਮੁੱਕਦੀਆਂ ਕਦੇ ਓਏ ਮਦੀਨਾ ਓਏ ਆ ਤਾਂ ਸ਼ਾਹ ਦੀ ਆਵਾਜ਼ ਲੱਗਦੀ ਆ ਯਾਰ ਲੱਗਦਾ ਤਾਂ ਦੀ ਹੁਣੇ ਤੇ ਆ। ਉਹ ਸੱਜਣ ਸਿਆ ਅੱਜ ਤੱਕ ਉਹ ਮਦੀਨਾ ਫਸ ਗਿਆ ਉਹ ਸੱਜਣ ਸਿਆ ਓਏ ਮਦੀਨਾ ਉਹ ਦੇਖੀ ਓਏ ਮਰ ਗਿਆ ਓ ਮਰ ਗਿਆ ਓ ਮਰ ਗਿਆ ਤੈਨੂੰ ਪਤਾ ਹੀ ਨਾ ਓ ਮਰ ਗਿਆ ਮਰ ਗਿਆ ਮਰ ਗਿਆ ਓਏ ਸ਼ਾਹ ਜਮੇ ਕੁੰਡੇ ਲੱਗਾ ਹੋਇਆ ਮਿਰਗੀ ਦੀ ਬਿਮਾਰੀ ਓਏ ਓਏ ਕਾਹਨੂੰ ਆ ਓਏ ਗੱਲ ਸੁਣ ਉਹ ਕਿਉਂ ਸੂਈ ਕੁੱਤੀ ਮੰਗਰੂ ਹੱਥੀ ਜਾਂਦਾ ਆ ਓਏ ਦੱਸਦਾ ਮੇਰਾ ਦੱਸ ਓ ਪਹਿਲਾਂ ਪਾਣੀ ਦਾ ਪਿਲਾ ਦੋ ਪਾਣੀ ਲਿਆ ਪਾਣੀ ਉਹ ਲਿਆਉਂਦੇ ਆ ਲਿਆ ਦੋ ਉਹ ਚੱਲੇ ਹੀ ਸ਼ਾਮ ਓਏ ਮਰ ਜੂ ਉਦੋਂ ਹੀ ਲਿਆ ਪਾਣੀ ਪੀ ਓਏ ਦਾ ਛੰਡੇ ਨਾਲ ਕੋਈ ਨਹੀਂ ਬਣਨਾ ਓਏ ਇਹਨੂੰ ਬਾਲਟੀ ਡਾਓ ਬਾਲਟੀ ਓ ਕਰ ਲੈ ਅਮਲੀਆ ਟਿਚਰਾ ਓਏ ਓ ਸਾਡੀ ਤਾਂ ਉਹ ਗੱਲ ਆ ਲੱਖ ਲਾਣਤ ਤੇ ਤਮਾ ਖਰਾਬ ਪਾਪੀ ਨੇ ਬਣਾਇਆ ਹੀ ਬੜਾ ਸਵਾਦ ਸੀ ਹੈ ਹਨਾ ਓਏ ਲੋਰਾ ਸੇ ਉਹਦੇ ਘਰ ਗਿਆ ਸਾ ਅੱਛਾ ਉਹਦੇ ਮੁੰਡੇ ਨੇ ਕੁੱਕੜ ਨੂੰ ਤੜਕਾ ਲਾ ਦਿੱਤਾ ਕਿਉਂ ਫੇ ਅੱਜ ਕੁੱਕੜ ਖਾ ਕੇ ਆਇਆ ਈ? ਅਗਲੇ ਨੇ ਭਾਵੇਂ ਕਾਂ ਖਵਾਤਾ ਹੋਏ ਸਾਲਾ ਕੁੱਕੜ ਨਾ ਲੱਗਦਾ ਉਹ ਕੁਝ ਵੀ ਹੋਵੇ ਸਰਦਾਰੋ ਖਾਣਾ ਪੀਣਾ ਵੀ ਤੁਸੀਂ ਉਹ ਜਾਣਦੇ ਹੋ ਸਾਡੇ ਘਰ ਤਾਂ 7 ਹੀ ਦਿਨ ਤੇ 14 ਡੰਗ ਆ ਮੂੰਗੀ ਦੀ ਦਾਲ ਉਹ ਵੀ ਤਣਕਿਓਂ ਬਗੈਰ ਥੋਮ ਗੰਡਾ ਕਰੇ ਆਇਆ ਨਹੀਂ ਤਾਂ ਸਾਡਾ ਧਰਮ ਭ੍ਰਿਸ਼ਟ ਲਓ ਹੋਰ ਸੁਣ ਲਓ ਅੱਗੇ ਬੜਾ ਹੈ ਧਰਮ ਸਾਂਭੀ ਬੈਠਾ ਵੱਡਾ ਧਰਮਰਾਜ ਦਾ ਪੁੱਤਰ ਅਲਾ ਭਾਈ ਮੈਂ ਨਾ ਨਹਾ ਕੇ ਥੋੜਾ ਠੰਡਾ ਹੋਵਾਂ ਹਾਂ। ਸਿਰ ਚ ਪਾਣੀ ਪੂਣੀ ਪਾਵਾਂ ਆ ਬਾਲਟੀ ਪਈ ਪਰੇ ਜਾ ਹੋ ਜਾ ਫੇ ਧਾਰ ਦੇ ਥੱਲੇ ਕੱਪੜੇ ਲਾ ਲੇਗਾ ਕਿ ਲਾਵਾਂ ਕੱਪੜੇ ਲਾ ਲਏਗਾ ਮੂੰਗੀ ਦੀ ਦਾਲ ਤੋਂ ਬਚਾ ਲਈ ਉਹ ਗੱਲ ਸੁਣ ਸੱਜਣ ਸਿਆ ਉਹ ਕੱਪੜੇ ਆਪਣੇ ਨੇ ਲਾ ਸਕਦਾ ਉਹ ਤਾਂ ਸਾਰੇ ਲੋਕਾਂ ਦੇ ਲਾਈ ਫਿਰਦਾ ਓਏ ਅਮਲੀਆ ਓਏ ਮੈਂ ਕਿਹਦੇ ਕੱਪੜੇ ਲਾ ਲੈਣੇ ਓਏ ਕਿਉਂ ਬਈ ਸੱਜਣ ਸਿਆ ਮੈਂ ਤੇਰੇ ਕਿਹੜੇ ਕੱਪੜੇ ਲਾ ਲੈਣੇ ਓਏ ਓਏ ਇਹਨੇ ਲੁਹਾਈ ਨਹੀਂ ਹੋਣੇ ਨਹੀਂ ਤਾਂ ਤੂੰ ਕਸਰ ਛੱਡਣੀ ਸੀ ਓਏ ਚੱਲ ਕੋਈ ਨਾ ਓਏ ਨਾ ਅਮਲੀਆ ਆ ਨੇ ਤੇਰਾ ਕੀ ਲਾ ਲਿਆ ਓਏ ਲੈ ਉਹ ਯਾ ਮੇਰਾ ਲਾਂਗ ਹੀ ਲਊ ਮੇਰੇ ਪੱਲੇ ਕੀ ਆ ਇੱਕ ਧੋਤੀ ਆ ਉਹ ਜਿਹੜਾ ਲਾਉ ਆਪੇ ਹੀ ਸ਼ਰਮ ਨਾਲ ਮਰ ਜਾਊ ਆਪਾਂ ਕਿਹੜਾ ਨਾ ਕਰਨੀ ਆ ਓਏ ਸ਼ਰਮ ਕਰ ਕਿਹੋ ਜਿਹੀਆਂ ਗੱਲਾਂ ਕਰਦਾ ਨਾ ਮੈਂ ਕਿਉਂ ਸ਼ਰਮ ਕਰਾਂ ਜਦ ਇਹਨਾਂ ਲਾਣ ਵਾਲਿਆਂ ਨੂੰ ਸ਼ਰਮ ਨਹੀਂ ਆਂਦੀ ਲੋਕਾਂ ਨੂੰ ਨੰਗ ਕਰਦਾ ਛਿੱਲ ਲਾ ਲਾ ਕੇ ਪਰ ਗੱਲ ਸੁਣ ਲਮਿਆ ਉਹ ਰੱਬ ਵੀ ਵੇਖਦਾ ਆ ਇੱਕ ਦਿਨ ਪਾਣੀ ਦੀ ਬੂੰਦ ਨੂੰ ਥਾਏ ਨਾ ਮਰੇ ਤਾਂ ਦੇਖੀ ਆ ਜਿੱਦਾਂ ਹੁਣ ਸ਼ਾਹ ਮਰਨ ਲੱਗਾ ਸੀ ਇਹਦੀ ਗੱਲ ਠੀਕ ਆ ਸੱਜਣਾ ਜੇ ਕਿਤੇ ਤੂੰ ਪਾਣੀ ਲਿਆ ਕੇ ਨਾ ਦਿੰਦਾ ਨਾ
ਸ਼ਾਹ ਤਾਂ ਚੱਲਿਆ ਸੀ ਧਰਮਰਾਜ ਦੀ ਕਚਹਿਰੀ। ਲੈ ਉਹ ਸ਼ਾਹ ਵਰਗੇ ਤਾਂ ਦੂਜਿਆਂ ਨੂੰ ਧਰਮਰਾਜ ਦੀ ਕਚਹਿਰੀ ਪਹੁੰਚਾਉਂਦੇ ਆ ਤੇ ਆਪ ਮੋੜਾਂਦੇ ਆ ਮਾਂ ਵਾਲੀਆਂ ਦਲੀਜਾਂ ਤੋਂ। ਓਏ ਅਮਲੀਆ, ਓਏ ਕਿਹਦੀ ਮਾਂ ਦੀਆਂ ਦਲੀਜਾਂ ਓਏ? ਓਏ ਤੇਰੀ ਮਾਂ ਦੀਆਂ ਹੋਰ ਕਿਹਦੀਆਂ? ਅਮਲੀਆ ਬਹੁਤ ਬੋਲਦਾ। ਹੁਣ ਕੀ ਹੋ ਗਿਆ? ਏ ਅਮਲੀਆ, ਆ ਡਿੱਗ ਪਿਆ ਕੁਝ? ਆ ਫੜਾਈ। ਫੜਾਈ ਅਮਲੀਆ ਮਦਦ ਕਰ। ਫੜਾਈ ਇਹ ਕੀ ਫੜਾਵਾ? ਆ ਫੜ ਨਹੀਂ। ਓਏ ਇਹ ਨਹੀਂ। ਅੱਛਾ ਲੱਭ ਕੇ ਦੱਸਦਾ, ਲੱਭ ਕੇ ਦੱਸਦਾ। ਹੈ ਜੱਗ ਡਿੱਗ ਪਿਆ ਕੁਛ? ਉਹ ਆ ਉਹ ਪਿਆ ਠਹਿਰ ਹੋਣਾ। ਜਾ। ਉਹ ਲਈ ਕਾਲਾ ਪੈ ਜਾਂਦਾ ਤੂੰ ਮੇਜਾ ਹੈ। ਓਏ ਖੜ ਨਹੀਂ ਹੁੰਦਾ। ਉਹ ਦੇਖ ਤਾਂ ਸਭ ਕੁਝ ਲਿਆ, ਉਹ ਇੱਕ ਕੋਈ ਜਗ੍ਹਾ ਬਚਦੀਆਂ। ਮੈਨੂੰ ਜਰਾ ਨਾ ਝਾਤੀ ਮਾਰ ਲੈਣ ਦੇ। ਓਏ ਅਮਲੀਆ, ਹਾਂ ਓਏ ਤੈਨੂੰ ਛੱਡੋ ਕਿਤੇ ਵੜ ਜਾਣਾ ਕਿਤੇ। ਹੁਣ ਕੀ ਓਏ ਹੋ ਗਿਆ? ਧੋਤੀ ਦਾ ਲੜ। ਤੇ ਪਹਿਲਾਂ ਨਹੀਂ ਸੀ ਬੱਕਿਆ ਜਾਂਦਾ ਕਿ ਧੋਤੀ ਨਾਲ ਲੜ। ਇੰਨਾ ਔਖਾ ਹੋ ਕੇ ਮੈਂ ਇੱਧਰ ਆਇਆ। ਉਹ ਠਹਿਰ ਜਾ। ਤੇਰਾ ਕੀ ਕਰੀਏ? ਓਏ ਠਹਿਰ ਜਾ। ਰੱਬ ਤੇਰਾ ਭਲਾ ਕਰੇ। ਓਏ ਹੋਏ 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 ਹੋਏ। ਓਏ ਲੀੜਾ ਵੀ ਧੋ ਲਿਆ ਕਰ। ਠਹਿਰ, ਭੌਂਕ ਕਿੰਨਾ ਆਂਦਾ। ਉਹ ਤੇਰਾ ਭਲਾ ਹੋਵੇ। ਉਹ ਠਹਿਰ ਜਾ ਓਏ। ਓਏ ਫੜਾ ਦੇ, ਓ ਫੜਾ ਦੇ। ਬਾਬਾ ਫੜਾ ਦੇਣਾ। ਉਹ ਚੱਜ ਨਾ ਤੈਨੂੰ ਬੋਲ। ਕੋਈ ਕੰਮ ਪੁੱਛਦਾ ਲਾਓ। ਲੈ ਮੈਂ ਤੂੰ ਪੂਰਾ ਗ੍ਰੰਥ ਲਿਖਣ ਬੈਠ ਜਾਣਾ। ਲੈ ਚੱਜ ਨਾ ਬਾਹਨੂੰ। ਹਾਂ ਮੈਂ ਜਾ ਬੈਠ। ਹਾਂ ਓਏ ਅਮਲੀਆ, ਹਾਂ ਹੁਣ ਮੇਰੀ ਜੁੱਤੀ ਤਾਂ ਲੱਭ ਕਿਤੇ ਇੱਥੇ। ਉਹ ਜੁੱਤੀ ਤੇਰੇ ਕੋਲ ਪਈਆਂ ਢਿੱਡਣਾ ਜਿਹਾ। ਉਹ ਫੜਾ ਦੇ। ਚੱਕ ਲੈ। ਚੱਕੀ ਨਹੀਂ ਜਾਂਦੀ ਢਿੱਡ ਅੱਗੇ ਆ ਜਾਂਦਾ। ਜਦ ਮੈਂ ਆਇਆ ਸੀ ਤਾਂ ਦੋਨੋਂ ਜੁੱਤੀਆਂ ਸੀ ਕਿੱਥੇ? ਲੱਭ ਓਏ ਕਿਤੇ। ਓਏ ਹੈਗੀਆਂ ਤਾਂ ਨੇੜੇ ਪਈਆਂ, ਪਰ ਗੱਲ ਸੁਣ, ਇਹ ਸਭ ਤੋਂ ਔਖਾ ਕੰਮ ਹੈ ਤੇਰੀ ਜੁੱਤੀ ਨੂੰ ਹੱਥ ਲਾਉਣਾ। ਓਏ ਨਸ਼ਾ ਜਿਹੜਾ ਉਨਾ ਨਹੀਂ ਚੜਦਾ ਜਿੰਨਾ ਤੇਰੀ ਜੁੱਤੀ ਸੁੰਘ ਕੇ ਚੜ ਜਾਂਦਾ ਆ। ਉਹ ਨਸ਼ੇ ਤੋਂ ਬਿਨਾ ਵੀ ਕੋਈ ਕੰਮ ਕਰ ਲਿਆ ਕਰ ਓਏ। ਨਾ ਬਹੁਤ ਬੋ ਆਦੀਆਂ। ਓਏ ਹੋਏ 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 ਓਏ ਹੋਏ ਆ ਫੜਾ ਦੇ ਓਏ। ਓਏ ਹੋਏ 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 ਹੋਏ। ਉਹ ਦੂਆ ਪੈਰ ਵੀ ਲੱਭ। ਉਹ ਕਿਉਂ ਮੈਨੂੰ ਅੱਜ ਨਸ਼ੇ 'ਚ ਮਾਰਨ ਲੱਗਾ ਆ? ਆ ਲੱਭ ਲੱਭ ਅਮਲੀਆ ਲੱਭ। ਤੂੰ ਹੀ ਮੇਰੇ ਕੰਮ ਦਾ ਬੰਦਾ ਇੱਕ। ਠਹਿਰ ਜਾ ਯਾਰ, ਠਹਿਰ ਜਾ। ਓਹ ਓ ਬੱਲੇ 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 ਬੱਲੇ। ਉਹ ਬੱਲੇ ਉਹ ਸ਼ਾਨੀ। ਓਏ ਅਮਲੀਆ। ਬਾਟਾ ਕੰਪਨੀ ਦੀ ਜੁੱਤੀ। ਆਏ ਹਾਏ ਹਾਏ। ਲੈ ਫੜ ਲੈ। ਹਵਾਦਾਰ ਰੱਖੀ ਆ। ਓਏ ਅਮਲੀਆ ਅਮਲੀਆ, ਇਹ ਬਾਟਾ ਦੀ ਨਹੀਂ ਚਾਨਣੀ ਜੁੱਤੀ ਕਹਿ, ਚਾਨਣੀ। ਅੱਛਾ ਉਹ ਚਾਨਣੀਆਂ ਜੁੱਤੀਆਂ ਵੀ ਤੁਹਾਨੂੰ ਹੀ ਸੌਂਦੀਆਂ ਨੇ ਸਰਦਾਰੋ। ਸਾਡੇ ਭਾਗਾਂ ਵਿੱਚ ਖਾਣਾ ਹਟਾਣਾ ਕਿੱਥੇ। ਆਹੋ ਇਹ ਦੋਨੋਂ ਖਾਂਦੇ ਪੀਂਦੇ ਆ। ਉਹ ਤਾਂ ਹੀ ਤੇਰੀਆਂ ਅੱਖਾਂ 'ਚ ਰੜਕਦੇ ਆ। ਓਏ ਅਮਲੀ ਤਾਂ ਅੱਜ ਗਿੱਟਿਆਂ ਤੇ ਲਗਾਉਂਦਾ। ਉਹ ਲਗਾਵੇ ਕਿਉਂ ਨਾ। ਮੈਂ ਇਹਦੀ ਤੀਵੀਂ ਦੀਆਂ ਟੁੰਬਾਂ ਜੋ ਲਾ ਨਹੀਂ ਜਾਂਦੇ। ਓਏ ਸ਼ਾਹ, ਓਏ ਤੀਵੀਂ ਕਹਿੰਦੀ ਉਹ ਛੜੇ ਆਏ ਸੀ, ਛੜੇ ਚਲੇ ਜਾਣਾ। ਇਸੇ ਕਰਕੇ ਤੇਰੇ ਥੱਲੇ ਨਹੀਂ ਲੱਗਦੇ। ਇਹ ਤਾਂ ਇਲਮਦੀਨ ਵਰਗੇ ਆ ਜਿਹੜੇ ਤੇਰੇ ਦਰ ਦੇ ਗੇੜੇ ਲਾਉਂਦੇ ਆ। ਓਏ ਅਮਲੀਆ ਤੂੰ ਆਪਣੀ ਗੱਲ ਕਰ, ਮੈਨੂੰ ਵਿੱਚ ਕਿਉਂ ਲਿਆਉਣਾ? ਉਹ ਬਈ ਲਿਆਵੇ ਕਿਉਂ ਨਾ। ਅਮਲੀ ਵਿਚਾਰੇ ਨੂੰ ਤਾਂ ਇੱਕ ਨਸੀਬ ਨਹੀਂ ਹੋਈ ਤੇ ਤੂੰ ਦੋ ਸੰਭੀ ਫਿਰਦਾ। ਹਾਂ ਦੋ ਸਾਂਭੀ ਫਿਰਦਾ। ਉਹ ਵੀ ਇਹਦੇ ਬਾਲਾਂ ਨੂੰ ਆਨੀਆਂ। ਜੇ ਨਹੀਂ ਵਿਸ਼ਵਾਸ ਪੱਗ ਲਵਾ ਕੇ ਦੇਖ, ਜੇ ਇੱਕ ਵੀ ਬਚਿਆ ਹੋਵੇ ਤਾਂ। ਓਏ ਤੂੰ ਆਪਣੇ ਸਾਂਭ ਕੇ ਰੱਖ। ਲੈ ਉਹ ਸਾਡੇ ਕੋਈ ਉੱਗਿਆ ਹੀ ਨਹੀਂ ਤੇ ਸਾਹਮਣਾ ਕੀ ਆ। ਸਾਡੀ ਤਾਂ ਉਹ ਗੱਲ ਹੈ ਕਾਨੂੰ ਦਿੰਦੀ ਏ ਚੰਦਰੀਏ ਗਾਲਾਂ। ਉਹ ਛੜੇ ਦਾ ਕਿਹੜਾ ਪੁੱਤ ਮਰ ਜਾਊ। ਇਹ ਇਲਮ ਦੀ ਨੀਂਦੀਆਂ ਦੋਨੋਂ ਨਾ ਜਿਹੜੀਆਂ ਜਿਦਮ ਜਿੱਦੀ ਕਤੀੜ ਜੰਮੀ ਜਾਂਦੀਆਂ। ਇੱਕ ਵਾਰੀ ਵੱਡੀ ਹੋ ਲੈਣ ਦੇ ਨਾ। ਤੇਰੇ ਦਰ ਤੇ ਨੱਕ ਰਗੜਿਆ ਨਾ ਤਾਂ ਮੈਨੂੰ ਕਹਿ ਨਹੀਂ। ਓਏ ਅਮਲੀਆ, ਜੇ ਆਪਣੇ ਇਲਮਦੀਨ ਨੂੰ ਕੋਈ ਲੋੜ ਆ ਪਈ ਤਾਂ ਆਪਾਂ ਨਾ ਥੋੜੀ ਕਰਨੀ ਆ। ਹਾਂ ਆਪਾਂ ਤਾਂ ਪਹਿਲਾਂ ਹੀ ਛਿੱਲ ਲਾਉਣ ਨੂੰ ਤਿਆਰ ਹੁੰਨੇ ਆ। ਓਏ ਅਮਲੀਆ, ਸਾਰੀਆਂ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਤੂੰ ਸਾਡੇ ਨਾਲ ਮਿਲ ਵਰਤ ਕੇ ਤਾਂ ਵੇਖ। ਆਹੋ ਅਮਲੀਆ, ਇੱਕ ਵਾਰੀ ਵਰਤ ਕੇ ਦਾ ਦੇਖ ਸ਼ਾਹ ਨਾਲ। ਵਰਤ ਲਾਂਗੇ ਜਦੋਂ ਕਿਤੇ ਮਾਵੇ ਤੋਂ ਟੁੱਟੇ। ਉਹ ਇੱਕ ਕੋਠਾ ਆ ਲਵਾ ਦਾਂਗੇ ਇਹਦੇ ਨਾਲ। ਇਹ ਕਰ ਲੈ ਆਪਣੀਆਂ ਲੱਤਾਂ ਮੋਖ ਲੀਆਂ। ਉਹ ਸਾਡਾ ਕੀ ਆ,
ਅਸੀਂ ਤਾਂ ਖੁੱਲੇ ਅਸਮਾਨ 'ਚ ਹੀ ਖੁਸ਼ ਆ। ਅੱਛਾ ਬਈ ਇਲਮਦੀਨਾ ਤੇ ਸੱਜਣ ਸਿਆ ਬਈ ਆ ਤੁਹਾਡਾ ਖੂਹ ਹੈ ਸਵਰਗ ਦਾ ਝੂਟਾ ਬਈ। ਉਹ ਵੇਖੀ ਸ਼ਾਹ ਇਸ ਵਰਗ ਨੂੰ ਕਿਤੇ ਨਰਕ ਨਾ ਬਣਾ ਦੇਵੀਂ। ਰਾਮ 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 ਬਾਬਾ ਜੀ ਰਾਮ ਰਾਮ। ਤੁਸੀਂ ਕੀ ਗੱਲ ਕਹਿ ਦਿੱਤੀ ਹੈ? ਰਾਮ ਰਾਮ ਬਈ ਰਾਮ ਰਾਮ। ਕੁਝ ਨਜ਼ਰਾਂ ਹੀ ਐਸੀਆਂ ਹੁੰਦੀਆਂ ਨੇ ਜਿਹੜੀਆਂ ਹਰਿਆਂ ਨੂੰ ਪੀਲਿਆਂ ਕਰ ਦਿੰਦੀਆਂ ਨੇ। ਉਹ ਮੈਂ ਤਾਂ ਇਸੇ ਕਰਕੇ ਕਿਹਾ ਵੀ ਆਪਣੀ ਨਜ਼ਰ ਆ ਖੂਹ ਵੱਲ ਸਵੱਲੀ ਰੱਖੀ। ਅੱਛਾ ਬਈ ਇਲਮਦੀਨਾ ਸੱਜਣ ਸਿਆ ਤੁਸੀਂ ਪਾਣੀ ਪਿਆ ਕੇ ਬਚਾ ਲਿਆ। ਜੇ ਤੁਹਾਨੂੰ ਕੋਈ ਮੇਰੇ ਗੋਚਰਾ ਕੰਮ ਹੋਇਆ ਤਾਂ ਦੱਸਣੋ ਨਾ ਨਾ ਕਰਨਾ। ਮੈਂ ਨਹੀਂ ਮੋਢਾ ਮੋੜਨ ਵਾਲਾ ਹਾਂ। ਆਹੋ ਇਹ ਨਹੀਂ ਮੋਢਾ ਮੋੜਨ ਵਾਲਾ, ਇਹ ਤਾਂ ਤੁਹਾਨੂੰ ਦੋਨਾਂ ਨੂੰ ਮੋਢਾ ਦੇ ਕੇ ਧੁਰ ਪਹੁੰਚਾ ਕੇ ਆਉਂਗਾ। ਠੀਕ ਆਂਦਾ ਏ ਆਲਾ ਸਿਆ, ਤੂੰ ਤਾਂ ਸ਼ਾਹ ਦੇ ਪੋਤੜਿਆਂ ਨੂੰ ਪਛਾਣਦਾ ਏ। ਹੁਣ ਉਹ ਆਂਦਾ ਸੀ ਵੀ ਇਹ ਤੂਤਾਂ ਵਾਲਾ ਖੂਹ ਸਵਰਗ ਹੈ ਸਵਰਗ। ਹੁਣ ਸ਼ਾਹ ਨੂੰ ਕੀ ਪਤਾ ਵੀ ਇਸ ਸਵਰਗ ਨੂੰ ਉਸਾਰਨ ਲਈ ਸੱਜਣ ਸਿੰਘ ਦੇ ਬਾਪੂ ਚੰਦਾ ਸਿਉ ਤੇ ਇਲਮਦੀਨ ਦੇ ਅੱਬਾ ਚਿਰਾਗਦੀਨ ਨੂੰ ਕੀ ਕੀ ਜਫਰ ਜਾਣਨੇ ਪਏ। ਦੋਵਾਂ ਦੀ ਭਰਾਵਾਂ ਤੋਂ ਵੱਧ ਕੇ ਦੋਸਤੀ ਸੀ। ਸਾਰੀ ਉਮਰ ਪੱਕੀ ਦੋਸਤੀ ਨਿਭਾਈ। ਨਵਾਈ ਬਾਬਾ ਜੀ, ਉਹ ਪਿੰਡ ਵਾਲੇ ਤਾਂ ਕਹਿੰਦੇ ਆ ਉਹਨਾਂ ਨੇ ਦੋਸਤੀ ਠੋਕ ਕੇ ਨਵਾਈ। ਦੋਵੇਂ ਲਾਹੌਰ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਲਾਹੌਰ ਗੱਡੀ ਪਾਉਂਦੇ ਸੀ। ਆਹੋ ਬਾਬਾ ਜੀ, ਇੱਕ ਵਾਰੀ ਮੈਂ ਤੇ ਅਲਮਾ ਛੋਟੇ ਹੁੰਦੇ ਵੀ ਬਾਪੂ ਤੇ ਚਾਚੇ ਨਾਲ ਲਾਹੌਰ ਗਏ ਸਾਂ। ਓਏ ਓਏ ਉਹ ਤੁਸੀਂ ਦੋਨੋਂ ਲਾਹੌਰ ਗਏ ਸੀ? ਉਹ ਇਲਮੀਆ ਤੂੰ ਵੀ ਗਿਆ ਸੀ? ਤੇ ਆਹੋ ਗਿਆ ਸੀ। ਉਹ ਫਿਰ ਤੁਸੀਂ ਉਸ ਬਾਜ਼ਾਰ ਗਏ ਸੀ? ਕਿਹੜੇ ਓਏ? ਓਏ ਜਿੱਥੇ ਨਾ ਓਏ ਠੁਮਕ 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 ਕਰਕੇ ਨੱਚਦੀਆਂ ਆ। ਉਹ ਨਹੀਂ ਓਏ, ਨਹੀਂ ਓਏ, ਫਿਰ ਤੁਸੀਂ ਲਾਹੌਰ ਕੀ ਦੇਖਿਆ ਹੈ? ਜੰਮ ਕੇ ਗਵਾਇਆ। ਕੋਮਲੀਆ ਤੂੰ ਚੁੱਪ ਕਰ। ਤੇ ਬਾਬਾ ਜੀ ਵਾਪਸੀ ਤੇ ਛਾਉਣੀ ਆਏ, ਗੋਰਿਆਂ ਨੇ ਗੱਡੀ ਰੋਕ ਲਈ, ਅਖੇ ਬਗਾਰ ਲਿਜਾਣੀ ਆ। ਉਹ ਬਾਪੂ ਤੇ ਚਾਚਾ ਤਾਂ ਉਹਨਾਂ ਨੂੰ ਦੇਖ ਕੇ ਇੱਧਰ ਉੱਧਰ ਹੋ ਗਿਆ, ਢੜਕੇ ਆ ਗਿਆ ਮੈਂ ਤੇ ਅਲਮਾ। ਅਲਮੇ ਦੀਆਂ ਤੇ ਉਹਨਾਂ ਨੂੰ ਦੇਖ ਕੇ ਡਾਟਾ ਹੀ ਨਿਕਲ ਗਈਆਂ। ਲੈ ਉਹ ਮੇਰੀਆਂ ਡਾਟਾ ਕਦੋਂ ਨਿਕਲੀਆਂ ਸੀ? ਨਾਲੇ ਜੇ ਨਿਕਲੀਆਂ ਵੀ ਸੀ ਤਾਂ ਤੇ ਤੋਂ ਬਾਅਦ ਚ। ਆਹੋ ਉਹ ਦੋ ਸੂਰਮੇ ਜੋ ਇਕੱਠੇ ਹੋ ਗਏ ਸੀ, ਸਾਲੇ ਨਲੀ ਚੋਚੋਂ ਜੇ। ਕੋਮਲੀਆ ਤੂੰ ਵਿੱਚ ਨਾ ਬੋਲ। ਬਾਬਾ ਜੀ ਗੋਰਾ ਲਾ ਪਿਆ ਅੰਗਰੇਜ਼ੀ ਚ ਗਾਲਾਂ ਦੇਣ। ਕਹਿੰਦਾ ਹੋਣਾ ਯੂ ਡੈਮ ਬਲੱਡੀ ਦੀ ਲਾਲਟਣ। ਓਏ ਅਮਲੀਆ ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਦੋਨੋਂ ਹਰਾਮ ਦੇ ਹੋ। ਓਏ ਅਮਲੀਆ, ਓਏ ਤੈਨੂੰ ਕੀ ਪਤਾ? ਤੈਨੂੰ ਕਿਹੜਾ ਅੰਗਰੇਜ਼ੀ ਆਉਂਦੀ ਆ? ਉਹ ਦੇਖ, ਅੰਗਰੇਜ਼ੀ ਭਾਵੇਂ ਆਂਦੀ ਹੋਵੇ ਭਾਵੇਂ ਨਾ, ਬੰਦਾ ਦੇਖ ਕੇ ਪਛਾਣ ਲੈਂਦਾ ਕਿ ਕਿਹੜੀ ਗਾਲ ਕੱਢੂ। ਓਏ ਸਾਰੀ ਉਮਰ ਗਾਲਾਂ ਹੀ ਤਾਂ ਖਾਂਦੇ ਆਏ ਆ। ਥਾਣੇਦਾਰ ਦੀ ਗਾਲ ਹੋਰ ਤਰ੍ਹਾਂ ਦੀ, ਠਹਿਰ ਤੇਰੀ ਭੈਣ ਦੀ, ਤੇ ਉਹ ਚੂੜੇ ਵਾਲੇ ਦੀ ਚਾ ਖਸਮਾਂ ਨੂੰ ਖਾਣਾ। ਯਾਨੀ ਕਿ ਗਾਲ ਹੀ ਨਹੀਂ ਲੱਗਦੀ। ਤੇ ਉਹ ਝਾੜੂ ਵਾਲੀਆਂ ਧਰਮਨਾ ਉਹ ਤਾਂ ਮੋਰ ਬਣਾ ਦਿੰਦੀਆਂ। ਉਹ ਆਲਾ ਸਿਆ, ਤੂੰ ਤਾਂ ਆਪਣੀਆਂ ਹੀ ਗੱਲਾਂ ਲੈ ਕੇ ਬਹਿ ਗਿਆ। ਓਏ ਮੈਂ ਤਾਂ ਆ ਤੂਤਾਂ ਵਾਲੇ ਸ਼ੂ ਦੀ ਗੱਲ ਕਰਦਾ ਸੀ, ਜਿਹੜਾ ਚੰਦਾ ਸਿਉ ਤੇ ਚਿਰਾਗਦੀਨ ਦੀ ਸਾਂਝੀ ਜ਼ਮੀਨ 'ਚ ਲੱਗਿਆ ਹੋਇਆ। ਜਦੋਂ ਇਹ ਤੂਤ ਲੱਗੇ ਨਾ, ਉਦੋਂ ਮੈਂ ਵੀ ਇੱਥੇ ਹੀ ਸਾਂ। ਆਹੋ ਬਾਬਾ ਜੀ, ਮੈਂ ਤੇ ਅਲਮਾ ਹੀ ਉਹ ਖੜਕ ਸਿੰਘ ਦੇ ਵਿਹੜੇ ਵਾਲੇ ਤੂਤਾਂ ਦੇ ਲਾਗਿਓਂ ਬੂਟੇ ਪੱਟ ਕੇ ਲਿਆਏ ਸੀ। ਤੇ ਚਾਚਾ ਨੀਰਾ ਵੀ ਇੱਥੇ ਸੀ। ਕਹਿੰਦਾ ਇੱਕ ਪਾਸੇ ਲਾਏ ਸੱਜਣ, ਦੂਜੇ ਪਾਸੇ ਇਲਮਾ, ਤਾਂ ਜੋ ਜਦੋਂ ਇਹ ਤੂਤ ਵੱਡੇ ਹੋ ਜਾਵਣ, ਵੰਡਣ ਲੱਗੇ ਕੋਈ ਮੁਸ਼ਕਲ ਨਾ ਆਵੇ। ਬਈ ਅਸਕੇ ਜਾਈਏ ਇਹਦੇ ਬਾਪੂ ਚੰਦਾ ਸਿਉ ਦੇ। ਕਹਿੰਦਾ ਚਾਚਾ ਮੈਂ ਤੇ ਚਿਰਾਗਦੀਨ ਨੇ ਸਾਰੀ ਉਮਰ ਇਕੱਠਿਆਂ ਲੰਘਾਈਏ। ਅਸੀਂ ਦੋਵੇਂ ਚਾਹੁੰਦੇ ਆ ਕਿ ਸਾਡੇ ਮੁੰਡਿਆਂ ਵਿੱਚ ਰਤਾ ਵੀ ਫਰਕ ਨਾ ਪਵੇ। ਉਹਨੇ ਖੂਹ ਦੇ ਪਰਲੇ ਪਾਸੀ ਪਾਈ ਟੋਈਆਂ। ਕਹਿੰਦਾ ਇੱਥੇ ਲਾਵੇ ਸੱਜਣ, ਉੱਥੇ ਲਾਵੇ ਇਲਮਾ, ਇੱਥੇ ਲਾਵੇ ਸੱਜਣ। ਬਈ ਇਹ ਨਾ ਪਤਾ ਲੱਗੇ ਵੀ ਕਿਹੜਾ ਤੂਤ ਸੱਜਣ ਦਾ ਤੇ ਕਿਹੜਾ ਇਲਮੇ ਦਾ। ਪੁੱਤਰੋ ਇਹ ਇਸੇ ਸਾਂਝ ਦਾ ਹੀ ਨਤੀਜਾ ਆ ਕਿ ਇਹਨਾਂ ਤੂਤਾਂ ਦੀ ਛਾਂ ਦੀ ਬਰਕਤ ਆ ਸਾਰੇ ਪਿੰਡ ਤੇ ਆ। ਉਹ ਬਰਕਤ ਬਣ ਗਈ ਬਰਕਤ ਬਾਬਾ ਜੀ। ਉਹ ਮੇਰਾ ਤਾਂ ਇੱਥੋਂ ਜਾਣ ਨੂੰ ਹੀ ਜੀ ਨਹੀਂ ਕਰਦਾ।
ਨਾਲੇ ਬਾਬਾ ਜੀ ਘਰ ਕਿਹੜਾ ਮੈਨੂੰ ਕੋਈ ਚੂੜੇ ਵਾਲੀ ਉਡੀਕਦੀ ਆ। ਪੁੱਤਰੋ ਇਹਨਾਂ ਤੂਤਾਂ ਦੀ ਰਾਖੀ ਖਬਰਦਾਰ ਹੋ ਕੇ ਕਰਨਾ। ਕਦੇ ਕਿਸੇ ਸੱਪ ਨੂੰ ਇਜਾਜ਼ਤ ਨਾ ਦੇਣਾ ਕਿ ਇਹਨਾਂ ਦੀਆਂ ਜੜ੍ਹਾਂ ਵਿੱਚ ਆਪਣੀ ਖੁੱਡ ਬਣਾ ਸਕੇ। ਅੱਛਾ ਪੁੱਤਰੋ ਹੁਣ ਮੈਂ ਚੱਲਦਾ। ਉਹ ਹਾਂ ਸੱਚ ਆਲਾ ਸਿਆ, ਹਾਂਜੀ ਬਾਬਾ ਜੀ। ਤੂੰ ਵੀ ਚੱਲ ਮੇਰੇ ਨਾਲ। ਕਿੱਥੇ ਬਾਬਾ ਜੀ? ਉਹ ਲੱਡੂ ਭਲਵਾਨ ਤੇਰੀ ਸ਼ਿਕਾਇਤ ਕਰਦਾ ਸੀ। ਨਾ ਲੱਡੂ ਭਲਵਾਨ ਮੇਰੀ ਕਾਹਦੀ ਸ਼ਿਕਾਇਤ ਕਰਦਾ ਸੀ? ਮੈਂ ਕਿਹੜੀ ਉਹਦੀ ਬੱਕਰੀ ਖੋਲ ਲਿਆ। ਉਹ ਭਲਿਆ ਮਾਵੇ ਦੀ ਡੱਬੀ ਲੈ ਹੋਏਗਾ ਤੇ ਪੈਸੇ ਪਹੁੰਚਦੇ ਨਹੀਂ ਕਰੇ ਹੋਣੇ। ਬਾਬਾ ਜੀ ਪੈਸੇ ਕਾਹਦੇ? ਪਤਾ ਨਹੀਂ ਐਰ ਕੀ ਡੱਬੀ ਵਿੱਚ ਕੀ ਮਿਲਾ ਕੇ ਦੇਤਾ। ਘੋੜੇ ਦੀ ਲਿੱਦ ਕਿ ਚੂਹੇ ਦੀਆਂ ਮੀਂਗਣਾ। ਧਰਮਾ ਨਸ਼ਾ ਜਿਹਾ ਹੀ ਨਹੀਂ ਹੁੰਦਾ। ਚਲੋ ਬਾਬਾ ਜੀ ਮੈਂ ਚੱਲਦਾ। ਸਮਝਦਾ ਆਪਣੇ ਆਪ ਨੂੰ ਵੱਡਾ ਭਲਵਾਨ। ਉਹ ਮੈਂ ਉਹ ਤੋਂ ਘਾਟਿਆ। ਇਲਮਿਆ ਚੱਲਿਆ ਜੇ ਤੁਹਾਡਾ ਯਾਰ ਆਲਾ ਸੋ ਅੱਜ। ਚੱਲ। ਚੰਗਾ ਬਈ ਸੱਜਣ ਸਿਆ, ਮਿਲਾਂਗੇ ਫਿਰ। ਅੱਜ ਭਲਵਾਨ ਨੂੰ ਦੇਖ ਹੀ ਲੈਨੇ ਆ। ਚਲੋ ਬਾਬਾ ਜੀ। ਹਾਂ ਉਹ ਬਾਬਾ ਜੀ ਮੈਂ ਜਰਾ ਖੇਤ ਵੱਲ ਗੇੜਾ ਮਾਰਿਆ ਵਾ। ਹੈ ਜੇ ਮੈਂ ਪਹੁੰਚ ਗਿਆ ਤਾਂ ਠੀਕ ਹੈ, ਜੇ ਨਾ ਪਹੁੰਚਿਆ ਨਾ ਤਾਂ ਮੇਰੀ ਫਿਰ ਫਤਿਹ ਬੁਲਾ ਦਿਓ। ਇਹ ਨਾ ਆਇਆ। ਐਲਮਿਆ ਮੈਂ ਜਰਾ ਗੇੜਾ ਮਾਰਿਆ ਵਾਂ, ਤੂੰ ਨੱਕਾ ਮੋੜਦਾ ਰਹੀਂ। ਠੀਕ ਆ। ਉਹ ਜੇ ਘਰ ਚੱਲਿਆ ਤਾਂ ਉਧਰ ਵੀ ਕਹੇ ਆ ਵੀ ਰੋਟੀ ਲੈ ਕੇ ਨਾ ਆਵੇ। ਹੁਣ ਤਾਂ ਲੋੜ ਹੀ ਨਹੀਂ ਹੈਗੀ, ਬਥੇਰੇ ਅਮਰੂਦ ਖਾ ਲਏ ਪਹਿਲਾਂ। ਬੜੀ ਲੰਬੀ ਉਮਰ ਆ ਜੈਨਾ ਭਾਬੀ ਤੇਰੀ। ਸਾਡਾ ਭਰਾ ਹੁਣੇ ਹੀ ਯਾਦ ਪਿਆ ਕਰਦਾ ਸੀ। ਤੇ ਤੂੰ ਕਿੱਧਰ ਤੁਰ ਚੱਲਿਆ? ਆ ਜਾ ਬਹਿ ਜਾ, ਤੇਰੇ ਵਾਸਤੇ ਵੀ ਲੈ ਆਈ ਆ। ਆ ਜਾ ਸੱਜਣਾ ਆ ਜਾ। ਆ ਲੋ ਖਾ ਲੋ ਦੋਨੋਂ ਜਾਣੇ। ਮੈਨੂੰ ਇੱਕੋ ਹੀ ਰੋਟੀ ਦੇਈ ਵੇ। ਆ ਲੋ। ਉਹ ਜਿੰਨੀ ਲੋੜ ਆ ਖਾ ਲਈ। ਮੈਂ ਵੀ ਇੱਕੋ ਹੀ ਰੋਟੀ ਖਾਣੀ ਆ ਸੱਜਣਾ। ਮੈਂ ਤਾਂ ਨਾ ਜੈਨਾਂ ਨੂੰ ਦੇਖ ਕੇ ਹੀ ਰੱਜ ਜਾਣਾ। ਦਾ ਬਣ ਲਈਏ ਵੇ। ਮੇਰੀ ਗੱਲ ਸੁਣ ਕੇ ਤਾਂ ਗੁੱਸਾ ਕਰ ਜਾਂਦੀ ਆ। ਪਤਾ ਨਹੀਂ ਅੰਦਰੋਂ ਖੁਸ਼ੀ ਹੁੰਦੀ ਹੋਵੇ। ਆ ਲੈ ਸੱਜਣ ਅਲਮਿਆ। ਆਹਾ ਯਾਰਾ ਤੂੰ ਵੀ ਇੱਕ ਗੰਢਾਲੇ ਰਾਤ ਦਾ। ਚੱਕ। ਕਿਰਤਾਂ ਕਰ ਵੰਡ ਛਕਣ ਦੀ ਗੁੜਤੀ ਪਾਈ ਜਿਸ ਦੇ ਜੀਆਂ। ਦੁੱਧੀ ਨਾਵਣ ਪੁੱਤੀ ਖੇਲਣ ਭਾਗਾਂ ਭਰੀਆਂ ਧੀਆਂ। ਰੀਸ ਬਹਿਸ਼ਤਾਂ ਨੇ ਕੀ ਕਰਨੀ ਧਰਤੀ ਦੀ ਇਸ ਜੂਦੀ। ਰੀਸ ਨਹੀਂ ਬਈ ਜਗ ਤੇ ਕੋਈ ਤੂਤਾਂ ਵਾਲੇ ਖੂਦੀ। ਰੀਸ ਨਹੀਂ ਬਈ ਜਗ ਤੇ ਕੋਈ ਕੀ ਤੂਤਾਂ ਗੱਲ ਜੈਨਾ ਅੱਜ ਕੋ ਚੁੱਪ ਹੈ? ਭਰਾਵਾ ਚੁੱਪ ਹੀ ਹੋਣਾ ਹੈ। ਮਾਪਿਆਂ ਨੇ ਵਿਆਹ ਕੇ ਤੇਰੇ ਭਰਾ ਦੇ ਲੜ ਲਾਇਆ, ਪਰ ਉਹ ਇਹਦੀ ਲੱਗਦੀ ਜਿਹੜੀ ਦੂਜੀ ਹੈ ਨਾ, ਜਦੋਂ ਬੋਲੂਗੀ ਮੇਰੇ ਤਾਨੇ ਅੰਦਰੋਂ ਅੰਦਰ ਛੁਰੀਆਂ ਹੀ ਚਲਾਉਂਦੀ ਰਹਿੰਦੀ ਹੈ। ਮੈਂ ਤਾਂ ਤੰਗ ਆ ਗਈ ਐ ਇਸ ਜਿਉਣੇ ਤੋਂ। ਹੁਣ ਰੋ ਕੇ ਵਿਖਾ ਦਿਓ ਉਹਨੂੰ। ਮੇਰੀ ਰੋਂਦੀ ਆ ਜੁੱਤੀ। ਉਹ ਤੇਰੇ ਕੋਲ ਚੁੱਪ ਨਹੀਂ ਰਿਹਾ ਜਾਂਦਾ। ਇੱਕ ਬੰਦਾ ਪਹਿਲਾਂ ਦੁਖੀ ਹੋਵੇ ਉਤੋਂ ਬਲਦੀ ਤੇਲ ਪੈਣਾ। ਚੰਗਾ ਮੈਂ ਨਹੀਂ ਬੋਲਦਾ। ਤੁਸੀਂ ਦੋਵੇਂ ਦਿਓਰ ਭਰਜਾਈ ਕਰ ਲਓ ਨਿਆ। ਦੇਖ ਜੈਨਾ ਗੁੱਸੇ ਦੀਆਂ ਗੱਲਾਂ ਛੱਡੋ। ਪਾਣੀ ਰਿੜਕਿਆਂ ਕੁਝ ਨਹੀਂ ਨਿਕਲਣਾ। ਤੁਸੀਂ ਉਹ ਗੱਲ ਕਰੋ ਜਿਹਦੇ ਨਾਲ ਤੁਹਾਡਾ ਝਗੜਾ ਨਿਬੜ ਜਾਵੇ। ਘਰ ਵਿੱਚ ਨਿੱਤ ਦਾ ਕਲੇਸ਼ ਚੰਗਾ ਨਹੀਂ ਹੁੰਦਾ। ਆਹ ਗੱਲ ਇਹਨਾਂ ਨੂੰ 100 ਵਾਰ ਸਮਝਾਈ ਆ, ਪਰ ਗੱਲ ਇਹਨਾਂ ਦੇ ਪੱਲੇ ਪਵੇ ਤਾਂ ਨਾ ਸੌਂਕੜਾਂ ਜੋ ਹੋਈਆਂ। ਆਹੋ ਮੈਂ ਹੀ ਮਾੜੀ ਆ ਨਾ। ਉਹ ਚੁਧਰਾਣੀ ਤਾਂ ਬਹੁਤ ਚੰਗੀ ਹੈ ਨਾ। ਲੈ ਭਰਾਵਾ ਤੂੰ ਅੱਜ ਦੀ ਗੱਲ ਸੁਣ ਲੈ, ਫਿਰ ਤੂੰ ਆਪੇ ਹੀ ਨਿਆਂ ਕਰਦੀ ਕਿ ਕਿਹਦਾ ਕਸੂਰ ਹੈ। ਅੱਜ ਤੜਕੇ ਉੱਠ ਕੇ ਮੈਂ ਨਿਆਣਿਆਂ ਦੇ ਲੀੜੇ ਧੋਣ ਖੂਹ ਤੇ ਚਲੀ ਗਈ। ਉੱਥੇ ਮੈਨੂੰ 2 ਘੜੀਆਂ ਲੱਗ ਗਈਆਂ। ਢਲੀ ਦੁਪਹਿਰ ਜਦੋਂ ਮੈਂ ਘਰੇ ਮੁੜ ਕੇ ਆਈ ਦੇਖਿਆ ਨਾ ਚੁੱਲ੍ਹੇ ਅੱਗ ਨਾ ਘੜੇ ਪਾਣੀ। ਦੇਖਾ ਤਾਂ ਚੁਧਰਾਣੀ ਸੁੱਤੀ ਪਈ ਆ ਲੀੜਾ ਤਾਣ ਕੇ। ਤੇ ਜੇ ਪੁੱਛ ਲਿਆ ਤੇ ਪੈ ਗਈ ਸਿਰ ਦੇ ਵਾਲਾਂ ਨੂੰ। ਅਗੇ ਮੈਥੋਂ ਨਹੀਂ ਕਿਸੇ ਨਖੱਤੇ ਦੀਆਂ ਰੋਟੀਆਂ ਲਈ ਆਈਆਂ ਜਾਂਦੀਆਂ ਸਿਖਰ ਦੁਪਹਿਰੇ। ਲੈ ਜਾਵੇ ਜਿਹਨੂੰ ਲੋੜ ਆ ਨਾ। ਹੁਣੇ ਅਚਾਰ ਗੰਢਾ ਵੇਖ ਕੇ ਘੂਰੀਆਂ ਕਿਉਂ ਵੱਟੀ ਜਾਂਦਾ?
ਐਡੀ ਛੇਤੀ ਮੈਂ ਕਿਹੜਾ ਤੇਰੇ ਵਾਸਤੇ ਬੱਕਰਾ ਭੁੰਨ ਕੇ ਲੈ ਆਉਂਦੀ। ਅਸਲੀ ਗੱਲ ਨਹੀਂ ਦੱਸਦੀ, ਜਿਹੜੀ ਗੱਲ ਤੋਂ ਇੰਨੇ ਦਿਨਾਂ ਤੋਂ ਰੇੜਕਾ ਪਾਇਆ ਹੋਇਆ, ਐਵੇਂ ਰੋਟੀਆਂ ਦਾ ਝੀੜਾ ਲੈ ਕੇ ਬਹਿ ਜਾਂਦੀ ਆ। ਤੇ ਨਾ ਤੂੰ ਹੀ ਦੱਸ ਦੇ ਫਿਰ। ਸੱਜਣਾ ਉਦੋਂ ਕਪਾਹ ਵੇਚਣ ਗਏ ਸਾਂ ਨਾ, ਉਸੇ ਦਿਨ ਤੋਂ ਰੇੜਕਾ ਪਾਇਆ ਹੋਇਆ। ਕਿਹੜੀ ਗੱਲ ਦਾ? ਯਾਰ ਕਪਾਹ ਤਾਂ ਹੋਈ ਮਸਾਂ 3 ਕਬੀਹਾਂ ਦੀ। 100 ਰੁਪਿਆ ਸ਼ਾਹ ਤੋਂ ਲੈ ਕੇ ਬਾਜ਼ਾਰ ਗਏ। ਪਹਿਲਾਂ ਤਾਂ ਇਹਨਾਂ ਦੋਹਾਂ ਦੇ ਨਿਆਣਿਆਂ ਦੇ ਲੀੜੇ ਬਣਵਾਏ। ਉਹ ਫਿਰ ਮੈਂ ਸੋਚਿਆ, ਮੈਂ ਕਿਹਾ ਐਵੇਂ ਮੂੰਹ ਮੋਟਾ ਕਰਨਗੀਆਂ, ਚੱਲ ਇੱਕ ਸੂਟ ਇਹਨਾਂ ਦਾ ਬਣਵਾ ਦੇਵਾਂ। ਇਹ ਸੋਚ ਕੇ ਮੈਂ ਉਹਦੇ ਸੂਟ ਦਾ ਕੱਪੜਾ ਬਣਵਾ ਲਿਆ। ਤੇ ਮੇਰੇ ਸੂਟ ਲਈ ਪੈਸੇ ਮੁੱਕ ਗਏ ਨਾ। ਇਹ ਵਿਤਕਰਾ ਇਸੇ ਲਈ ਨਾ ਕਿ ਉਹ ਅਮੀਰਾਂ ਦੀ ਧੀ ਆ ਤੇ ਮੈਂ ਗਰੀਬਾਂ ਦੀ। ਬਸ ਐਨੀ ਗੱਲ ਦਾ ਸਾਰਾ ਗੁੱਸਾ ਹੀ। ਤੇ ਨਾ ਗੁੱਸਾ ਨਾ ਕਰਾਂ, ਸੌਕਣ ਸਾੜਾ ਕਿਹਦੇ ਵਿੱਚ ਨਹੀਂ ਹੁੰਦਾ। ਨਾ ਐਲਮਿਆ, ਤੈਨੂੰ ਸੱਚੀ ਆਖਾਂ, ਜੇ ਤੂੰ ਲਿਆਉਣੇ ਸਨ ਤੇ ਦੋਹਾਂ ਦੇ ਲਿਆਉਂਦਾ, ਤੈਨੂੰ ਅੱਧੇ ਖੂ ਮੋਹਰਾ ਨਹੀਂ ਪਾਉਣਾ ਚਾਹੀਦਾ। ਓਏ ਉਹੀ ਗੱਲਾਂ, ਮੈਂ ਲਿਆਉਂਦਾ ਕਾਹਦਾ ਯਾਰ, ਮੈਂ ਆਪ ਨੂੰ ਗਹਿਣੇ ਪਾ ਦਿੰਦਾ। ਨਾ ਅੱਗੇ ਕਿਹੜਾ ਸ਼ਾਹ ਨੇ ਤੈਨੂੰ ਛੱਡਿਆ। ਨਾ ਤੂੰ ਫਿਰ ਉਹਦਾ ਵੀ ਨਾ ਲਿਆਉਂਦਾ। ਇਹ ਤਾਂ ਨਾ ਆਪਣੇ ਨਾਲ ਵਿਤਕਰਾ ਸਮਝਦੀ। ਆਹੋ ਭਾਈ, ਤੈਂ ਵੀ ਭਰਜਾਈ ਦੀ ਤਰਫਦਾਰੀ ਕਰਨੀ ਹੋਈ, ਉਹ ਬੰਦੇ ਦੀ ਕੌਣ ਸੁਣਦਾ ਇੱਥੇ। ਤੇ ਬੰਦਾ ਕਹਾਣੀ ਵੰਡ ਨਾ ਕਰੇ, ਤੂੰ ਦੋਹਾਂ ਨੂੰ ਇੱਕੋ ਜਿਹਾ ਜਾਣ ਤਾਂ ਮੈਂ ਭੁੱਖੀ ਧਿਆਈ ਵੀ ਕੱਟਣ ਨੂੰ ਤਿਆਰ ਹੈ, ਪਰ ਮੇਰੇ ਕੋਲੋਂ ਇਹ ਵਿਤਕਰਾ ਨਹੀਂ ਸਿਆ ਜਾਂਦਾ। ਉਹ ਬਈ ਹੁਣ ਮੇਰੀ ਵੀ ਸੁਣ ਲਓ, ਤੁਸੀਂ ਦੋਨੋਂ ਹੀ ਹੁਣ ਫੇਰ ਕਰਨ ਹੁੰਦੇ ਜਾਂਦੇ ਹੋ। ਤੁਹਾਡਾ ਰੋਗ ਲੱਭ ਗਿਆ ਏ, ਉਹਦਾ ਇਲਾਜ ਫੇਰ ਹੁਣ ਸੋਚ ਸਮਝ ਕੇ ਕਰਨਾ ਪਊਗਾ। ਇਸ ਵੇਲੇ ਤੁਸੀਂ ਦੋਨੋਂ ਹੀ ਗੁੱਸੇ 'ਚ ਹੋ। ਚੰਗਾ ਜਾਨਾ, ਤੂੰ ਚੱਲ, ਜਾਂਦੀ ਹੋਈ ਘਰ ਸੁਨੇਹਾ ਦੇ ਜਈ, ਹੁਣ ਉਹ ਨਾ ਰੋਟੀ ਚੁੱਕੀ ਆਵੇ। ਮੈਂ ਭੈਣ ਨੂੰ ਆਉਂਦੀ ਆਉਂਦੀ ਦੱਸਿਆ ਹੀ ਸੀ ਵੀ ਮੈਂ ਦੋਨਾਂ ਲਈ ਰੋਟੀ ਲੈ ਚੱਲੀ ਆ, ਭਾਵੇਂ ਰੁੱਖੀ ਸੁੱਖੀ ਸਹੀ। ਐਲਮਿਆ ਚੱਲ ਬਈ ਯਾਰ, ਆਪਾਂ ਪਰਲੇ ਖੇਤ ਗੇੜਾ ਮਾਰਿਆ ਈਏ, ਫਿਰ ਸ਼ਾਹਲ ਵੀ ਜਾਣਾ ਆ। ਆਹੋ ਸੱਜਣਾ, ਉਹਨੇ ਕੱਲ ਗੱਲਾਂ ਬਾਤਾਂ ਮਾਰ ਕੇ ਜਿਹੜੀ ਤੈਨੂੰ ਮੱਝ ਦਵਾਈ ਆ, ਉਹਦਾ ਅੰਗੂਠਾ ਤੇ ਲਵਾਉਣਾ ਹੋਇਆ। ਹਾਂ, ਬਾਪੂ ਆਂਦਾ ਹੁੰਦਾ ਸੀ, ਸ਼ਾਹੂਕਾਰ ਦਾ ਕਰਜ਼ਾ ਦਰਿਆ ਦੀ ਜਿੱਲਣ ਵਰਗਾ ਹੁੰਦਾ ਏ। ਇੱਕ ਵਾਰ ਪੈਰ ਵਿੱਚ ਫਸ ਗਿਆ ਤੇ ਮੁੜ ਕੇ ਨਿਕਲਣਾ ਔਖਾ ਹੋ ਜਾਂਦਾ ਏ। ਉਹ ਬਾਪੂ ਤਾਂ ਇੱਥੇ ਤੱਕ ਵੀ ਪੱਕੀ ਕਰਿਆ ਕਰਦਾ ਸੀ ਕਿ ਰੁੱਖੀ ਸੁੱਕੀ ਖਾ ਲਓ, ਸ਼ਾਹੂਕਾਰ ਦੇ ਕਰਜ਼ੇ ਥੱਲੇ ਨਾ ਆਵੋ, ਨਹੀਂ ਤਾਂ ਸਾਰੀ ਉਮਰ ਵਿਆਜ ਦੀ ਮਾਰ ਥੱਲੇ ਨਹੀਂ ਉੱਠ ਸਕਦੇ। ਉਹ ਬਾਤ ਪਾਉਂਦੇ ਹੁੰਦੇ ਆ ਨਾ, ਅਖੇ ਰਾਤੋਂ ਰਾਤ ਕੀ ਵੱਧਦਾ ਆ? ਜਵਾਬ ਆ ਵਿਆਜ। ਸੱਜਣ ਸਿਆਂ, ਓਏ ਹੁਣ ਫਸੀ ਨੂੰ ਫਟਕਣ ਕੀ। ਅਜ਼ਲਾਂ ਤੋਂ ਮਹਿਲਾਂ ਦੇ ਸਾਏ, ਅਜ਼ਲਾਂ ਤੋਂ ਮਹਿਲਾਂ ਦੇ ਸਾਏ, ਚੌਂਪੜੀਆਂ ਨੂੰ ਲੋਂਦੇ ਆਏ, ਅਜ਼ਲਾਂ ਤੋਂ ਮਹਿਲਾਂ ਦੇ ਸਾਏ, ਅਜ਼ਲਾਂ ਤੋਂ ਮਹਿਲਾਂ ਦੇ ਸਾਏ। ਫੁੱਟਪਾਥੀ ਆਏ, ਅਜ਼ਲਾਂ ਤੋਂ ਮਹਿਲਾਂ ਦੇ ਸਾਏ। ਲਾਲੋ ਅੱਜ ਵੀ ਹੈ ਓ ਲਾਲੋ, ਭਾਗੋ ਨੇ ਸੌ ਰੂਪ ਵਟਾਏ, ਅਜ਼ਲਾਂ ਤੋਂ ਮਹਿਲਾਂ ਦੇ ਸਾਏ। ਲਾਲ ਵਹੀ ਦੀ ਲਾਲੀ ਛੇ ਛਿਕਾ 36 ਤਾਂ 1 37,
ਜਮਾ ਕੀਤੇ 3 ਹੋ ਗਏ 40 ਲੈ ਹਾਸਲ ਆ ਗਏ 4। ਲੋਕ ਕਹਿੰਦੇ ਨੇ ਭਈ ਸ਼ਾਹ ਨੂੰ ਬੜੀਆਂ ਆਮਦਨਾਂ ਨੇ। ਓਏ ਇੱਥੇ ਹਾਸਲ ਭਾਵੇਂ 4 ਆ ਜਾਣ ਪਰ ਥੱਲੇ ਕੁਝ ਨਹੀਂ ਜੇ ਬਚਦਾ। ਨਾ ਤੇਰੇ ਥੱਲੇ ਤੇ ਕਦੇ ਕੁਝ ਨਹੀਂ ਬਚਦਾ। ਮੇਰੀ ਗੱਲ ਸੁਣ, ਮੈਂ ਤੇਰੇ ਕੋਲੋਂ ਘਰੋਂ ਖਹਿੜਾ ਛਡਾ ਕੇ ਆ ਤੂਤਾਂ ਦੀ ਠੰਡੀ ਛਾਂ ਥੱਲੇ ਆ ਕੇ ਬੈਠਾ ਤੇ ਤੂੰ ਇੱਥੇ ਵੀ ਮਗਰੇ ਆ ਗਈ। ਬੰਦਾ ਤਈਏ ਤਾਪ ਤੋਂ ਛੁਟਕਾਰਾ ਪਾ ਸਕਦਾ ਹੈ, ਤਪਦਿਕ ਤੋਂ ਛੁਟਕਾਰਾ ਪਾ ਸਕਦਾ ਹੈ, ਪਰ ਜੇ ਭੈੜੀ ਤੀਵੀਂ ਦੇ ਬਸ ਪੈ ਜਾਏ ਨਾ ਸਾਰੀ ਉਮਰ ਨਹੀਂ ਛੁਟਕਾਰਾ ਪਾ ਸਕਦਾ। ਨਾ ਹੁਣ ਤੂੰ ਚਾਹੁੰਦੀ ਕੀ ਏ? ਤੂੰ ਬੰਦਾ ਬਣ ਕੇ ਮੇਰੀਆਂ ਟੂਮਾਂ ਮੇਰੇ ਹਵਾਲੇ ਕਰ ਦੇ ਜਿਹੜੀਆਂ ਰਾਤੀ ਟਰੰਕ ਵਿੱਚੋਂ ਕੱਢ ਕੇ ਲਿਆਇਆ। ਨਾ ਰਾਤ ਦੀ ਕੁੱਤੇ ਖਾੜੇ ਕੀਤੀ ਦਾ ਤੇਰੇ ਤੇ ਕੋਈ ਅਸਰ ਹੀ ਨਹੀਂ ਹੋਇਆ। ਝੂਠੀ ਗੱਲ ਅਖੇ ਸਖੀ ਨਾਲੋਂ ਸੂਮ ਭਲਾ ਜਿਹੜਾ ਤੁਰੰਤ ਦੇਵੇ ਜਵਾਬ। ਉਹ ਮੈਂ ਤੂਤ ਸਾਂਭਣ ਦੇ ਪ੍ਰਬੰਧ ਪਿਆ ਕਰਦਾ, ਇਹਨੂੰ ਆਪਣੀਆਂ ਟੁੰਬਾਂ ਦੀ ਪਈ ਹੋਈ ਹੈ। ਉਹ ਤਾਂ ਹੀ ਕਹਿੰਦੇ ਆ ਭਈ ਤੀਵੀਂ ਦੀ ਮੱਤ ਗੁੱਤ ਪਿੱਛੇ ਹੁੰਦੀ ਹੈ। ਗੁੱਤ ਪਿੱਛੇ ਕਿਉਂ ਹੁੰਦੀ ਨਹੀਂ? ਭਲਾ ਜੇ ਮੱਤ ਹੁੰਦੀ ਤੇ ਆਪਣਾ ਨੱਕ ਕੰਨ ਲਾ ਕੇ ਤੇਰੇ ਹਵਾਲੇ ਕਿਉਂ ਕਰ ਦਿੰਦੀ? ਤੇਰਾ ਤੇ ਕਦੀ ਸਰਿਆ ਹੀ ਨਹੀਂ। ਮੇਰਾ ਤਾਂ ਕਿਤੇ ਸਰਿਆ ਹੀ ਨਹੀਂ। ਓਏ ਆ ਜੋ ਕੁਝ ਮੈਂ ਕਰ ਰਿਹਾ ਕਿਤੇ ਆਪਣੇ ਆਪ ਲਈ ਕਰ ਰਿਹਾ, ਤੇਰੇ ਤੇ ਤੇਰੇ ਪੁੱਤ ਲਈ ਸਿਆਪੇ ਕਰ ਰਿਹਾ। ਨਾਲੇ ਜੇ ਆ ਤੂਤ ਆਪਣੇ ਹੋ ਜਾਣ ਤਾਂ ਮਾੜਾ ਹੀ ਕੀ ਏ? ਸਾਡੇ ਸਿਆਪੇ ਨਾ ਕਰ, ਸਿਆਪਾ ਕਰਨਾ ਹੀ ਤੇ ਆਪਣੀ ਜੰਮਣ ਵਾਲੀ ਦਾ ਕਰ। ਮੇਰਾ ਨੱਕ ਕੰਨ ਤੋਂ ਪੋਚਾ ਕਰ ਦਿੱਤਾ, ਮਰੀ ਨੂੰ ਕਿਸੇ ਨੂੰ ਧੀ ਨੇ ਨੁਆਉਣਾ ਵੀ ਨਹੀਂ। ਉਹ ਮਰੀ ਤੋਂ ਬਾਅਦ ਇਹਨੂੰ ਨਹਾਉਣ ਦੀ ਕਿੰਨੀ ਚਿੰਤਾ ਦੇਖੋ। ਉਹ ਮਰੀ ਤੋਂ ਬਾਅਦ ਨਹਾਉਣ ਦੀ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਉਹ ਆਪੇ ਹੀ ਨਹਾਉਣਗੇ। ਤੈਨੂੰ ਇਸ ਗੱਲ ਦੀ ਕੀ ਚਿੰਤਾ? ਆਹੋ ਤੂੰ ਮਰਨ ਵਾਲੀ ਬਣ ਇਹੋ ਕਹਿਣਾ ਚਾਹਨਾ ਨਾ। ਤੂੰ ਫਿਕਰ ਨਾ ਕਰ, ਮੈਂ ਹਲੇ ਮਗਰੋਂ ਲੈਣ ਵਾਲੀ ਨਹੀਂ। ਆਹੋ ਇਹ ਤਾਂ ਮੈਨੂੰ ਵੀ ਪਤਾ ਭਈ ਮੇਰੇ ਐਡੇ ਚੰਗੇ ਭਾਗ ਕਿੱਥੋਂ। ਅੱਛਾ ਅੱਛਾ ਉਹਦੀਆਂ ਗੱਲਾਂ ਨਾ ਬਣਾ, ਮੇਰੀਆਂ ਟੂਮਾਂ ਮੇਰੇ ਹਵਾਲੇ ਕਰ ਦੇ। ਉਹ ਕਰ ਦਿੰਨੇ ਆ ਜੇ ਤੂੰ ਸਾਡੇ ਨੁਕਸਾਨ ਵਿੱਚ ਹੀ ਰਾਜੀ ਹੈ। ਓਏ ਹਾਏ ਨਟੂਮਾਂ ਮੇਰੀਆਂ ਪੇਕਿਓ ਮੈਂ ਲੈ ਕੇ ਆਈ ਤੇ ਤੇਰਾ ਨੁਕਸਾਨ ਕਿਵੇਂ ਹੋ ਗਿਆ? ਦੇਖ ਭਗਵਾਨੇ, ਅਸੀਂ ਤੇਰੀ ਇੱਕ ਟੁੰਬ ਦੀਆਂ ਅੱਗੋਂ 10-10 ਟੁੰਬਾਂ ਬਣਾਉਣੀਆਂ ਨੇ। ਇਹਨੂੰ ਕਹਿੰਦੇ ਆ ਸ਼ਾਹੂਕਾਰਾ। ਪਰ ਤੈਨੂੰ ਕੀ ਪਤਾ ਉਹ ਤੇਰੇ ਕਿਸੇ ਪਿਓ ਦਾਦੇ ਨੇ ਇਹ ਸ਼ਾਹੂਕਾਰਾ ਕੀਤਾ ਹੋਵੇ ਤਾਂ ਪਤਾ ਹੋਵੇ ਨਾ। ਸ਼ੁਕਰ ਹੈ ਮੇਰੇ ਮਾਪਿਓ ਨੇ ਇਹੋ ਜਿਹਾ ਕੁੱਤਾ ਕੰਮ ਨਹੀਂ ਕੀਤਾ। ਉਹ ਵੇਖੋ ਲੋਕੋ ਨੇਰੋਏ, ਉਹ ਮੇਰੀ ਜਨਾਨੀ ਮੇਰੇ ਹੀ ਕੰਮ ਨੂੰ ਕੁੱਤਾ ਕੰਮ ਕਹਿੰਦੀ ਹੈ। ਮੈਂ ਤਾਂ ਰੋਣਾ ਉਸ ਪੰਡਤ ਨੂੰ, ਉਹ ਜਨਕ ਜੋਸ਼ੀ ਨੂੰ ਜਿਹਨੇ ਸਾਲੇ ਨੇ ਤੇਰੇ ਨਾਲ ਮੇਰੇ ਫੇਰੇ ਕਰਵਾਏ। ਤੂੰ ਰੋਣਾ ਹੈ ਪੰਡਤ ਨੂੰ ਤੇ ਮੈਂ ਰੋਣੀ ਆ ਤੇਰੀ ਮਾਂ ਨੂੰ ਜਿਹੜੀ ਜੰਮ ਗਈ ਤੈਨੂੰ ਮੇਰੇ ਲਈ। ਉਹ ਮੇਰੀ ਗੱਲ ਸੁਣ, ਉਹ ਮਰੀ ਵਿਚਾਰੀ ਨੂੰ ਹੁਣ ਕਾਹਨੂੰ ਰੋਣੀ ਹੈ? ਗੱਲ ਤਾਂ ਵਿੱਚੋਂ ਟੁੰਬਾਂ ਦੀ ਹੈ ਨਾ। ਆ ਲੈ ਫੜ ਤੇ ਮਗਰੋਂ ਲੈ। ਸਾਰੀਆਂ ਟੂੰਬਾਂ ਵਾਪਸ ਵੀ ਕੀਤੀਆਂ ਸੁ ਕਿ ਨਹੀਂ? ਸ਼ਾਹੂਕਾਰ ਖਸਮਾਂ ਨੂੰ ਖਾਣਾ। ਆਹੋ ਸਾਰੀਆਂ ਹੀ ਨੇ। ਅੱਛਾ ਰੋਟੀ ਖਾਣ ਵੇਲੇ ਨਾ ਵੇਲੇ ਸਿਰ ਘਰ ਆ ਜਾਈ, ਫਿਰ ਮੈਂ ਗੁਆਂਢਣਾਂ ਦੇ ਨਾਲ ਮਕਾਨ ਤੇ ਵੀ ਜਾਣਾ। ਤੇ ਗੁਆਂਢਣਾਂ ਨੂੰ ਸੱਦਾ ਦੇ ਆਈ ਭਈ ਮੇਰੀ ਮਕਾਨ ਵੀ ਆ ਜਾਣ। ਹਾਏ ਹਾਏ ਸ਼ੁਭ ਬੋਲ ਭੈੜਾ ਕਿਸੇ ਥਾਂ ਦਾ। ਨਹੀਂ ਰੀਸਾਂ ਛਾੜੀਆਂ ਤੇਰੀਆਂ। ਮਤਾ ਸਾਡੀਆਂ ਦਿੱਤੀਆਂ ਮੋੜ ਦੇ ਵਾਟੂ ਵੱਤ ਸਭ ਤੇਰੀ ਹੈ ਲੋੜ ਦੇ। ਦਾਤਾ ਵਸਦਾ ਰਹੀ ਸੋਹਣਿਆ ਐਵੇਂ ਹੀ ਹੱਸਦਾ। ਪਾਂਡੇ ਤਾਂ ਖੜਕਣ ਜਿੱਥੇ ਵਿਚਾਰ ਵੇ, ਜਿੱਥੇ ਹੈ ਪਿਆਰ
ਬਚਦਾ ਨਹੀਂ ਨਹੀਂ ਰੀਸਾਂ ਛਾਣੀਆਂ ਤੇਰੀਆਂ, ਨਹੀਂ ਰੀਸਾਂ, ਨਹੀਂ ਰੀਸਾਂ ਤੇਰੀਆਂ ਤੇ ਨਹੀਂ ਰੀਸਾਂ ਇਹ ਤੂਤਾਂ ਵਾਲੇ ਖੂਹ ਦੀਆਂ। ਰੀਸ ਨਹੀਂ ਬਈ ਜਗ ਤੇ ਕੋਈ ਤੂਤਾਂ ਵਾਲੇ ਖੂਹ ਦੀ ਰੀਸ ਨਹੀਂ ਬਈ ਜਗ ਤੇ ਕੋਈ ਤੂਤਾਂ ਵਾਲੇ ਖੂਹ ਦੀ ਰੀਸ ਨਹੀਂ। ਉਹ ਸੁਣਾ ਬਈ ਅਲਮਦੀਨਾ, ਕਦੇ ਕਦੇ ਤਾਂ ਯਾਰ ਤੂੰ ਏਦਾਂ ਹੀ ਚੰਨ ਮੜ ਜਾਂਦਾ ਹੈ। 15 ਦਿਨ ਤੋਂ ਉੱਤੇ ਹੋ ਗਏ ਨੇ ਤੈਨੂੰ ਆੜ ਤੇ ਪੈਰ ਧਰਿਆ। ਉਹ ਐਨੇ ਦਿਨ ਕਿੱਥੇ ਸ਼ਾ, ਅਜੇ ਪਿਛਲੇ ਜੁਮੇ ਨੂੰ ਤਾਂ ਆਇਆ ਸਾਂਗੇ। ਹਾਂ ਤੇ ਅੱਜ ਹੋਇਆ ਵੀਰਵਾਰ, ਉਹ 14 ਦਿਨ ਹੋ ਗਏ ਨੇ ਫਿਰ ਵੀ ਕਿਸੇ ਨੂੰ ਗਿੱਦੜ ਗੋਚਰੀ ਕੰਮ ਪੈ ਗਿਆ ਸੀ। ਆਖਣ ਲੱਗਾ ਯਾਰ ਤਾਂ ਪਹਾੜਾਂ ਤੋਂ ਨਹੀਂ ਉਤਰਦੇ। ਉਹੀ ਗੱਲ ਹੋਈ ਨਾ। ਉਹ ਸ਼ਾਹ ਤੂੰ ਹੁਕਮ ਕਰ, ਇਹੋ ਜੀ ਕਿਹੜੀ ਲੋੜ ਪੈ ਗਈ ਏ? ਉਹ ਕੋਈ ਖਾਸ ਕੰਮ ਤਾਂ ਨਹੀਂ, ਆਪਣਾ ਨਵਾਂ ਤਹਿਸੀਲਦਾਰ ਆਇਆ ਹੈ ਨਾ, ਚੌਧਰੀ ਰੀਮੁੱਲਾ ਖਾਨ। ਹਾਂ ਹਾਂ, ਉਹ ਆਪਣਾ ਹੀ ਬੰਦਾ ਹੈ ਬਈ, ਹਲਾ ਬੜਾ ਮਿਲਣਸਾਰ ਤੇ ਪੱਕਾ ਮੁਸਲਮਾਨ ਆ। ਆਉਂਦਿਆਂ ਹੀ ਆਪਣੇ ਵੱਲ ਚਪੜਾਸੀ ਭੇਜਿਆ ਸੂ ਅੱਛਾ। ਭਈ ਸ਼ਾਹ ਹੋਰੀ ਇੱਕ ਵਾਰ ਜ਼ਰੂਰ ਦਰਸ਼ਨ ਦੇ ਜਾਣ। ਹੁਣ ਤੂੰ ਤੇ ਜਾਣਦਾ ਹੀ ਹੈ, ਉਹ ਹੋਇਆ ਸਮੇਂ ਦਾ ਹਾਕਮ, ਇਲਾਕੇ ਦਾ ਰਾਜਾ। ਭਈ ਤੈਨੂੰ ਤਾਂ ਪਤਾ ਹੀ ਹੈ ਭਈ ਆਪਣੇ ਜੱਟਾਂ ਜ਼ਿਮੀਂਦਾਰਾਂ ਵਾਸਤੇ ਆ ਪਟਵਾਰੀ ਤੇ ਤਹਿਸੀਲਦਾਰੀ ਸਭ ਕੁਝ ਹੁੰਦੇ ਨੇ ਨਾ। ਇਹਨਾਂ ਦੀ ਵਗੀ ਕਲਬ ਕਿਸੇ ਨੇ ਰੋਕਣੀ ਜੋ ਨਾ ਹੋਈ। ਸਿਆਣਾ ਹੈ ਤੂੰ। ਹੁਣ ਖਾਲੀ ਹੱਥ ਅਫਸਰ ਨੂੰ ਮਿਲਣਾ ਸੋਭਦਾ ਨਹੀਂ, ਭਾਵੇਂ ਆਪਣਾ ਹੀ ਹੈ। ਉਹ ਤਾਂ ਹੈ, ਅਫਸਰ ਤਾਂ ਅਫਸਰ ਹੀ ਹੋਇਆ ਨਾ। ਬਿਲਕੁਲ। ਜੇ ਬਹੁਤਾ ਨਹੀਂ ਤਾਂ ਇੱਕ ਪੀਪੀ ਘਿਓ ਦੀ 2-4 ਦਰਜਨਾਂ ਅੰਡੇ ਹੀ ਸਹੀ। ਉਹ ਲੈ ਇੰਨੀ ਗੱਲ, ਉਹ ਤੂੰ ਕਿਸੇ ਆਉਂਦੇ ਜਾਂਦੇ ਹੱਥ ਸੁਨੇਹਾ ਘੱਲ ਦਿੰਦਾ। ਤੇਰਾ ਤਾਂ ਕਾਂ ਹੱਥ ਸੁਨੇਹਾ ਘੱਲਿਆ ਕਾਫੀ ਸੀ। ਭਈ ਅਲਮਦੀਨਾ, ਸੱਜਣ ਸਿਓ ਮਿਲਿਆ ਤਾਂ ਸੀ ਇੱਕ ਦਿਨ, ਪਰ ਉਹਨੂੰ ਆਖਣ ਨੂੰ ਦਿਲ ਜਿਹਾ ਹੀ ਨਹੀਂ ਕੀਤਾ। ਤੇਰਾ ਉਹ ਯਾਰ ਬੇਲੀ ਹੈ, ਭਾਵੇਂ ਤੂੰ ਗੁੱਸਾ ਹੀ ਕਰੇ, ਪਰ ਇਹ ਲੋਕ ਕਿਸੇ ਦਾ ਗੁਣ ਨਹੀਂ ਜਾਣਦੇ। ਅਸਲੀ ਮੁਸਲਮਾਨ ਵਰਗਾ ਵਫਾਦਾਰ ਹੋਰ ਕੋਈ ਨਹੀਂ। ਭਈ ਸਾਡੀ ਤਾਂ ਸੱਚੀ ਗੱਲ ਆ, ਨਿਭਦੀ ਮੁਸਲਮਾਨਾਂ ਨਾਲ ਆ। ਤੇਰੇ ਨੌਕਰ ਆ ਧੰਨੇ ਸ਼ਾਹ, ਵੀ ਜਿਹੜਾ ਗੁਣ ਕਰੇ ਨਾ, ਆਪਾਂ ਤਾਂ ਉਹਦੀ ਤਾਂ ਜਾਨ ਦੇਣ ਨੂੰ ਤਿਆਰ ਆ। ਤੇ ਆਪਾਂ ਵੀ ਮੋਢਾ ਫੇਰਨ ਵਾਲੇ ਨਹੀਂ ਅਲਮਦੀਨਾ। ਉਹ ਤਾਂ ਹੈ ਸ਼ਾਹ। ਉਹ ਨਾਲੇ ਤੂੰ ਇੱਕ ਹੋਰ ਨਵੀਂ ਗੱਲ ਸੁਣੀ ਹੈ? ਕਿਹੜੀ? ਤੁਹਾਡੇ ਇਲਾਕੇ ਦਾ ਸਫੇਦਪੋਸ਼ ਵੀ ਸਿੱਖ ਤੇ ਬਹੁਤੇ ਪਿੰਡਾਂ ਦੇ ਨੰਬਰਦਾਰ ਵੀ ਸਿੱਖ। ਹਾਂ, ਇੱਕ ਜ਼ੈਲਦਾਰੀ ਆਪਣਾ ਹੈ ਨਾ, ਉਹ ਬੰਦਾ ਵੀ ਸਵੇਰੇ ਸਵੇਰੇ ਨਾਂ ਲੈਣ ਵਾਲਾ। ਕੁਝ ਕੱਟੜ ਅਕਾਲੀ ਉਹਦੇ ਬਰਖਲਾਫ ਦਰਖਾਸਤ ਦੇਣ ਨੂੰ ਫਿਰਦੇ ਆ। ਅੱਛਾ। ਆਖੇ ਇਹ ਸਿੱਖਾਂ ਦਾ ਇਲਾਕਾ ਹੈ, ਇੱਥੇ ਸਿੱਖ ਜ਼ੈਲਦਾਰ ਹੋਣਾ ਚਾਹੀਦਾ ਹੈ। ਧੰਨੇ ਸ਼ਾਹ, ਇਹ ਤਾਂ ਫਿਰ ਉਹ ਫਿਰ ਕੀ, ਮੈਨੂੰ ਪਤਾ ਲੱਗਾ ਭਈ ਇਹ ਗੱਲ ਸੁਣ ਕੇ ਆਪਣੇ ਤਹਿਸੀਲਦਾਰ ਸਾਹਿਬ ਨੇ ਕਿਹਾ ਭਈ ਮੈਂ ਧਰਮ ਕੰਡੇ ਵਾਂਗ ਦੁੱਧੋਂ ਪਾਣੀ ਨਿਤਾਰ ਕੇ ਰੱਖ ਦਿਆਂਗਾ। ਇਸ ਇਲਾਕੇ ਵਿੱਚ ਸਿੱਖਾਂ ਤੇ ਮੁਸਲਮਾਨਾਂ ਦੀ ਗਿਣਤੀ ਇੱਕੋ ਜਿਹੀ ਆ। ਜੇ ਸਫੇਦਪੋਸ਼ ਸਿੱਖਿਆ ਤਾਂ ਜ਼ੈਲਦਾਰ ਮੁਸਲਮਾਨ ਹੀ ਰਹੇਗਾ। ਬਿਲਕੁਲ ਠੀਕ ਆ। ਤੁਹਾਡੇ ਇਲਾਕੇ ਦੀ ਗੱਲ ਵੀ ਚੱਲੀ ਸੀ। ਅੱਛਾ। ਤੇ ਹਿੰਦੂ ਤੇ ਮੁਸਲਮਾਨ ਅੱਧੋ ਅੱਧੋ ਨਾ ਤੁਸੀਂ। ਧੰਨੇ ਸ਼ਾਹ, ਜ਼ਮੀਨ ਤਾਂ ਅੱਧੋ ਅੱਧੇ, ਪਰ ਸੱਚੀ ਗੱਲ ਆ ਵੀ ਗਿਣਤੀ ਵਿੱਚ ਅਸੀਂ ਵਧੇਰੇ ਆ। ਲੈ ਫਿਰ ਸਾਡੀ ਗੱਲ ਯਾਦ ਰੱਖੀ, ਤੁਹਾਡੇ ਪਿੰਡ ਦੇ 2 ਨੰਬਰਦਾਰ ਬਣ ਜਾਣੇ ਹੀ, ਇੱਕ ਸਿੱਖ ਤੇ ਇੱਕ ਮੁਸਲਮਾਨ। ਨਾਲੇ ਤੁਹਾਡੀ ਪੱਤੀ ਤੋਂ ਤਾਂ 2-4 ਬੰਦੇ ਦਰਖਾਸਤਾਂ ਦੇਣ ਨੂੰ ਵੀ ਫਿਰਦੇ ਆ। ਕਿਹੜੇ ਕਿਹੜੇ? ਨਾ ਤੂੰ ਤਾਂ ਅੰਬਲੇ ਨੇ ਕਿਹੜੇ ਕਿਹੜੇ। ਮੈਂ ਤਾਂ ਤਹਿਸੀਲਦਾਰ ਸਾਹਿਬ ਨੂੰ ਸੁਨੇਹਾ ਭਜਵਾ ਦਿੱਤਾ ਭਈ ਪੀਰੂਵਾਲ ਦਾ ਨੰਬਰਦਾਰ ਬਣੇਗਾ ਤਾਂ ਸਾਡਾ ਚੌਧਰੀ ਇਲਮਦੀਨ ਹੀ ਬਣੇਗਾ। ਸਾਡੀ ਵੀ ਇਹ ਜਿੱਦ ਸਮਝ ਲਓ। ਉਹ ਪਰ ਧੰਨੇ ਸ਼ਾਹ, ਨੰਬਰਦਾਰੀ ਦੀ ਦਰਖਾਸਤ ਸੱਜਣ ਸਿੰਘ ਨੇ ਕੀਤੀ ਹੋਈ ਆ ਵੀ ਮੈਂ ਉਹ ਤੇ ਚੜੋ ਹੱਤੀ ਨਹੀਂ ਕਰਨੀ। ਓਏ ਇਲਮਦੀਨਾ, ਓਏ ਨੰਬਰਦਾਰੀ ਸੀ ਚੇਤ ਸਿੰਘ ਦੀ ਤੇ ਉਹ ਗਿਆ ਮਰ। ਉਹ ਪਰ ਉਹਦਾ ਹੱਕ ਤੇ ਸੱਜਣ ਸਿੰਘ ਨੂੰ ਜਾਂਦਾ ਹੈ ਨਾ। ਲੈ ਹੱਕ ਜਾਂਦਾ ਸੱਜਣ ਸਿਓ ਨੂੰ। ਓਏ ਕਿਤੇ 5ਵੀਂ 7ਵੀਂ ਪੀੜ੍ਹੀ ਤੋਂ ਜਾ ਕੇ ਰਲਦੇ ਨੇ ਦੋਵੇਂ। ਨਾਲੇ ਜੇ ਹੱਕ ਜਾਂਦਾ ਹੁੰਦਾ ਤਾਂ ਨੰਬਰਦਾਰ ਸਾਰੀ ਜ਼ਮੀਨ ਕਿਉਂ ਵੇਚ ਜਾਂਦਾ ਬਈ? ਸੱਜਣ ਸਿਓ ਉਦੋਂ ਕੋਈ ਚਾਰਾ ਨਾ ਕਰਦਾ। ਕੁਝ ਵੀ ਹੋਵੇ, ਮੈਂ ਸੱਜਣ ਸਿੰਘ ਦੇ ਟਾਕਰੇ ਤੇ ਕਚਹਿਰੀ ਵਿੱਚ ਜਾ ਕੇ ਨਹੀਂ ਖਲੋਣਾ। ਉਹ ਤੂੰ ਵੀ ਮੇਰਾ ਬੁੱਧੂ ਹੀ ਰਿਹਾ ਨਾ। ਜਾਣਦਾ ਹੈ ਨੰਬਰਦਾਰੀ ਦੀ ਸਰਕਾਰ ਦੇ ਘਰ ਵਿੱਚ ਕਿੰਨੀ ਇੱਜ਼ਤ ਹੈ, ਤੇ ਉੱਤੋਂ ਪੰਜੋਤਰਾ ਵੱਖਰਾ। ਓਏ ਜਿਉਂ-ਜਿਉਂ ਪੰਜੋਤਰੇ ਵਧਣਗੇ ਮਾਮਲੇ ਵੀ ਨਾਲ ਹੀ ਵਧਣਗੇ। ਉਹ ਚੇਤ ਸਿਓ ਕੱਖ ਭੰਨ ਕੇ ਦੂਰਾ ਨਹੀਂ ਸੀ ਕਰਦਾ ਹੁੰਦਾ, ਆ ਨੰਬਰਦਾਰੀ ਦੇ ਸਿਰ ਤੇ ਰਾਜ ਕਰਦਾ ਸੀ ਰਾਜ। ਓਏ ਨਾਲੇ ਗੱਲ ਸੁਣ, ਪੰਜੋਤਰੇ ਦੀ ਰਕਮ ਕਿਤੇ ਥੋੜੀ ਹੁੰਦੀ ਹੈ।
ਉਹ ਮੀਂਹ ਜਾਏ ਨੇਰੀ ਜਾਏ ਉਹਦੀ ਰਕਮ ਉਹਨੂੰ ਮਿਲ ਜਾਣੀ ਹੈ। ਨਾਲੇ ਅਗਾਂਹ ਤਾਂ ਸੁਣਿਆ ਹੈ ਭਈ ਸਰਕਾਰ ਨੰਬਰਦਾਰੀ ਦੇ ਅਖਤਿਆਰ ਹੋਰ ਵੀ ਵਧਾਉਣ ਬਾਰੇ ਸੋਚ ਰਹੀ ਹੈ। ਉਹ ਥਾਣੇਦਾਰ ਜਿੰਨੀ ਇੱਜ਼ਤ ਹੋਵੇਗੀ। ਨਾਲੇ ਤੂੰ ਨੰਬਰਦਾਰੀ ਦੂਜੇ ਘਰ ਕਿਉਂ ਜਾਣ ਦੇਵੇਂ ਬਈ? ਮੇਰੇ ਖਿਆਲ ਦੇ ਵਿੱਚ ਸੱਜਣ ਸਿੰਘ ਨੂੰ ਇਸ ਗੱਲ ਤੇ ਨਾਰਾਜ਼ ਹੋਣ ਦੀ ਜਗ੍ਹਾ ਖੁਸ਼ ਹੋਣਾ ਚਾਹੀਦਾ। ਉਹਨੂੰ ਪੜਾ ਤੂੰ ਨੇੜੇ ਹੈ ਜਾਂ ਕੋਈ ਹੋਰ? ਹਲਾ ਫਿਰ ਮੈਂ ਸੱਜਣ ਸਿੰਘ ਨੂੰ ਪੁੱਛ ਲਵਾਂ, ਉਹ ਆਖੇਗਾ ਤਾਂ ਉਹ ਫਿਰ ਸਲਾਹੀ ਪਈ ਤਾਂ ਗੱਲ ਗਈ ਨਾ। ਸੱਜਣ ਸਿੰਘ ਨੇ ਤੈਨੂੰ ਪੁੱਛਿਆ ਸੀ ਦਰਖਾਸਤ ਦੇਣ ਲੱਗਿਆ? ਓਏ ਮੈਂ ਪਤਾ ਨਹੀਂ ਤੇਰੇ ਵਾਸਤੇ ਕਿੰਨਾ ਟਿੱਲ ਲਾਈ ਬੈਠਾ। ਇੱਕ ਤੂੰ ਏ ਬੈਕਰੇ ਢੱਗੇ ਵਾਂਗ ਲਾਤੀ ਨਹੀਂ ਲਾਉਂਦਾ। ਤੰਨੇ ਸ਼ਾਹ ਗੱਲਾਂ ਤੇਰੀਆਂ ਸਾਰੀਆਂ ਸੱਚੀਆਂ ਨੇ, ਪਰ ਮਾਰੀ ਤਾਂ ਜਾਂਦਾ ਏ ਤੇੜ ਦਾ ਨੰਗ। ਉਹ ਕਬੀਲਦਾਰੀ ਦੇ 5 ਪਾਂਜੇ ਪੂਰੇ ਨਹੀਂ ਹੁੰਦੇ, ਨੰਬਰਦਾਰੀ ਦੇ ਝਗੜੇ ਵਾਸਤੇ ਖਰਚਾ ਕਿੱਥੋਂ ਲਿਆਉਂ? ਜਾਂ ਤਾਂ ਮਾਰਕਾਂ ਹਿੱਕ ਤੇ ਹੱਥ ਕੱਢ ਝਗੜੇ ਵਾਸਤੇ 1000-2000। ਉਹ ਗੱਲਾਂ ਕਰਨੀਆਂ ਸੌਖੀਆਂ, ਔਖੇ ਬੋਲ ਪਗਾਣੇ। ਤੈ ਪਾਈ ਮੈਂ ਬੁੱਝੀ, ਅੰਨੀ ਅੱਖ ਨਾ ਰਹਿੰਦੀ ਗੁੱਜੀ। ਤੈਨੂੰ ਪਤਾ ਮੈਂ ਕਿੱਥੋਂ ਬੋਲਦਾ? ਆਪਾਂ ਕੱਲ ਹੀ ਚੱਲਣਾ ਕਚਹਿਰੀ, ਮੈਂ ਤੇਰੇ ਨਾਲ ਚੱਲੂ। ਹਲਾ ਫਿਰ ਮੈਂ ਨੱਕਾ ਮੋੜ ਆਵਾਂ। ਹਾਂ ਜਾ ਤੂੰ ਕਰ ਕੰਮ। ਤੂੰ ਨੱਕਾ ਮੋੜਿਆ ਤੇ ਤੇਰੀ ਕਿਸਮਤ ਦਾ ਨੱਕਾ ਇੱਧਰ ਅਸੀਂ ਮੋੜ ਦਿੰਨੇ ਆ। ਸੱਜਣ ਸਿਉ ਨੂੰ ਤਾਂ ਹੱਥ 'ਚ ਕੀਤਾ ਸੀ ਕਰਜ਼ਾ ਦੇ ਕੇ, ਤੇ ਇਲਮਦੀਨ ਨੂੰ ਹੱਥ ਵਿੱਚ ਕਰ ਲਿਆ ਨੰਬਰਦਾਰੀ ਦਾ ਝਾਂਸਾ ਦੇ ਕੇ। ਕਹਿੰਦੇ ਨੇ ਜੇ ਬਗਲੇ ਨੂੰ ਵੱਸ 'ਚ ਕਰਨਾ ਹੋਵੇ ਨਾ, ਉਹਦੇ ਸਿਰ ਤੇ ਥੋੜੀ ਜਿਹੀ ਮੋਮ ਰੱਖ ਦਿਓ। ਬਗਲਾ ਧੁੱਪ 'ਚ ਬੈਠੇਗਾ, ਮੋਮ ਪਿਘਲ ਕੇ ਉਹਦੀਆਂ ਅੱਖਾਂ ਵਿੱਚ ਆ ਜਾਏਗੀ। ਓਏ ਉਹਨੂੰ ਦਿਸਣਾ ਬੰਦ ਹੋ ਜਾਊ। ਫਿਰ ਕੀ ਮਲਕਰੇ ਜਾਏ ਜਾ ਕੇ ਉਹਦੀ ਗਿੱਚੀ ਮਰੋੜ ਦਿਓ। ਇਹ ਦੋਵੇਂ ਬਗਲੇ ਸੱਜਣ ਸਿਉ ਤੇ ਇਲਮਦੀਨ ਆਪਣੇ ਗੂਠੇ ਥੱਲੇ, ਤੇ ਰਹੀ ਸਹੀ ਕਸਰ ਜਥੇਦਾਰ ਸੁੰਦਰ ਸਿਉ ਤੇ ਚੌਧਰੀ ਫਜ਼ਲਦੀਨ ਦੀ ਮਦਦ ਨਾਲ ਪੂਰੀ ਕਰ ਲਾਂਗੇ ਆ ਧਰਮ ਦੇ ਨਾਂ ਤੇ ਲੜਾ ਕੇ। ਬਸ ਫਿਰ ਕੀ, ਫਿਰ ਆ ਤੂਤ ਵੀ ਆਪਣੇ, ਆ ਖੂਹ ਵੀ ਆਪਣਾ, ਆ ਛਾਂ ਵੀ ਆਪਣੀ। ਰਾਮ ਨਾਮ ਜਪਣਾ ਪਰਾਇਆ ਮਾਲ ਆਪਣਾ, ਰਾਮ ਨਾਮ ਜਪਣਾ ਪਰਾ। ਆਛੀ ਉਧਰ ਫਿਟੇ ਮੂੰਹ ਤੇਰੇ ਅਮਲੀਆ। ਓਏ ਸ਼ਕਲ ਚੰਗੀ ਨਹੀਂ ਤਾਂ ਕੰਮ ਤਾਂ ਕੋ ਚੰਗਾ ਕਰ ਲਿਆ ਕਰ। ਓਏ ਨਾ ਸ਼ਾਹ, ਓਏ ਐਡੇ ਜ਼ਰੂਰੀ, ਸ਼ਕਲ ਤੇਰੀ ਚੰਗੀ ਨਹੀਂ ਕਿ ਮੇਰੀ ਚੰਗੀ? ਤੇਰੀ ਅੱਛਾ। ਐਡੇ ਜ਼ਰੂਰੀ ਕੰਮ ਚੱਲਿਆ ਸੀ, ਆ ਕੇ ਸਾਲੇ ਨਾਲ ਵਿੱਚ ਇੰਨੇ ਚ ਮਾਰ ਦਿੱਤੀ। ਮੈਨੂੰ ਤਾਂ ਅੱਜ 3-4 ਜਾਣੀਆਂ ਕਹਿੰਦੇ ਸੀ ਤੂੰ ਸੋਹਣਾ ਹੀ ਬੜਾ ਲੱਗਦਾ ਆ। ਹਾਂ ਅੱਛਾ ਗੱਲ ਸੁਣ, ਤੂੰ ਕਿਹੜੇ ਜ਼ਰੂਰੀ ਕੰਮ ਚੱਲਿਆ ਸੀ? ਉਹ ਚੌਕੀਦਾਰ ਦਾ ਸੁਨੇਹਾ ਆਇਆ ਸੀ ਭਈ ਲਾਗਲੇ ਪਿੰਡ ਤਹਿਸੀਲਦਾਰ ਸਾਹਿਬ ਆਏ ਹੋਏ ਨੇ। ਨਾ ਤੂੰ ਉਹਨੂੰ ਜਾ ਕੇ ਦੁੱਧ ਪਿਆਉਣ ਆਇਆ? ਉਹ 2 ਘਣੀ ਸਾਡੇ ਕੋਲ ਵੀ ਬਹਿ ਜਾ ਕਰ। ਓਏ ਅਮਲੀਆ, ਹਾਂ। ਮੇਰੇ ਕੋਲ ਤੇਰੇ ਨਾਲ ਬਹਿਣ ਦਾ ਵੇਲ ਕਿੱਥੇ? ਆਹੋ ਅੱਗ ਲਾਈ ਤੇ ਡੱਬੂ ਕੰਧ ਤੇ। ਓਏ ਅਮਲੀਆ, ਐਵੇਂ ਅਵਾ ਤਵਾ ਬੋਲਦਾ ਰਹਿਣਾ ਤੇ ਮੈਂ ਕੀ ਕੀਤਾ ਓਏ? ਨਾ ਹਾਲੀ ਤੂੰ ਕੁਝ ਕੀਤਾ ਹੀ ਨਹੀਂ, ਹਾਲੀ ਤੂੰ ਹੋਰ ਕਰੇਗਾ। ਉਹ ਪਹਿਲਾਂ ਤਾਂ ਸੱਜਣ ਸਿਆਂ ਨੂੰ ਕਰਜ਼ਾ ਦੇ ਕੇ ਦੱਬ ਲਿਆ ਹੈ, ਹੁਣ ਇਲਮੇ ਨੂੰ ਤੂੰ ਪੁੱਠੀ ਪੱਟੀ ਪੜਾਣ ਡਿਆ ਆ। ਨਾ ਤੈਨੂੰ 2 ਭਰਾ ਇਕੱਠੇ ਬਹਿੰਦੇ ਚੰਗੇ ਨਹੀਂ ਲੱਗਦੇ। ਬੈਣ ਜਬ ਬੈਣ ਮੈਨੂੰ ਕੀ ਬੈਣ? ਨਾ ਤੂੰ ਜੇ ਬੈਠਣ ਦਵੇਂ ਤਾਂ ਹੀ ਨਾ। ਓਏ ਉਧਰ ਕਿੱਧਰ ਭੱਜਾ ਜਾਣ ਡਿਆ ਆ? ਅੱਜ ਕੁੱਤਾ ਖੁੱਲਾ ਹੀ। ਓਏ ਅਮਲੀਆ ਬੰਨ ਹੋਇਆ ਨੂੰ ਬੰਨ ਓਏ ਉਹ ਬੰਨ ਨੂੰ ਓਏ ਮੈਂ ਪਹਿਲਾਂ ਹੀ 2 ਵਾਰੀ ਧੋਤੀ ਪੜਵਾ ਬੈਠਾ ਓਏ। ਇਹ ਗੱਲ ਸੁਣ, ਓਏ ਆਪਣੀ ਧੋਤੀ ਦਾ ਤਾਂ ਬੜਾ ਫਿਕਰ ਹੈ। ਜਦੋਂ ਲੋਕਾਂ ਦੇ ਕੱਪੜੇ ਲਾਂਦਾ ਹੁੰਨਾ ਉਦੋਂ ਵੀ ਸੋਚ ਲਿਆ ਕਰ ਕੁਝ। ਜਾ ਸ਼ਰਮ ਨਾ ਮਰ ਜਾ ਕਿਤੇ ਜਾ ਕੇ। ਜਾ ਕੁੱਤਾ ਬੰਨਿਆ ਹੋਇਆ ਆ। ਓਏ ਅਮਲੀਆ, ਇਹਨੂੰ ਦੇਖ ਕੇ ਭੌਂਕਦਾ ਉਹ। ਤੂੰ ਸਾਰੀ ਉਮਰ ਨਾ ਆ ਤਾਂ ਹੀ ਫੈਂਟਦੇ ਰਹਿਣਾ ਤੇ ਆ ਪੱਤਾ ਸਿੱਟਣ ਵਾਲੇ ਪੱਤਾ ਸਿੱਟ ਕੇ ਗਾਂ ਜਾਂਦੇ ਆ। ਸਰਮਾਇਆ ਹੀ ਧਰਮ ਜਿਨ੍ਹਾਂ ਦਾ, ਵਰਤਣ ਧਰਮ ਕੁਧਰਮੀ ਲਈ। ਸਰਮਾਇਆ ਹੀ ਧਰਮ ਜਿਨ੍ਹਾਂ ਦਾ, ਵਰਤਣ ਧਰਮ ਕੁਧਰਮੀ ਲਈ। ਰੱਬ
अस्सलाम वालेकुम शाह जी। वालेकुम सलाम चौधरी फजलदीन जी। अब बड़ी लंबी उम्र है भाई तेरी। शुक्र है। तेनू ही याद पिया करदा सा। शुक्र है जी, शुक्र है तुसी याद फरमाया। हुक्म करो, बंदा आपकी खिदमत करके खुश होवेगा। ਵੇਖੋ ਨਾ ਚੌਧਰੀ ਸਾਹਿਬ, ਪੀਰੂਵਾਲ ਸਹੀ ਅਰਥਾਂ ਵਿੱਚ ਮੁਸਲਮਾਨਾਂ ਦਾ ਪਿੰਡ ਆ ਤੇ ਸਿੱਖਾਂ ਦੀ ਆਬਾਦੀ ਤੀਜੇ ਹਿੱਸੇ ਨਾਲੋਂ ਵੀ ਘੱਟ। ਉੱਥੋਂ ਦਾ ਨੰਬਰਦਾਰ ਸੀ ਸਿੱਖ ਚੇਤ ਸਿਉ। ਇੱਕ ਸਿੱਖ ਨੰਬਰਦਾਰ ਸਾਰੇ ਪਿੰਡ ਤੇ ਰਾਜ ਕਰਦਾ ਰਿਹਾ, ਪਰ ਸਾਡਾ ਵਾ ਵਧੇਰੇ ਕਰ ਉੱਥੋਂ ਦੇ ਮੁਸਲਮਾਨਾਂ ਨਾਲ ਰਿਹਾ। यानी कि तुसी दोवें ही रल के मुसलमानों नू लुटदे रहे हो शाह जी। ਚੌਧਰੀ ਸਾਹਿਬ, ਇਹਦੇ ਵਿੱਚ ਲੁੱਟਣਾ ਲੁਟਾਣਾ ਕੀ ਹੋਇਆ? ਇਹ ਤਾਂ ਖੱਬਾ ਧੋਵੇ ਸੱਜੇ ਨੂੰ, ਸੱਜਾ ਧੋਵੇ ਖੱਬੇ ਨੂੰ ਤੇ ਦੋਵੇਂ ਧੋਵਣ ਇੱਕ ਦੂਜੇ ਨੂੰ। ਅਸੀਂ ਵੇਲੇ ਇੱਕ ਵੇਲੇ ਉਹਨਾਂ ਦੀ ਗਰਜ ਪੂਰੀ ਕਰ ਦਿੰਦੇ ਰਹੇ ਆ ਤੇ ਉਹ ਨੇਕ ਇਨਸਾਨ ਘਰੇ ਆ ਕੇ ਵਾਪਸ ਕਰ ਜਾਂਦੇ ਨੇ। ਜੇ ਕੋਈ ਥੋੜਾ ਬਹੁਤ ਨਾਲ ਦੇ ਗਿਆ ਤਾਂ ਵਾਹ ਭਈ, ਨਹੀਂ ਤਾਂ ਉਹਦੀ ਮਰਜ਼ੀ। ਪਰ ਵੇਖਣ ਵਿੱਚ ਆਇਆ ਏ ਭਈ ਜਿੰਨਾ ਮੁਸਲਮਾਨ ਮਿਲਣ ਤੇ ਵਰਤਣ ਦੇ ਵਿੱਚ ਹੱਕ ਦੇ ਵਿੱਚ ਚੰਗਾ ਹੈ ਨਾ, ਉਹਨਾਂ ਹੋਰ ਕੋਈ ਨਹੀਂ। ए वफादार कौम है शाह जी, साडे वर्गा लगियां नभाउण वाला होर कोई नहीं मिलना। ਭਈ ਚੌਧਰੀ ਸਾਹਿਬ, ਇਹ ਗੱਲ ਮੰਨਣ ਵਾਲੀ ਹੈ। ਇਸੇ ਲਈ ਤਾਂ ਮੈਂ ਆਪਣੇ ਮਿੱਤਰ ਚੌਧਰੀ ਇਲਮਦੀਨ ਦੀ ਮਦਦ ਕਰ ਰਿਹਾ। ਆਹ ਨੰਬਰਦਾਰੀ ਵਾਸਤੇ, ਸੋ ਤੁਹਾਡੇ ਵਾਸਤੇ ਇਹ ਮਜ਼ਹਬ ਦੀ ਇੱਜ਼ਤ ਦਾ ਸਵਾਲ ਹੈ। शाह जी जरा खुल के समझाओ कि तुसी असल विच कहना की चाहते हो। ਵੇਖੋ ਚੌਧਰੀ ਸਾਹਿਬ, ਹੁਣ ਇੱਕ ਪਾਸਿਓਂ ਤਾਂ ਚੌਧਰੀ ਇਲਮਦੀਨ ਨੇ ਨੰਬਰਦਾਰੀ ਵਾਸਤੇ ਦਰਖਾਸਤ ਦਿੱਤੀ ਹੋਈ ਹੈ ਤੇ ਦੂਜੇ ਪਾਸਿਓਂ ਦਿੱਤੀ ਹੋਈ ਹੈ ਸੱਜਣ ਸਿਉ ਨੇ। ਪਰ ਚੌਧਰੀ ਇਲਮਦੀਨ ਦਾ ਇਨਸਾਫ ਵੇਖ ਲਓ। ਉਹਨੇ ਆਪਣੀ ਦਰਖਾਸਤ ਵਿੱਚ ਸਾਫ਼ ਲਿਖਿਆ ਏ ਬਈ ਇਸ ਪਿੰਡ ਵਿੱਚ ਦੋ ਕੌਮਾਂ ਵਸਦੀਆਂ ਨੇ, ਸਿੱਖ ਤੇ ਮੁਸਲਮਾਨ। ਇੱਕ ਨੰਬਰਦਾਰ ਸਿੱਖ ਬਣਾ ਦਿਓ ਤੇ ਦੂਜਾ ਬਣਾ ਦਿਓ ਮੁਸਲਮਾਨ। ਨਿਆਂ ਦੀ ਗੱਲ ਹੋਈ ਨਾ। ਪਰ ਸੱਜਣ ਸਿਉ ਕਹਿੰਦਾ ਹੈ ਭਈ ਮੈਂ ਇਕੱਲੇ ਨੇ ਨੰਬਰਦਾਰ ਬਣਨਾ ਹੈ, ਆ ਮੁਸਲਮਾਨਾਂ ਦਾ ਹੱਕ ਹੀ ਕੋਈ ਨਹੀਂ ਹੈ ਕਿ ਨਹੀਂ? ਨਿਰਾ ਹਿੱਕ ਦਾ ਧੱਕਾ। हाँ ਇਹ ਤਾਂ ਤੁਸੀਂ ਠੀਕ ਆਂਦੇ ਹੋ शाह जी, ਪਰ ਹੁਣ ਜਰਾ ਤੁਸੀਂ ਅਸਲ ਕੰਮ ਦੀ ਗੱਲ ਵੱਲ ਆਵੋ। ਬਈ ਦੇਖੋ ਚੌਧਰੀ ਸਾਹਿਬ, ਆਪਾਂ ਤਾਂ ਇਨਸਾਫ ਦੀ ਖਾਤਰ ਚੌਧਰੀ ਇਲਮਦੀਨ ਦੀ ਮਦਦ ਕਰ ਰਹੇ ਹਾਂ। ਸੋ ਤੁਹਾਡੇ ਵਾਸਤੇ ਮਜ਼ਹਬ ਦੀ ਇੱਜ਼ਤ ਦਾ ਸਵਾਲ ਹੈ। ਸੋ ਤੁਹਾਡਾ ਫਰਜ਼ ਇਹ ਹੈ ਕਿ ਵੇਖੋ ਵੇਖੋ शाह जी, ਜਿਵੇਂ ਤੁਸੀਂ ਹੁਕਮ ਕਰੋ ਮੈਂ ਤਾਬੇਦਾਰ ਹਾਂ, ਪਰ ਮੁਸਲਿਮ ਲੀਗ ਦੀ ਪਾਲਿਸੀ ਇਹੋ ਜਿਹੇ ਛੋਟੇ ਮੋਟੇ ਕੰਮਾਂ ਵਿੱਚ ਉਲਝਣਾ ਨਹੀਂ। ਫਿਰ ਮੈਂ ਕੀ ਕਰ ਸਕਦਾ ਹਾਂ? ਚੌਧਰੀ ਸਾਹਿਬ ਦੇਖੋ ਨਾ, ਮੈਂ ਆਪਣੇ ਮਿੱਤਰ ਇਲਮਦੀਨ ਨੂੰ ਵਾਅਦਾ ਕਰ ਬੈਠਾ ਤੇ ਤੁਹਾਡੇ ਵਾਸਤੇ ਇਹ ਮਜ਼ਹਬ ਦੀ ਇੱਜ਼ਤ ਦਾ ਸਵਾਲ ਹੋ ਗਿਆ ਨਾ। ਸੋ ਮੁਸਲਿਮ ਲੀਗ ਦੀ ਪਾਲਿਸੀ ਨਾ ਭਾਵੇਂ ਕੁਝ ਵੀ ਹੋਵੇ, ਪਰ ਮੈਂ ਤਾਂ ਤੁਹਾਡੀ ਆਪਣੀ ਪਾਲਿਸੀ ਦੀ ਗੱਲ ਕਰ ਰਿਹਾ ਨਾ। ਵੇਖੋ ਐ ਇਨਸਾਨੋ ਵੇਖੋ, ਚੱਲਦੀ ਚਾਲ ਸ਼ੈਤਾਨਾਂ ਦੀ, ਸੋਚਾਂ ਵਿੱਚ ਤੀਰਾਂ ਦੀਆਂ ਨੋਕਾਂ, ਗੱਲਾਂ ਲਚਕ ਕਮਾਨਾਂ ਦੀ। ਵੇਖੋ ਐ ਇਨਸਾਨੋ ਵੇਖੋ, ਇਹ ਜੋ ਸ਼ਾਹ ਦੇ ਰੂਪ 'ਚ ਦਿਸਦਾ ਬੰਦਿਆਂ ਵਰਗਾ ਲੱਗਦਾ ਏ। ਇਹ ਜੋ ਸ਼ਾਹ ਦੇ ਰੂਪ 'ਚ ਦਿਸਦਾ ਬੰਦਿਆਂ ਵਰਗਾ ਲੱਗਦਾ ਏ। ਇਹ ਵੀ
कर जावे जिस कर होवे आओ भगत मेहमाना दी वेखो ऐ इंसानो वेखो चलदी चाल शैताना दी वेखो ऐ इंसानो वेखो वेखो ऐ इंसानो वेखो वेखो ऐ इंसानो वेखो वेखो ऐ इंसानो वेखो ਓ ਬਈ ਸੱਜਣ ਸਿਆ ਆ ਕਿੱਥੇ ਆ ਅੱਲਾ ਸਿਆ ਹਾਂ ਕੀ ਹਾਲ ਚਾਲ ਆ ਹਾਲ ਫਨੇ ਖਾਂ ਬਾਬੇ ਦੀ ਫੁੱਲ ਕਿਰਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜਥੇਦਾਰ ਜੀ ਕਿਵੇਂ ਦਰਸ਼ਨ ਦਿੱਤੇ ਆ ਵਾਹ ਬਈ ਵਾਹ ਤੂੰ ਪੁੱਛਦਾ ਏ ਕਿਵੇਂ ਦਰਸ਼ਨ ਦਿੱਤੇ ਨੇ ਓਏ ਅਸੀਂ ਤੇਰੇ ਥਾਂ ਸਿਰ ਵਢਾਉਣ ਨੂੰ ਫਿਰਦੇ ਆ ਸਿਰ ਤੇ ਤੈਨੂੰ ਸਾਡੇ ਦਰਸ਼ਨਾਂ ਦਾ ਹੀ ਨਹੀਂ ਪਤਾ ਇਹ ਤਾਂ ਉਹ ਗੱਲ ਹੋਈ ਉਥੇ ਮਦਈ ਸੁਸਤ ਤੇ ਗਵਾਹ ਚੁਸਤ ਮਿਹਰਬਾਨੀ ਤੁਹਾਡੀ ਪਰ ਓਏ ਮਿਹਰਬਾਨੀ ਕਾਦੀ ਅਸੀਂ ਕਿਸੇ ਸਿਰ ਕੋਈ ਸਾਨ ਨਹੀਂ ਕਰਨਾ ਇਹ ਪੰਥ ਦੀ ਇੱਜ਼ਤ ਦਾ ਸਵਾਲ ਆ ਹਾਂ ਸੱਜਣ ਸਿਆ ਪੰਥ ਦੀ ਇੱਜ਼ਤ ਹੋਵੇ ਨਾ ਹੋਵੇ ਇਹ ਜਥੇਦਾਰ ਸੁੰਦਰ ਸਿੰਘ ਹੁਣਾਂ ਦੀ ਆਪਣੀ ਇੱਜ਼ਤ ਦਾ ਸਵਾਲ ਜ਼ਰੂਰ ਆ ਤੂੰ ਚੁੱਪ ਕਰ ਓਏ ਅਗਲੀਆ ਤੁਹਾਡੇ ਪਿੰਡ 'ਚ ਬਾਬਾ ਕਾਲੀ ਕਿਹੜਾ ਬਈ ਉਹ ਪਾਰਟੀ ਵੱਲੋਂ ਮੋਰਚੇ ਤੇ ਗਏ ਹੋਏ ਨੇ ਲਾ ਆ ਹੋਰ ਸੁਣ ਲਓ ਮਹਿੰਗਾ ਸਿੰਘ ਜੀ ਸਾਨੂੰ ਮੋਰਚੇ ਦਾ ਪਤਾ ਹੀ ਨਹੀਂ ਬੱਲੇ ਬਈ ਬੱਲੇ ਉਹ ਬੇਬੇ ਨੇ ਨਾਂ ਬੜਾ ਸੋਹਣਾ ਰੱਖਿਆ ਮਹਿੰਗਾ ਸੋ ਉਹ ਇਹਨੂੰ ਤਾਂ ਸਸਤੇ ਭਾਅ ਵੀ ਨਾ ਕੋਈ ਖਰੀਦੇ ਨਾ ਜਥੇਦਾਰ ਜੀ ਬਾਬਾ ਕਾਲੀ ਤਾਂ ਸਾਂਝੇ ਮੋਰਚੇ ਵਾਸਤੇ ਗਏ ਆ ਤੇ ਤੁਹਾਡਾ ਮੋਰਚਾ ਆਪਣੇ ਮਕਸਦ ਵਾਸਤੇ ਆ ਉਹ ਜਾ ਜਾ ਤੈਨੂੰ ਸਮਝ ਨਹੀਂ ਪਾਸਤਾ ਨਹੀਂ ਇਹਨਾਂ ਗੱਲਾਂ ਦੀ ਨਾ ਸੱਜਣ ਸਿਆ ਤੇਰੀ ਬੇਵਕੂਫੀ ਬਾਰੇ ਕੀ ਕਹੀਏ ਤੂੰ ਸਾਡੇ ਕੋਲ ਆਉਂਦਾ ਆ ਕੇ ਬੇਨਤੀ ਕਰਦਾ ਹੈ ਤੈਂ ਬੇਨਤੀ ਕਦੇ ਨਾ ਕੀਤੀ ਇਹ ਤਾਂ ਤੇਰੇ ਮਿੱਤਰ ਧੰਨੇ ਸ਼ਾਹ ਕੋਲੋਂ ਸਾਨੂੰ ਪਤਾ ਲੱਗਿਆ ਨਹੀਂ ਤਾਂ ਸਾਡੇ ਸੁੱਤਿਆਂ ਸੁੱਤਿਆਂ ਹੀ ਭਾਵੇਂ ਜਥੇਦਾਰ ਜੀ ਸਹੀ ਗੱਲ ਤਾਂ ਇਹ ਆ ਵੀ ਮੈਨੂੰ ਹਾਲੇ ਤੁਹਾਡੀ ਗੱਲ ਦੀ ਸਮਝ ਹੀ ਨਹੀਂ ਲੱਗੀ ਲਾ ਆ ਹੋਰ ਸੁਣ ਲਓ ਮਹਿੰਗਾ ਸਿੰਘ ਜੀ ਹਾਲੇ ਤੀਕ ਇਹ ਸਾਡੀ ਗੱਲ ਹੀ ਨਹੀਂ ਸਮਝਿਆ ਉਹ ਤੁਸੀਂ ਗੁੱਸੇ ਨਾ ਹੋਵੋ ਜਥੇਦਾਰ ਜੀ ਮੇਰੇ ਵਰਗੇ ਅਣਜਾਣ ਤੇ ਅਨਪੜ੍ਹ ਬੰਦੇ ਤੋਂ ਗਲਤੀ ਵੀ ਤਾਂ ਹੋ ਸਕਦੀ ਆ ਪਰ ਤੁਸੀਂ ਜਰਾ ਧੀਰਜ ਨਾਲ ਸਮਝਾ ਦਿਓ ਦੇਖ ਤੇਰੇ ਕਾਰਨਾਮਿਆਂ ਨੇ ਸਾਰੇ ਪੰਥ ਨੂੰ ਵਕਤ ਪਾਇਆ ਪਿਆ ਕੁਆੜੇ ਤੇਰੇ ਤੇ ਤੇਰੇ ਯਾਰ ਦੇ ਸਮਝਾ ਸੀ ਦਈਏ ਓ ਕਮਲਿਆ ਕਦੇ ਮੁਸਲਮਾਨ ਵੀ ਮਿੱਤ ਬਣਿਆ ਨਾ ਦੇਖ ਲਈ ਅਲ ਮਦੀਨੇ ਦੀ ਕਰਤੂਤ ਆਹੋ ਸੰਜਣ ਸਿਆ ਹੁਣ ਗਾਂਗਾ ਜਥੇਦਾਰ ਸੁੰਦਰ ਸਿੰਘ ਹੁਣਾਂ ਦੀ ਕਰਤੂਤ ਵੀ ਦੇਖਦਾ ਜਾਈ ਔਰ ਜੋ ਤੇਰੀ ਕਤੀੜ ਦੀ ਹੱਕ ਤੀੜ ਨੇ ਸਾਰਾ ਹੀ ਮੂੰਹ ਭਰ ਕੇ ਰੱਖਤਾ ਜਥੇਦਾਰ ਜੀ ਆ ਤੁਹਾਡਾ ਤਾਂ ਮੂੰਹੇ ਭਰਿਆ ਓਏ ਇਹਨੇ ਤਾਂ ਮੈਨੂੰ ਸਾਰਾ ਹੀ ਭਰਤਾ ਉਹ ਤੁਸੀਂ ਲੰਬੜਦਾਰੀ ਦੇ ਝਗੜੇ ਵਾਲੀ ਗੱਲ ਕਰਦੇ ਹੋ ਉਹ ਤੇ ਇੱਕ ਮਾਮੂਲੀ ਜਿਹੀ ਗੱਲ ਏ ਝਗੜਾ ਅਦਾਲਤ ਵਿੱਚ ਹੈ ਜੋ ਅਦਾਲਤ ਫੈਸਲਾ ਦੇਵੇਗੀ ਦੇਖੀ ਜਾਵੇਗੀ ਦੇਖ ਮੈਨੂੰ ਐਵੇਂ ਗੁੱਸਾ ਨਾ ਚੜਾ ਤੇਰੇ ਵਰਗੇ ਬੰਦੇ ਐ ਪੰਥ ਦੀ ਕੰਡ ਲਵਾਉਂਦੇ ਹੁੰਦੇ ਆ ਜੇ ਭਲਾ ਮਾਮੂਲੀ ਗੱਲ ਸੀ ਤਾਂ ਮੁਸਲਿਮ ਲੀਗ ਹੀ ਇੱਥੇ ਬੜੇਵੇਂ ਲੈਣ ਆਏ ਸੀ ਉਹ ਤੇ ਕੁਝ ਸ਼ਰਾਰਤੀ ਬੰਦਿਆਂ ਦਾ ਕੰਮ ਹੈ ਜਿਨ੍ਹਾਂ ਨੂੰ ਅੱਗ ਲਾਉਣ ਤੋਂ ਬਗੈਰ ਕੋਈ ਕੰਮ ਹੀ ਨਹੀਂ ਹੁੰਦਾ ਮੈਂ ਕਹਿੰਦਾ ਯਾਰ ਇਹਦੀ ਮੱਤ ਨੂੰ ਹੋ ਕੀ ਗਿਆ ਨਾ ਗੱਲ ਸੁਣ ਤੇਰਾ ਕੀ ਖਿਆਲ ਹੈ ਜਥੇਦਾਰ ਹੁਣੀ ਹੁਣ ਅੱਗ ਬੁਝਾਉਣ ਆਏ ਆ ਤੂੰ ਚੁੱਪ ਨਾ ਕਰੀ ਅੱਛੀ ਮੈਂ ਕਹਿੰਦਾ ਯਾਰ ਇਹਨੂੰ ਹੋ ਕੀ ਗਿਆ ਆ ਐਡਾ ਵੱਡਾ ਇਸ਼ਤਿਹਾਰ ਉਹ ਕਿਸੇ ਮਾਮੂਲੀ ਸ਼ਰਾਰਤੀ ਬੰਦੇ ਦਾ ਕੰਮ ਨਹੀਂ ਇਹ ਮੁਸਲਿਮ ਲੀਗ ਦੀ ਗਿਣੀ ਮਿੱਥੀ ਸਾਜ਼ਿਸ਼ ਹੈ ਸਾਜ਼ਿਸ਼ ਸੋ ਪੰਥ ਨੇ ਵੀ ਇਹ ਫੈਸਲਾ ਕਰ ਲਿਆ ਹੈ ਕਿ ਮੁਸਲਿਮ ਲੀਗ ਦੀ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਸੱਜਣ ਸਿਆ ਆਪਣੇ ਤਿੰਨ ਬੰਦਿਆਂ ਦੀ ਸਲਾਹ ਨੂੰ ਪੰਥ ਦਾ ਫੈਸਲਾ ਦੱਸੀ ਜਾਂਦਾ ਆ ਜਥੇਦਾਰ ਜੀ ਚਾਹ ਲਿਆਵਾਂ ਦੁਰ ਫਿਟੇ ਮੁਰਦਾ ਬੋਲੂ ਖੱਫਣ ਪਾੜੂ ਅਮਲੀ ਹੋ ਕੇ ਚਾਹ ਦੀ ਸੁਪਨੇ ਓਏ ਜਥੇਦਾਰ ਚਾਹ ਨਹੀਂ ਪੀਂਦੇ
ਅੱਛਾ ਦੁੱਧ ਦੀ ਗੜਬੀ ਚਾਹੀਦੀ ਆ, ਦੁੱਧ ਦੀ। ਹਾਂ ਹਾਂ ਦਵਾਈ ਲੈਣੀ ਆ ਅਸੀਂ ਸਵਾ ਸੇਰ ਦੁੱਧ ਨਾਲ। ਚੰਗਾ ਉਹ ਕਾੜੇ ਵਾਲਾ ਲੈਣਾ ਕਿ ਤਾਜ਼ਾ ਤਾਜ਼ਾ? ਲੈਜੀਆਂ ਵਾਲਾ। ਅੱਛਾ ਅੱਛਾ ਅੱਧਾ ਸੇਰ ਦੁੱਧ ਆਪਾਂ ਵੀ ਛਕ ਲਾਂਗੇ। ਮੈਂ ਕਿਹਾ ਸੱਜਣ ਸਿਆ, ਜੇ ਮੇਰੀ ਗੱਲ ਮੰਨੇ ਤਾਂ ਮੱਝ ਥੱਲੇ ਕੱਟਾ ਛੱਡਣ ਦੀ ਬਜਾਏ ਇਹਨੂੰ ਛੱਡ। ਸ਼ਾਇਦ ਆਪਣੀਆਂ ਲੱਤਾਂ ਤੇ ਹੀ ਖਲੋ ਜਵੇ। ਸਵੇਰੇ ਸਵਾ ਸੇਰ ਬਦਾਮਾਂ ਦਾ ਸ਼ਰਬਤ ਦੇਣਾ ਨਾ ਭੁੱਲਿਓ। ਓ ਭੱਲੇ ਹਾਂ ਅੱਧਾ ਸੇਰ ਬਦਾਮਾਂ ਦਾ ਸ਼ਰਬਤ ਆਪਾਂ ਵੀ ਪੀ ਲਾਂਗੇ। ਓ ਬੱਲੇ ਓ ਮੇਰੇ ਸ਼ੇਰ ਦੇ, ਉਹ ਤੂੰ ਅੱਧਾ ਸ਼ੇਰ ਦੀ ਗੱਲ ਕਰਨਾ, ਮੈਂ ਤੈਨੂੰ ਨਾ ਪੌਣਾ ਸ਼ੇਰ ਬੁਲਾਉਂ ਜੇ ਤੂੰ ਨਾ 6 ਬੈਠਕਾਂ ਕੱਢ ਦੇ ਤਾਂ। ਪੂਰਾ ਪੌਣਾ ਸੇਰ? ਪੂਰਾ ਪੌਣਾ ਸ਼ੇਰ। ਆ ਲੈ ਫੜ ਫਿਰ। ਹੈਂ? ਉਹ ਤੂੰ ਇੰਨਿਆਂ ਦੀ ਗੱਲ ਕਰਦਾ, ਮੈਂ ਤਾਂ ਇਹ ਤੋਂ ਵੀ ਜ਼ਿਆਦਾ ਕਰ ਦੂੰ। ਬੱਲੇ ਰੁਸਤਮੇ ਹਿੰਦ। ਲੈ ਦੇਖ ਫਿਰ। ਆ ਇੱਕ। ਵਾਹ 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 ਲੈ ਅੱਗੇ ਅੱਗੇ ਦੇਖ ਫਿਰ। ਓਏ ਸਵਾ ਸੇਰ। ਅੱਛਾ ਅਸੀਂ ਖਾਣੇ ਵਾਲੀਆਂ ਗੱਲਾਂ ਦੇ ਨਾਲ ਮਿਲ ਕੇ ਕੱਢਦੇ ਆ ਬੈਠ ਕੇ। ਲੈ ਦੇਖ ਫਿਰ। ਬੱਲੇ ਬੱਲੇ, ਇਹ ਤਾਂ ਭਵਾਨੀ ਕਿਹੜਾ ਤੇ ਇੰਡਿਆ ਤੂੰ। ਆ ਬੱਲੇ 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 ਬੱਲੇ। ਆਈ ਸ਼ਾਬਾਸ਼ ਭਾਈ, ਹੁਣ ਤਾਂ ਪੌਣਾ ਸ਼ੇਰ ਲੱਗਦਾ ਹੀ ਆ ਦੇਣਾ। ਪੂਰਾ ਪੌਣਾ ਸੇਰ। ਲੈ ਫਿਰ ਦੇਖ। ਆ ਸ਼ਾਬਾਸ਼, ਮੈਂ ਵੀ ਕੱਢਾਂ ਤੇਰੇ ਨਾਲ ਜ਼ੋਰ ਲਾਵਾਂ ਜਰਾ। ਆ ਸ਼ਾਬਾਸ਼। ਹਾਏ ਓਏ ਮੇਰੇ ਰੱਬਿਆ, ਓਏ ਓਏ ਹੱਡੀਆਂ ਬਚੀਆਂ ਕਿ ਨਹੀਂ ਬਚੀਆਂ? ਓ ਲੈ ਬਹਿ ਜਾ, ਓਏ ਲੈ ਜਾ। ਓ ਮੇਰੀ ਗੱਲ ਸੁਣ ਮੇਰਿਆ ਯਾਰਾ, ਪੌਣਾ ਸ਼ੇਰ ਹਜਮ ਕਰ ਲਏਗਾ ਤੂੰ? ਹੈ ਇਹ ਨਾ ਹੋਵੇ ਪਿਆ ਤਾਂ ਮੈਂ ਦਊਂਗਾ, ਫਿਰ ਸਾਰਾ ਦਿਨ ਉੱਥੇ ਖੇਤਾਂ 'ਚ ਬੈਠਾ ਬੋ ਹੀ ਮਾਰਦਾ ਰਵੇਂ। ਚੱਲ ਓਏ ਹੋਏ 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 ਜੱਟਾ ਮਾਰ ਜੀ। ਉਹ ਕਿਉਂ ਗੁੱਸਾ ਕਰਦੇ ਹੋ ਮੇਰੇ ਤੇ? ਗੁੱਸਾ ਕਰੀਏ ਨਾ, ਤੂੰ ਕਿਹੜੀਆਂ ਗੱਲਾਂ 'ਚ ਪੈ ਗਿਆ, ਸਾਨੂੰ ਕੀ ਫਿਕਰ ਆ? ਇੱਥੇ ਬਹੁਤ ਵੱਡਾ ਇਕੱਠ ਹੋਵੇਗਾ। ਮੁਸਲਿਮ ਲੀਗ ਨਾਲੋਂ ਸਾਡੇ ਬਹੁਤ ਲੀਡਰ ਇਕੱਠੇ ਹੋਣਗੇ। ਏਡੇ ਵੱਡੇ ਕੰਮ ਲਈ ਤੇ ਪਹਿਲਾਂ ਸਾਰੇ ਪਿੰਡ ਨਾਲ ਸਲਾਹ ਕਰਨੀ ਪਵੇਗੀ। ਲਾ ਅਸੀਂ ਕਿਸੇ ਤੋਂ ਕੀ ਸਲਾਹ ਲੈਣੀ ਹੋਈ? ਇਹ ਪੰਥ ਦਾ ਹੁਕਮ ਹੈ, ਹੁਕਮ। ਸੋ ਸਾਰੇ ਪਿੰਡ ਨੂੰ ਪੰਥ ਦਾ ਹੁਕਮ ਮੰਨਣਾ ਪਵੇਗਾ। ਇੱਥੇ ਬਹੁਤ ਵੱਡਾ ਇਕੱਠ ਹੋਵੇਗਾ। ਤੂੰ ਘਬਰਾ ਨਾ, ਖਰਚ ਵਾਸਤੇ ਇਲਾਕੇ ਚੋਂ ਗਰਾਈ ਕੀਤੀ ਜਾਵੇਗੀ। ਆ ਤੇਰੀ ਖਾਤਰ ਆਏ 4 ਲੀਡਰਾਂ ਨੂੰ ਓਏ ਚੱਜ ਦੀ ਰੋਟੀ ਵੀ ਨਹੀਂ ਖਵਾ ਸਕਦਾ ਤੂੰ? ਹਾਂ ਸੱਜਣ ਸਿਆ, ਇਹ ਗਰਾਈ ਤਾਂ ਸਾਰੀ ਜਥੇਦਾਰ ਹੋਣਾ ਦੀ ਜੇਬ 'ਚ ਜਾਊ, ਤੇ ਰੋਟੀ ਖਵਾਉਣ ਵਾਸਤੇ ਜਿਹੜੇ ਬੰਦੇ ਹੋਣਗੇ ਉਹ ਧਨੇ ਸ਼ਾਹ ਕੋਲ ਜਾ ਕੇ ਹੋਰ ਕਰਜ਼ਾ ਲੈ ਲਈ ਤੂੰ। ਹਾਂ ਲੱਗਦਾ ਅਮਲੀਆਤ ਤੈਨੂੰ ਸੁੱਟਣਾ ਹੀ ਪੈਣਾ। ਗੱਲ ਸੁਣੋ ਜਥੇਦਾਰ ਨਹੀਂ, ਛਿੱਕ ਫੇਰ ਤਕੜੀ ਆਣ ਡਈ ਆ। ਮੈਂ ਇੱਕ ਗੱਲ ਦੱਸਾਂ, ਮੈਨੂੰ ਮਰੇ ਨੂੰ ਕੀ ਮਾਰਨਾ? ਉਹ ਜੇ ਸੋਧਣਾ ਹੀ ਆ ਤਾਂ ਇਹਨੂੰ ਸੋਧੋ। ਅੱਗੇ ਧਰਤੀ ਤੇ ਭਾਰ ਆ, ਨਾਲੇ ਰਾਸ਼ਨ ਬਚੂ ਤੁਹਾਡਾ। ਓਏ ਰਾਸ਼ਨ ਤੋਂ ਗੱਲ ਯਾਦ ਆ ਗਈ। ਹੋ ਰੋਟੀ ਲਿਆ। ਸਾਡੀ ਰੋਟੀ ਪਾਣੀ ਦਾ ਬੰਦੋਬਸਤ ਕਰ ਜਾ ਕੇ। ਨਹੀਂ ਕਰਦਾ ਨਹੀਂ, ਗੱਲ ਕਿਹੜੀ ਆ? ਆ ਸਾਡੇ ਵਾਸਤੇ ਵੀ 4-5 ਮੂੜੀਆਂ ਵਾਲੇ ਪਰੌਂਠੇ ਬਣਾ ਲੈਣਾ। ਮੂਲੀਆਂ ਵਾਲੇ ਪਰੌਂਠੇ? ਤੇਰਾ ਬੇੜਾ ਗਰਕ ਹੋ ਜਾਏ ਤੇਰਾ। ਬਣ ਜਾਣ ਜੇ ਇਹ ਬੰਦੇ ਬੰਦੇ ਕਹਾਉਣ ਵਾਲੇ, ਮੁੱਕ ਜਾਣ ਸਾਰੇ ਝਗੜੇ ਦੁੱਖਾਂ 'ਚ ਪਾਉਣ ਵਾਲੇ। ਬਣ ਜਾਣ ਜੇ ਇਹ ਬੰਦੇ। ਲੜ ਲੜ ਕੇ ਮਰ ਰਹੇ ਨੇ ਮਜ਼ਹਬਾਂ ਦੇ ਨਾਂ ਤੇ ਲੋਕੀ। ਲੜ ਲੜ ਕੇ ਮਰ ਰਹੇ ਨੇ ਮਜ਼ਹਬਾਂ ਦੇ ਨਾਂ ਤੇ ਲੋਕੀ। ਤੱਕਦੇ ਨੇ ਖੁਦ ਤਮਾਸ਼ਾ ਕੁੱਕੜ
ਜੈਨਾ। ਸਤਿ ਸ੍ਰੀ ਅਕਾਲ। ਕੀ ਗੱਲ ਤੂੰ ਸਾਡੇ ਘਰ ਆਉਣਾ ਹੀ ਛੱਡ ਦਿੱਤਾ? ਭਰਾਵਾ ਤੂੰ ਕਹਿਣਾ ਇਹ ਗੱਲ, ਤੁਹਾਡੇ ਘਰ ਤੋਂ ਬਿਨਾ ਜੈਨਾ ਕੋਲੇ ਹੋਰ ਕਿਹੜਾ ਆਸਰਾ ਹੈ ਜਾਣ ਨੂੰ, ਜਿੱਥੇ ਜਾ ਕੇ ਉਹ ਦਿਲ ਦੀ ਭੜਾਸ ਕੱਢ ਸਕੇ। ਮੈਂ ਸੋਚਿਆ ਸ਼ਾਇਦ ਇਲਮਦੀਨ ਨੇ ਮਨਾ ਕਰ ਦਿੱਤਾ ਹੋਵੇ। ਆਪਦੇ ਭਰਾ ਦੇ ਘਰੇ ਆਉਣੋਂ ਉਹਦੇ ਰੋਕਿਆ ਨਹੀਂ ਮੈਂ ਰੁਕਦੀ। ਧਰਮ ਨਾਲ ਮੈਂ ਕਿਸੇ ਨਾਰਾਜ਼ਗੀ ਨਾਲ ਨਹੀਂ ਉਹ ਕਿਹਾ। ਮੈਂ ਤੇ ਦਿਲੋਂ ਇਲਮਦੀਨ ਨਾਲ ਵੀ ਨਾਰਾਜ਼ ਨਹੀਂ। ਹਾਂ, ਸ਼ਿਕਾਇਤ ਜ਼ਰੂਰ ਆ। ਜੇ ਉਹਨੇ ਦਰਖਾਸਤ ਕਰਨੀ ਸੀ ਤੇ ਮੇਰੇ ਨਾਲ ਸਲਾਹ ਕਰ ਲੈਂਦਾ, ਉਹੀ ਬਣ ਜਾਂਦਾ ਲੰਬੜਦਾਰ। ਮੈਂ ਤੇ ਉਹ ਕਿਤੇ ਦੋਸਤ ਆ? ਭਰਾਵਾ ਉਹ ਕਿਸੇ ਸ਼ੈਤਾਨ ਦੇ ਮੋਢੀ ਚੜ ਗਿਆ ਹੈ। ਉਹਨੇ ਕਿਸੇ ਘਰ ਦੇ ਨਾਲ ਸਲਾਹ ਨਹੀਂ ਕੀਤੀ ਤਾਂ ਤੇਰੇ ਨਾਲ ਕਿੱਥੋਂ ਕਰ ਲੈਂਦਾ। ਕਸਮ ਹੈ ਅੱਲਾ ਪਾਕ ਦੀ, ਮੈਨੂੰ ਤਾਂ ਉਦਣ ਭੈਣ ਕੋਲੋਂ ਜਾ ਕੇ ਪਤਾ ਲੱਗਿਆ। ਘਰੇ ਜਾ ਕੇ ਮੈਂ ਉਹਦੇ ਨਾਲ ਬਥੇਰਾ ਲੜੀ ਖਪੀ, ਪਰ ਅੱਗੋਂ ਬੋਲਿਆ ਨਹੀਂ। ਸਿੱਧੇ ਮੂੰਹ ਤਾਂ ਉਹ ਮੇਰੇ ਨਾਲ ਪਹਿਲਾਂ ਵੀ ਨਹੀਂ ਬੋਲਦਾ, ਪਰ ਉਦਣ ਦੇ ਤਾਂ ਅਸੀਂ ਜ਼ਬਾਨ ਸਾਂਝੀ ਕਰਨ ਦੇ ਵੀ ਰਵਾਦਾਰ ਨਹੀਂ। ਉਹਨੂੰ ਤੇਰੇ ਤੇ ਚੜੋ ਖੱਤੀ ਨਹੀਂ ਸੀ ਕਰਨੀ ਚਾਹੀਦੀ। ਆ ਸਾਰਾ ਪਿੰਡ ਤੁਹਾਡੀ ਦੋਸਤੀ ਦੀਆਂ ਗੱਲਾਂ ਕਰਿਆ ਕਰਦਾ ਸੀ, ਪਰ ਪਤਾ ਨਹੀਂ ਨਖੱਤਾ ਕਿਹਦੀ ਬੈਠਕ ਬਹਿ ਗਿਆ ਤੇ ਕਿਹਨੇ ਉਹਨੂੰ ਪੁੱਠੀ ਪੱਟੀ ਪੜਾ ਦਿੱਤੀ ਆ। ਦੇਖਣਾ ਜਾਨਾ ਭੈਣ, ਲੰਬੜਦਾਰੀ 'ਚ ਪਿਆ ਕੁਛ ਨਹੀਂ ਤੇ ਨਾ ਮੈਂ ਇੰਨਾ ਭੁੱਖਾ ਹੀ ਆ ਚੌਧਰ ਦਾ। ਪਰ ਹੁਣ ਤੇ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਾਲੀ ਗੱਲ ਬਣ ਗਈ ਆ। ਖਾਵੇ ਕੋੜੀ ਨਾ ਖਾਵੇ ਕਲੰਕੀ। ਜਦੋਂ ਜਦੀ ਦੋਵੇਂ ਧਿਰਾਂ ਉੱਜੜਦੇ ਆ ਪਏ। ਆ ਜਿਹੜੇ ਲੋਕ ਸਾਡੀ ਯਾਰੀ ਵੱਲ ਦੇਖ ਦੇਖ ਸੜਦੇ ਹੁੰਦੇ ਸੀ ਨਾ, ਅੱਜ ਮਖੌਲਾਂ ਪਏ ਕਰਦੇ ਨੇ। ਜਾ ਅਜੇ ਵੀ ਆਖਸੂ ਇੱਕ ਵਾਰੀ ਅੱਧੀ ਜ਼ਬਾਨ ਨਾਲ ਘਰ ਆਣ ਕੇ ਕਹਿ ਦੇਵੇ ਮੈਂ ਆਪਣੀ ਦਰਖਾਸਤ ਵਾਪਸ ਲੈ ਲੂੰਗਾ, ਉਹੀ ਬਣ ਜਾਵੇ ਲੰਬੜਦਾਰ। ਮੈਨੂੰ ਕੋਈ ਗਿਲਾ ਨਹੀਂ। ਭਰਾਵਾ ਤੈਨੂੰ ਤਾਂ ਮੈਂ ਕੋਈ ਇਲਾਮਾ ਨਹੀਂ ਦਿੰਦੀ। ਮੈਂ ਤਾਂ ਆਪਣੇ ਆਪ 'ਚ ਹੀ ਫੋੜੇ ਵਾਂਗ ਭਰੀ ਪਈ ਆ। ਨਰੋਏ ਥਾਂ ਤੇ ਜੇ ਧੱਫਾ ਵੀ ਵੱਜ ਜੇ ਨਾ ਤੇ ਕੋਈ ਫਰਕ ਨਹੀਂ ਪੈਂਦਾ, ਪਰ ਦੁੱਖ ਦੇ ਥਾਂ ਤੇ ਜੇ ਕੱਪੜਾ ਵੀ ਛੋ ਜੇ ਨਾ ਤੇ ਤਰਾਟਾਂ ਪੈ ਜਾਂਦੀਆਂ। ਉਹ ਹਾਲਤ ਹੈ ਮੇਰੀ। ਆ ਦੇਖ ਮੇਰੇ ਹੱਥ ਕਿੱਡੇ ਕਿੱਡੇ ਛਾਲੇ ਪਏ ਹੋਏ ਆ। ਤੜਕੇ ਦੀ ਉੱਠੀ ਸਬਜ਼ੀ ਗੁੜਦੀ ਆਈ ਆ। ਇਹ ਇਲਮਦੀਨ ਦੀ ਮੱਤ ਨੂੰ ਕੀ ਹੋ ਗਿਆ? ਹਾਏ ਓ ਰੱਬਾ, ਇਹ ਸਬਜ਼ੀਆਂ ਗੁੱਡਣਾ ਜਨਾਨੀਆਂ ਦਾ ਕੰਮ ਆ। ਨਾ ਗੁੱਡਾ ਤਾਂ ਖਾਵਾਂ ਕਿੱਥੋਂ? ਜਿੰਨਾ ਉਹ ਕਮਾਉਂਦਾ ਹੈ ਨਾ, ਦੁੱਗਣਾ ਕਰਜ਼ਾ ਹੈ ਉਹਦੇ ਸਿਰ ਤੇ। ਦੇਖ ਜਾਨਾ 4-5 ਮਹੀਨੇ ਹੋ ਗਏ ਦੋਹਾਂ ਘਰਾਂ ਨੂੰ ਦੂਰ ਹੋਇਆ। ਔਰ ਇਹਨਾਂ ਹਾਲਤਾਂ ਵਿੱਚ ਮੈਂ ਤੁਹਾਡੇ ਲਈ ਕਰ ਵੀ ਤੇ ਕੁਝ ਨਹੀਂ ਸਕਦਾ। ਚੰਗਾ ਭੈਣਾ, ਮੈਂ ਚੱਲਦਾ। ਦਿਲ ਦਰਿਆਵੀ ਬਨ ਜੋ ਪੈਂਦੇ, ਗੱਜ ਪਰ ਨੈਣਾ ਚੋ ਵੈਂਦੇ, ਘੜਿਆਂ ਚੋਂ ਬਰਕਤ ਰੁੜ ਜਾਵੇ, ਚੁੱਲ੍ਹੇ ਭਿੱਜ ਭਿੱਜ ਠਰਦੇ ਰਹਿੰਦੇ। ਹਾਏ ਚੁੱਲ੍ਹੇ ਭਿੱਜ ਭਿੱਜ ਠਰਦੇ ਰਹਿੰਦੇ। ਕਿਉਂ ਸੱਜਣ ਸਿਆ ਆ ਗਿਆ ਸ਼ਾਹ ਕੋਲੋਂ ਹੋਰ ਕਰਜ਼ੇ ਤੇ ਅੰਗੂਠਾ ਲਾ ਕੇ, ਜਾਂ ਫਿਰ
ਉਹ ਵਕੀਲਾਂ ਦਾ ਘਰ ਭਰ ਕੇ ਕਰ ਲਾ ਅਮਲੀਆ ਤੂੰ ਵੀ ਟਿਚਕਰਾ। ये मुस्लिम बहुगिनती का गांव है, इसलिए यहाँ का नंबरदार भी मुस्लिम ही होना चाहिए। ਉਹ ਗੱਲ ਸੁਣ, ਇਹ ਆਪਣੇ ਇਲਮੇ ਦੀ ਆਵਾਜ਼ ਨਹੀਂ। ਨਹੀਂ, ਮੌਲਵੀ ਫਜ਼ਲਦੀਨ ਦੀ ਆਵਾਜ਼ ਆ। ਮੌਲਵੀ ਫਜ਼ਲਦੀਨ ਤੇ ਸ਼ਾਹ ਗਾਜੀ ਦੋਵੇਂ ਮਸੀਤੇ ਇਕੱਠੇ ਹੋਏ ਨੇ ਤੂੰ ਲਾ ਕੇ। अगर हमें हमारा हक ना मिला तो हम हिंदुस्तान के 9 करोड़ मुस्लिम इसके खिलाफ मोर्चा लगाएंगे। ਲੈ ਉਹ ਵੀ ਲੱਗੇ ਈ ਮੋਰਚਾ ਲਾਣ, ਉਹ ਵੀ 9 ਕਰੋੜ। ਉਹ ਤੂੰ ਕਹਿੰਦਾ ਗੱਲ ਮਾਮੂਲੀ ਜਿਹੀ ਆ। ਓਏ ਇਹ ਧਰਮ ਦੇ ਠੇਕੇਦਾਰ ਗੱਲ ਮਾਮੂਲੀ ਰਹਿਣ ਦਿੰਦੇ ਆ ਭਲਾ? ਜੇ ਉਹ 9 ਕਰੋੜ ਨੇ ਨਾ ਤੇ ਅਸੀਂ ਵੀ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ। ਉਹਨਾਂ ਨੂੰ ਦੱਸ ਦਿਆਂਗੇ ਸਿੱਖ ਕੌਮ ਕੀ ਹੁੰਦੀ ਆ। ਲੈ ਆਇਆ ਵੱਡਾ ਬੰਦਾ ਬਹਾਦਰ ਦੀ ਔਲਾਦ। ਅਮਲੀਆ, ਹਾਂ ਜਥੇਦਾਰ ਸੁੰਦਰ ਸਿੰਘ ਨੇ ਅੱਜ ਇਕੱਠ ਕੀਤਾ ਹੋਇਆ। ਉਹ ਤੇ ਉਹਦੀਆਂ ਫੌਜਾਂ ਆਈਆਂ ਹੋਈਆਂ ਉੱਥੇ। ਉਹ ਤੂੰ ਵੀ ਆਵੀਂ। ਉਹ ਗੱਲ ਸੁਣ, ਮੈਂ ਨਹੀਂ ਆਉਂਦਾ ਭਰਾਵਾ ਉੱਥੇ। ਐਵੇਂ ਫੌਜਾਂ ਥੱਲੇ ਆ ਕੇ ਮਿੱਧਿਆ ਜਾਊਂਗਾ। ਹਾਂ ਤੂੰ ਹੀ ਜਾ, ਹਾਂ ਤੁਰਿਆ ਜਾ। ਉਹ ਇਸ ਧਰਤੀ ਦੇ ਸੱਜਣੋ ਤੇ ਇਲਮਿਓ, ਉਹ ਕਦੋਂ ਅਕਲ ਆਊਗੀ ਤੁਹਾਨੂੰ? ਕਦੋਂ ਅਕਲ ਆਊਗੀ? ਕਰੋ ਕੁਝ ਹੋਸ਼ ਆਪਸ ਵਿੱਚ ਹੀ, ਲੜ ਲੜ ਕੇ ਮਰਦਿਓ ਲੋਕੋ, ਕਿ ਆਪਣੇ ਹੀ ਲਹੂ ਦਾ ਆਪ ਹੀ ਕੁੱਟ ਭਰਦਿਓ ਲੋਕੋ। ਆਓ ਕਿ ਜ਼ਾਤ ਪਾਤ ਦਾ ਝਗੜਾ ਮਿਟਾਈਏ ਦੋਸਤੋ, ਆਦਮ ਦੇ ਬਾਲ ਸਾਰੇ ਹੀ ਇੱਕ ਥਾਂ ਬਿਠਾਈਏ ਦੋਸਤੋ। ਆਓ ਕਿ ਜ਼ਾਤ ਪਾਤ ਦਾ ਝਗੜਾ ਮਿਟਾਈਏ ਦੋਸਤੋ, ਆਦਮ ਦੇ ਬਾਲ ਸਾਰੇ ਹੀ ਇੱਕ ਥਾਂ ਬਿਠਾਈਏ ਦੋਸਤੋ। ਆਓ ਕਿ ਜ਼ਾਤ ਪਾਤ ਦਾ ਮਜ਼ਬਾਨੇ ਆਦਮੀ ਨੂੰ ਪਰੇ ਆਦਮੀ ਤੋਂ ਰੱਖਿਆ, ਮਜ਼ਬਾਨੇ ਆਦਮੀ ਨੂੰ ਪਰੇ ਆਦਮੀ ਤੋਂ ਰੱਖਿਆ। ਆਓ ਕਿ ਹੁਣ ਇੱਕ ਪਿਆਰ ਦਾ ਮਜ਼ਹਬ ਚਲਾਈਏ ਦੋਸਤੋ, ਆਦਮ ਦੇ ਬਾਲ ਸਾਰੇ ਹੀ ਇੱਕ ਥਾਂ ਬਿਠਾਈਏ ਦੋਸਤੋ। ਆਓ ਕਿ ਜ਼ਾਤ ਪਾਤ ਦਾ, ਆਓ ਕਿ ਰੰਗ ਪਿਆਰ ਦੇ ਵਿੱਚ ਦਿਲ ਨੂੰ ਆਪਾਂ ਰੰਗੀਏ। ਆਓ ਕਿ ਰੰਗ ਪਿਆਰ ਦੇ ਵਿੱਚ ਦਿਲ ਨੂੰ ਆਪਾਂ ਰੰਗੀਏ। ਆਓ ਕਿ ਰੰਗ ਨਸਲ ਤੋਂ ਦਾਮਨ ਛੁਡਾਈਏ ਦੋਸਤੋ, ਆਦਮ ਦੇ ਬਾਲ ਸਾਰੇ ਹੀ ਇੱਕ ਥਾਂ ਬਿਠਾਈਏ ਦੋਸਤੋ। ਆਓ ਕਿ ਜ਼ਾਤ ਪਾਤ ਦਾ, ਆਓ ਕਿ ਜ਼ਾਤ ਪਾਤ ਦਾ, ਆਓ ਕਿ ਜ਼ਾਤ ਪਾਤ ਦਾ, ਆਓ ਕਿ ਜ਼ਾਤ ਪਾਤ ਦਾ। मैं आपसे गुजारिश करता हूं कि जिस किसी के पास कोई भी हथियार है वो फौरन लेके आए। अगर ये लोग सूर मार सकते हैं तो हम भी इनके गुरुद्वारों और मंदिरों में कौवे काट काट के फेंकेंगे। ਉਹ ਮੰਨ ਗਏ ਮੌਲਵੀ ਫਜ਼ਲਦੀਨਾ, ਤੈਨੂੰ ਚੱਕ ਤਾ ਅਹਿਮਦੀਨ ਨੂੰ ਪੂਰਾ ਹੀ ਏ। नारे तकबीर, ਅੱਲਾਹੂ ਅਕਬਰ, नारे तकबीर। ਅੱਲਾਹੂ ਅਕਬਰ। ਇਹਨਾਂ ਮੁਸਲਿਆਂ ਸਾਡੇ ਧਰਮ ਸਥਾਨ ਦੀ ਬੇਅਦਬੀ ਕੀਤੀ ਹੈ। ਸਾਧ ਸੰਗਤ ਜੀ, ਹੁਣ ਵਕਤ ਆ ਗਿਆ ਹੈ ਕਿ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇ।
ਪੰਥ ਦੀ ਇੱਜ਼ਤ ਬਚਾਉਣ ਲਈ ਹਰ ਕੋਈ ਸੀਸ ਤਲੀ ਤੇ ਧਰ ਕੇ ਮੈਦਾਨ ਵਿੱਚ ਆਵੇ। ਉਹ ਮੰਨ ਗਏ ਜਥੇਦਾਰ ਸੁੰਦਰ ਸਿੰਘ ਆਵੇ ਉਹ ਲਾਤੀ ਅੱਗ ਸੱਜਣ ਸਿਓ ਨੂੰ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਲੜ ਕੇ ਮਰਨ ਗਏ ਸੱਜਣ ਸਿਓ ਤੇ ਇਲਮਦੀਨ, ਬਸ ਫਿਰ ਕੀ ਆ ਤੂਤਾ ਵਾਲਾ ਖੂਹ ਹੋ ਜਾਊ ਸ਼ਾਹ ਦਾ। ਨਾਰੇ ਤਕਬੀਰ, ਅੱਲਾਹੁ ਅਕਬਰ, ਨਾਰੇ ਤਕਬੀਰ, ਅੱਲਾਹੁ ਅਕਬਰ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਓਏ ਸੱਜਣਾ, ਓਏ ਇਲਮੀਆ, ਕੀ ਹੋ ਗਿਆ ਤੁਹਾਡੀ ਮੱਤ ਨੂੰ? ਓਏ ਲੜਦੇ ਕਿਸ ਗੱਲੋਂ ਜੇ? ਕੀ ਹੋ ਗਿਆ ਤੁਹਾਡੀ ਅਕਲ ਨੂੰ? ਓਏ ਲੜਦੇ ਕਿਸ ਗੱਲੋਂ ਜੇ? ਓਏ ਆ ਕੌਣ ਆ ਬਈ? ਜਥੇਦਾਰ ਜੀ, ਇਹ ਆ ਬਾਬਾ ਕਾਲੀ। ਹਾਂ, ਬਾਬਾ ਕਾਲੀ ਅਖੇ ਜੰਜ ਪਰਾਈ ਐਮਕ ਨੱਚੇ। ਓਏ ਕੱਢੋ ਇਹਨੂੰ ਮਾਰ। ਭਾਈ ਜੰਜ ਮੇਰੇ ਲਈ ਪਰਾਏ ਹੋਏ ਤਾਂ ਮੇਰਾ ਲਹੂ ਤੇ ਮਾਸ ਨੇ ਦੋਵੇਂ ਤੇ ਹਮਕ ਮੈਂ ਨਹੀਂ, ਤੁਸੀਂ ਆ ਤੁਸੀਂ ਜੋ ਇਹਨਾਂ ਦੋਨਾਂ ਨੂੰ ਲੜਾ ਕੇ ਤਮਾਸ਼ਾ ਵੇਖਣਾ ਚਾਹੁੰਦੇ ਆ। ਓਏ ਹੱਥ ਪਰੇ ਬੁੱਢਿਆ ਨਹੀਂ ਨਹੀਂ ਤਾਂ ਕੀ? ਓਏ ਫਾਲੋ ਇਹਨੂੰ। ਜਥੇਦਾਰ ਜੀ, ਓਏ ਇਹਦੇ ਨਾਲ ਖੈਬਰ ਨਾ ਆਪਾਂ ਨੂੰ ਮਹਿੰਗਾ ਪੈ ਸਕਦਾ। ਮੈਂ ਸਮਝਦਾ ਇਹ ਜਾਨੂੰ ਕੀ ਆ। ਤੂੰ ਹੁਣ ਨਹੀਂ ਗਾਉਣਾ ਸਾਡੇ ਚੌਂਗੜਾ। ਵਾਹਿਗੁਰੂ ਦਾ ਬੰਦਾ ਫੇ ਮਰ ਪਰੇ ਜਾ ਕੇ ਕਿਉਂ ਪੰਥ ਦੇ ਰਾਹ ਚ ਰੋੜਾ ਟਕਾ ਕੇ ਬਦਨਾਮੀ ਦਾ ਟਿੱਕਾ ਸਿਰ ਲਾਉਣਾ। ਬਦਨਾਮੀ ਦਾ ਟਿੱਕਾ ਮੈਂ ਨਹੀਂ, ਬਲਕਿ ਤੁਹਾਡੇ ਵਰਗੇ ਕੁਝ ਕੁ ਬੰਦੇ ਲਾ ਰਹੇ ਨੇ ਪੰਥ ਨੂੰ। ਆ 2.5 ਟੋਟਰੂ ਨਾਲ ਲੈ ਕੇ ਪੰਥ ਦਾ ਨਾਂ ਵਰਤਦਾ ਏ। ਲੱਗਦਾ ਲੀਡਰ ਬਣਨ ਨੂੰ ਫਿਰਦਾ। ਉਹ ਤਾਇਓ ਤਾਂ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਲੋਕਾਂ ਨੂੰ ਗੁੰਮਰਾਹ ਮੈਂ ਨਹੀਂ, ਬਲਕਿ ਤੁਹਾਡੇ ਵਰਗੇ ਕੁਝ ਕੁ ਬੰਦੇ ਕਰ ਰਹੇ ਨੇ ਜੋ ਧਰਮ ਦੀ ਆੜ ਹੈ ਹਵਾਨਾ ਵਾਲੇ ਕਾਰਜ ਕਰਨ ਦੇ ਨੇ। ਅਸੀਂ? ਹਾਂ ਤੁਸੀਂ। ਇਲਮਦੀਨਾ ਲੱਗਦਾ ਕੀ ਹੈ? ਕਰ ਜੋ ਕੁਝ ਤੂੰ ਕਰਨਾ ਚਾਹੁੰਦਾ ਹੈ, ਮੈਨੂੰ ਮਾਰ ਹੀ ਦਿਓਗੇ ਨਾ। ਹੋਰ ਤੁਸੀਂ ਕਰ ਵੀ ਕੀ ਸਕਦੇ ਹੋ? ਤੁਹਾਡੀ ਪਹੁੰਚ ਹੀ ਇੰਨੀ ਹੈ। ਪਰ ਇਹ ਮੂਰਖ ਨੇ ਜੋ ਤੁਹਾਡੇ ਕਹਿਣੇ ਵਿੱਚ ਆ ਕੇ ਭਰਾਵਾਂ ਦੇ ਖੂਨ ਦੇ ਪਿਆਸੇ ਬਣੇ ਫਿਰਦੇ ਨੇ। ਪਰ ਇਹ ਦਿਨ ਹਮੇਸ਼ਾ ਨਹੀਂ ਰਹਿਣੇ, ਕਦੇ ਤਾਂ ਇਹਨਾਂ ਨੂੰ ਵੀ ਸਮਝ ਆਵੇਗੀ। ਓਏ ਤੂੰ ਸਾਨੂੰ ਮੱਤਾ ਦੇਣਾ ਵੱਡਿਆ। ਮੈਂ ਤੁਹਾਨੂੰ ਬੇਮਤਿਆਂ ਨੂੰ ਕੀ ਮੱਤਾ ਦੇ ਸਕਦਾ? ਅਸੀਂ ਬੇਮਤੇ। ਓਏ ਸੱਜਣਾ, ਓਏ ਇਲਮੀਆ, ਲੜੋ। ਇਹ ਆਂਦੇ ਨੇ ਛੇਤੀ ਲੜੋ। ਓਏ ਖੂਨ ਡੁੱਲੇਗਾ ਤੁਹਾਡਾ ਤੇ ਮਾਸ ਤੇ ਤੜਕੇ ਲੱਗਣਗੇ ਇਹਨਾਂ ਦੇ ਘਰੇ। ਜ਼ਮੀਨਾਂ ਵਿਕਣਗੀਆਂ ਤੁਹਾਡੀਆਂ, ਘਰ ਕੁਰਕ ਹੋਣਗੇ ਤੁਹਾਡੇ ਤੇ ਵੱਡੇ ਵੱਡੇ ਮਹਿਲ ਉਸਰਨਗੇ ਇਹਨਾਂ ਦੇ। ਖਾਮੋਸ਼। ਓਏ ਬੰਦ ਕਰ ਆਪਣਾ ਰਾਗ। ਸੁਣ ਲਿਆ ਜੇ? ਤੁਹਾਨੂੰ ਸ਼ਰਮ ਨਹੀਂ ਆਉਂਦੀ ਆਪਸ ਵਿੱਚ ਲੜਦਿਆਂ ਨੂੰ? ਓਏ ਓਏ, ਤੁਹਾਨੂੰ ਸ਼ਰਮ ਨਹੀਂ ਆਉਂਦੀ ਆਪਸ ਵਿੱਚ ਲੜਦਿਆਂ ਨੂੰ? ਕਿਉਂ ਤੁਹਾਡਾ ਲਹੂ ਬਗਾ ਹੋ ਗਿਆ ਹੈ? ਤੁਸੀਂ ਇਕੱਠੇ ਜੰਮੇ ਪੜੇ, ਇਕੱਠਿਆਂ ਦੁੱਖ ਸੁੱਖ ਹੰਢਾਏ, ਅੱਜ ਆਮੋ ਸਾਹਮਣੇ ਤਰਪਾਨਾ ਤਾਰ ਖੜੇ ਜੇ। ਓਏ ਗੱਲ ਪਿੱਛੋਂ ਲੰਬੜਦਾਰੀ ਦੀ ਹੈ ਨਾ। ਮੈਂ ਸੱਜਣ ਸਿੰਘ ਨੂੰ ਆਖ ਦੇਣਾ ਕਿ ਦਰਖਾਸਤ ਵਾਪਸ ਲੈ ਲਵੇ। ਮੇਰੀ ਗੱਲ ਕਦੇ ਨਹੀਂ ਮੋੜਨ ਲੱਗਾ। ਨਹੀਂ ਬਾਬਾ ਜੀ, ਹੁਣ ਇਹ ਨਹੀਂ ਹੋ ਸਕਦਾ। ਹੁਣ ਨਹੀਂ ਦਰਖਾਸਤ ਵਾਪਸ ਲਈ ਜਾਵੇਗੀ। ਇਹ ਪੰਥ ਦੇ ਬਗਾੜ ਦੀ ਗੱਲ ਏ। ਮੈਂ ਜਾਣਦਾ ਤੈਨੂੰ ਵੱਡੇ ਪੱਥ ਰਹਿਮਤੀ ਨੂੰ। ਓਏ ਇਲਮੀਆ, ਕੁਝ ਤੇ ਅਕਲ ਤੇ ਹੱਥ ਮਾਰੋ। ਓਏ ਥੋੜਾ ਕੁਝ ਵਿਚਾਰ ਕਰੋ, ਕੁਝ ਸੋਚੋ। ਤੇ ਬਾਬਾ ਜੀ ਨੂੰ ਇਹ ਸੋਚਦਾ ਸੀ ਕਿ ਈਦ ਵਾਲੇ ਦਿਨ ਇਹ ਸੂਰ ਮਾਰ ਕੇ ਮਸੀਤ ਅੱਗੇ ਸੁੱਟਦਾ। ਤੂੰ ਮਸੀਤੇ ਮਰਿਆ ਸੂਰ ਵੇਖਿਆ? ਉਹ ਤਾਂ ਨਹੀਂ। ਫੇ ਤੈਨੂੰ ਕਿਸ ਨੇ ਆਖਿਆ ਏ? ਬਾਬਾ ਜੀ, ਆ ਚੌਧਰੀ ਫਜ਼ਲਦੀਨ ਨੇ ਹੋਰ ਕਿਨੇ ਆਖਣਾ ਇਹਨੂੰ? ਨਾ ਬਾਬਾ ਜੀ, ਇਹਨੂੰ ਸੌਂਦਾ ਸੀ ਗੁਰਪੁਰਬ ਵਾਲੇ ਦਿਨ ਗਊ ਮਾਰ ਕੇ ਉਹਦੀ ਪੂਛ ਗੁਰਦੁਆਰੇ ਮਾਰੇ ਸੁੱਟਦਾ। ਤੂੰ ਗੁਰਦੁਆਰੇ ਪਈ ਪੂਛ ਆਪਣੀ ਅੱਖਾਂ ਨਾਲ ਵੇਖੀ ਏ? ਨਹੀਂ ਬਾਬਾ ਜੀ, ਉਹ ਤੇ ਨਹੀਂ ਵੇਖੀ। ਫੇ ਤੈਨੂੰ ਕਿਸ ਨੇ ਆਖਿਆ ਏ?
ਬਾਬਾ ਜੀ ਆ ਜਥੇਦਾਰ ਸੁੰਦਰ ਸੋਹਣ ਹੋਰ ਕਿਨੇ ਆਖਣਾ ਇਹਨੂੰ? ਬਾਬਾ ਜੀ ਮੈਂ ਇਹੋ ਜਿਹਾ ਕਮੀਨਾ ਬੰਦਾ ਨਹੀਂ ਕਿ ਗੁਰਪੁਰ ਵਾਲੇ ਦਿਨ ਗਊ ਮਾਰ ਕੇ ਉਹਦੀ ਪੂਛ ਮੈਂ ਗੁਰਦਾਰੇ ਸਿੱਟੂ। ਬਾਬਾ ਜੀ ਮੈਂ ਤੇ ਇਲਮਾ ਛੋਟੇ ਹੁੰਦੇ ਈਦ ਵਾਲੇ ਦਿਨ ਇਕੱਠੇ ਮਸੀਤੇ ਜਾਂਦੇ ਰਹੇ ਆ। ਮਸੀਤ ਅੱਗੇ ਚੂਰ ਮਾਰ ਕੇ ਸਿੱਟਣ ਨਾਲੋਂ ਪਹਿਲਾਂ ਮੈਂ ਵਾਪਾ ਜਾਵਾ। ਓਏ ਤੁਹਾਡਾ ਮਤਲਬ ਆ ਅਸੀਂ ਝੂਠ ਬੋਲਦੇ ਆ? ਓਏ ਅੱਗ ਲੱਗੀ ਹੋਏ ਤਾਂ ਹੀ ਉਹ ਧੂੰਆਂ ਨਿਕਲਦਾ। ਬਾਬਾ ਜੀ ਤੁਸੀਂ ਵਿੱਚ ਨਾ ਆਵੋ। ਹਾਂ ਬਾਬਾ ਜੀ ਫੈਸਲਾ ਹੋ ਹੀ ਲੈਣ ਦਿਓ। ਨਹੀਂ ਹਟਣਾ ਤਾਂ ਪਹਿਲਾਂ ਮੈਨੂੰ ਮਾਰੋ ਮਾਰੋ ਸੱਜਣਾ, ਮੇਰੀ ਇੱਕ ਵਿੱਚ ਕਿਰਪਾਨ ਮਾਰ ਤੇ ਦੂਜੇ ਪਾਸੇ ਤੂੰ ਮਾਰੋ ਹਿਲਮਿਆ। ਫਿਰ ਮੇਰੀ ਲੋਥ ਤੇ ਪੈਰ ਤਰ ਅੱਗੇ ਵਧਿਓ, ਮੈਂ ਤੁਹਾਨੂੰ ਆਪਸ ਵਿੱਚ ਨਹੀਂ ਲੜਨ ਦੇਣਾ। ਓਏ ਲੜਨ ਤੇ ਆ ਵੀ ਕਿਵੇਂ? ਕੌਣ ਹੈ ਜੋ ਆਪਣੇ ਬੱਚਿਆਂ ਦਾ ਲਹੂ ਡੁੱਲਦਾ ਵੇਖ ਸਕਦਾ ਹੈ? ਤੁਸੀਂ ਦੋਵੇਂ ਮੇਰੇ ਬੱਚੇ ਹੋ, ਮੇਰੀ ਗੋਦੀ ਖਾਲੀ ਨਾ ਕਰੋ। ਹੋਏ ਸੱਜਣਾ, ਹੋਏ ਮੈਂ ਕਰ ਲੋ ਕੁਰਬਾਨਾ ਨਹੀਂ ਕਿਉਂ ਕਹਿ ਕਮਾਉਂਦੇ ਹੋ? ਕਿਉਂ ਭਰਾ ਲੜ ਮਰਦੇ ਹੋ? ਭਰਾ ਨੂੰ ਮਾਰ ਕੇ ਜਿੱਤੋਗੇ? ਅਜਿਹੀ ਭਰਾ ਮਾਰ ਜਿੱਤਣ ਨਾਲੋਂ ਹਾਰ ਪੜੀ ਹੈ। ਭਰਾ ਨੂੰ ਮਾਰ ਕੇ ਜਿੱਤਣ ਨਾਲੋਂ ਉਹਦੇ ਅੱਗੇ ਨਿਉ ਕੇ ਹਾਰ ਜਾਣਾ ਬਹੁਤ ਵੱਡੀ ਜਿੱਤ ਹੁੰਦੀ ਹੈ ਪੁੱਤਰੋ, ਬਹੁਤ ਵੱਡੀ ਜਿੱਤ ਹੁੰਦੀ ਹੈ। ਬਾਬਾ ਜੀ ਗਲਤੀ ਹੋ ਗਈ ਸਾਡੇ ਤੋਂ, ਗਲਤੀ ਹੋ ਗਈ। ਅਸੀਂ ਬਿਨਾਂ ਸੋਚੇ ਸਮਝੇ ਇਹਨਾਂ ਚਲਾਕ ਲੋਕਾਂ ਦੀਆਂ ਗੱਲਾਂ 'ਚ ਆ ਗਏ। ਬਾਬਾ ਜੀ ਤੁਹਾਨੂੰ ਮਾਫ ਕਰ ਦਿਓ, ਅਸੀਂ ਨਹੀਂ ਲੜਦੇ ਹੁਣ, ਸਾਡੀਆਂ ਅੱਖਾਂ ਖੁੱਲ ਗਈਆਂ। ਸ਼ਾਬਾਸ਼ ਮੇਰੇ ਪੁੱਤਰੋ, ਸ਼ਾਬਾਸ਼। ਅੱਜ ਬੁੱਢੇ ਬਾਰੇ ਤੁਸੀਂ ਮੇਰੀ ਪੱਗ ਦੀ ਲਾਜ ਰੱਖ ਲਈ ਹੈ। ਵਾਹਿਗੁਰੂ ਤੁਹਾਨੂੰ ਸਮਤ ਬਖਸ਼ੇ। ਵੇਖਿਓ ਨਾ ਰੁਲੇ ਪੱਗ ਅਰਸ਼ਾਂ ਦੀ ਰੂਹ ਦੀ, ਅਰਸ਼ਾਂ ਦੀ ਰੂਹ ਦੀ, ਸ਼ਾਨੋ ਸ਼ਾਨਦਾਰ ਸ਼ਾਨ ਤੂੰ ਤਾਂ ਵਾਲੇ ਖੂਹ ਦੀ, ਤੂੰ ਤਾਂ ਵਾਲੇ ਖੂਹ ਦੀ। ਵੇਖਿਓ ਨਾ ਰੁਲੇ ਪੱਗ ਅਰਸ਼ਾਂ ਦੀ ਰੂਹ ਦੀ, ਅਰਸ਼ਾਂ ਦੀ ਰੂਹ ਦੀ, ਸ਼ਾਨੋ ਸ਼ਾਨਦਾਰ ਸ਼ਾਨ ਤੂੰ ਤਾਂ ਵਾਲੇ ਖੂਹ ਦੀ, ਤੂੰ ਤਾਂ ਵਾਲੇ ਖੂਹ ਦੀ। ਵੇਖਿਓ ਨਾ ਰੁਲੇ ਪੱਗ ਅਰਸ਼ਾਂ ਦੀ ਰੂਹ ਦੀ, ਅਰਸ਼ਾਂ ਦੀ ਰੂਹ ਦੀ। ਗੀਤਾ ਗੁਰੂ ਗ੍ਰੰਥ ਤੇ ਕੁਰਾਨ ਇਉਂ ਇੱਕ ਨੇ, ਸਭ ਜਿਸਮਾਂ 'ਚ ਲਹੂ ਜਾਨ ਜਿਉਂ ਇੱਕ ਨੇ। ਸਭਨਾਂ ਦੀ ਇੱਕ ਸਾਂਝੀ ਵਾਲਤਾ, ਉਪਜ ਨੇ ਸਾਰੇ ਬਸ ਇੱਕ ਨੂੰ
ਅੰਜਲੀ ਦੀ ਕੂਕੂ ਦੀ ਵੇਖਿਓ ਨਾ ਰੁਲੇ ਪੱਗ ਅਰਸ਼ਾਂ ਦੀ ਰੂਹ ਦੀ ਅਰਸ਼ਾਂ ਦੀ ਰੂਹ ਦੀ ਅਰਸ਼ਾਂ ਦੀ ਰੂਹ ਦੀ। ਕਿਉਂ ਸ਼ਹਿਰ ਹੋ ਗਿਆ ਤੂੰ ਤਾਂ ਵਾਲਾ ਖੂ ਹੈ ਦਾਦਾ ਤੇਰੀ ਕਰਤੂਤ ਸ਼ਾਣੀ ਨੂੰ ਜਾ ਕੇ ਓਏ ਸਰਦਾਰ ਬਹਾਦਰ ਸਰਦਾਰ ਆਲਾ ਸਿੰਘ ਜੀ ਦੁਬਾਰਾ ਕੇ ਸਰਦਾਰ ਬਹਾਦਰ ਸਰਦਾਰ ਆਲਾ ਸਿੰਘ ਜੀ ਹਾਂ ਓਏ ਸ਼ਾਨੀ ਨੂੰ ਨਾ ਦੱਸਿਓ ਉਹਦਾ ਅੱਗੇ ਮੂੰਗੀ ਦੀ ਦਾਲ ਨਾਲ ਮਾਰਿਆ ਪਿਆ ਉਹਨੇ ਤਾਂ ਮੈਨੂੰ ਰੋਟੀ ਵੀ ਨਹੀਂ ਦੇਣੀ ਅੱਜ ਤੋਂ ਬਾਅਦ ਇਹ ਮੈਂ ਕੁੱਤਾ ਕੰਮ ਨਹੀਂ ਕਰਦਾ ਸੋ ਮੈਨੂੰ ਤੇਰੇ ਨਸ਼ਿਆਂ ਦੀ ਉਹ ਤਾਂ ਠੀਕ ਹੈ ਪਰ ਹਾਲੀ ਤੱਕ ਕਦੇ ਕੁੱਤੇ ਦੀ ਪੂੰਛ ਸਿੱਧੀ ਹੁੰਦੀ ਤਾਂ ਵੇਖੀ ਨਹੀਂ ਹੈ। ਚੱਲ ਮੈਂ ਤੇਰੇ ਤੇ ਨਾ ਵਿਸ਼ਵਾਸ ਕਰ ਲੈਣਾ ਜੇ ਤੂੰ ਸੌ ਖਾਨਾ ਨਾ ਤੇ ਮੈਂ ਵੀ ਸੌ ਖਾਨਾ ਅੱਜ ਤੋਂ ਬਾਅਦ ਇਹ ਨਸ਼ੇ ਨਹੀਂ ਕਰਨੇ ਆਓ ਵੇ ਪਾਲਾ ਢਿੱਡ ਨਾਲ ਢਿੱਡ ਜੱਫਾ। ਸੋਨ ਸੁਨਹਿਰੇ ਸੂਰਜਾਂ ਦੀ ਲਾਲੀ ਦੇਸ਼ ਪੰਜਾਬ ਸੋਨ ਸੁਨਹਿਰੇ ਸੂਰਜਾਂ ਦੀ ਲਾਲੀ ਦੇਸ਼ ਪੰਜਾਬ ਤੂਤਾਂ ਵਾਲੇ ਖੂਹਾਂ ਦੀ ਖੁਸ਼ਹਾਲੀ ਦੇਸ਼ ਪੰਜਾਬ ਸੋਨ ਸੁਨਹਿਰੇ ਸੂਰਜਾਂ ਦੀ ਲਾਲੀ ਦੇਸ਼ ਪੰਜਾਬ ਸੋਨ ਸੁਨਹਿਰੇ ਸੂਰਜਾਂ ਦੀ ਲਾਲੀ ਦੇਸ਼ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੁਰਗਾਂ ਤੋਂ ਸੋਹਣੀ ਇਹਦੀ ਬੋਲੀ ਮਾਂ ਪਿਓ